ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਬੇਟੇ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਇਆ ਮੈਂ, ਉਹ ਹੈਗੀ ਹੈ ਜੀ ਤੁਹਾਡੇ ਹਾਈ ਲੈਵਲ MCQ, ਜਿਹਦੀ ਬਹੁਤ ਡਿਮਾਂਡ ਆ ਰਹੀ ਸੀ। ਆਪਣੀ ਅੱਗੇ ਜਿਹੜਾ ਪੇਪਰ ਆ ਰਿਹਾ ਹੈਡ ਕਾਂਸਟੇਬਲ ਦਾ, ਤੇ ਮੈਨੂੰ ਲੱਗਦਾ ਵੀ ਮੈਂ ਕਾਫੀ ਲੇਟ ਹੋ ਗਿਆ, ਜ਼ਿਆਦਾ ਹੀ ਕੁਝ ਲੇਟ ਹੋ ਗਿਆ, ਕਿਉਂਕਿ ਕੱਲ ਹੈਗਾ ਐਗਜ਼ਾਮ। ਬਟ ਇੱਕ ਕੋਸ਼ਿਸ਼ ਆ, ਚਲੋ ਵੀ ਦੇਰ ਆਏ ਦਰੁਸਤ ਆਏ। ਥੋੜਾ ਜਿਹਾ ਤੁਸੀਂ ਕੱਲ ਐਗਜ਼ਾਮ ਦੇ ਵਿੱਚ ਸੈਕੰਡ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਇਹਨੂੰ ਵੀਡੀਓ ਨੂੰ ਜ਼ਰੂਰ ਦੇਖ ਲਿਓ। ਹੋ ਸਕਦਾ ਤੁਹਾਨੂੰ ਇੱਕ ਦੋ ਕੁਐਸਚਨ ਉੱਥੇ ਦੇਖਣ ਨੂੰ ਮਿਲ ਜਾਣ, ਤੁਹਾਡੀ ਹੈਲਪ ਹੋ ਜੇ। ਠੀਕ ਹੈ। ਤੇ ਬਾਕੀ ਜਿਹੜੀਆਂ ਸ਼ਿਫਟਾਂ ਅੱਗੇ ਹੋਣ ਜਾ ਰਹੀਆਂ ਰਾਜੇ, ਮੈਂ ਕੋਸ਼ਿਸ਼ ਕਰੂੰਗਾ ਮੈਕਸਿਮਮ ਟੂ ਮੈਕਸਿਮਮ ਤੁਹਾਨੂੰ ਹਾਈ ਲੈਵਲ ਦੇ ਕੁਐਸਚਨ ਕਰਵਾ ਦੇਵਾਂ। ਠੀਕ ਹੈ। ਤੇ ਮੈਂ ਵਾਰ-ਵਾਰ ਤੁਹਾਨੂੰ ਦੱਸ ਵੀ ਰਿਹਾ ਕਿ 2019 ਦੀਆਂ ਸ਼ਾਰਟਕਟ ਕੀਜ਼ ਪੜ੍ਹ ਲਓ, ਉੱਥੋਂ ਕੁਐਸਚਨ ਜ਼ਿਆਦਾ ਆ ਰਹੇ ਆ। ਬਾਕੀ ਜਿਹੜੇ ਵੀ ਬੱਚੇ ਮੈਨੂੰ ਅਪਰੋਚ ਕਰਦੇ ਆ, ਚਾਹੇ ਉਹ ਨੋਟਸ ਲੈਣ ਵਾਸਤੇ ਕਰਦੇ, ਮੈਂ ਉਹਨਾਂ ਨੂੰ ਵੀ ਇਹ ਸੁਜੈਸਟ ਕਰ ਰਿਹਾ ਕਿ ਨੋਟਸ ਦੇ ਨਾਲੋਂ ਜ਼ਿਆਦਾ ਤੁਸੀਂ ਥਿਊਰੀ ਦੇ ਉੱਪਰ ਵਰਕ ਕਰੋ। ਥਿਊਰੀ ਦੇ ਉੱਪਰ ਕੀ ਕਰੋ, ਫੋਕਸ ਕਰੋ। ਚਲੋ ਜੀ, ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਮੈਕਸਿਮਮ ਕੁਐਸਚਨ ਉਹ ਨੇ ਜਿਹੜੇ ਤੁਹਾਡੇ ਤੋਂ ਸਬ ਇੰਸਪੈਕਟਰ ਦੇ ਟਾਈਮ ਤੇ ਪੁੱਛੇ ਗਏ ਸੀਗੇ। ਸਬ ਇੰਸਪੈਕਟਰ ਦਾ ਪੇਪਰ ਹੋਇਆ ਜਾਂ ਫਿਰ ਤੁਹਾਡਾ ਇੰਟੈਲੀਜੈਂਸ ਦਾ ਪੇਪਰ ਹੋਇਆ, ਜਿਹਦੇ ਵਿੱਚ ਥਿਓਰੈਟੀਕਲ ਬੇਸ ਆਇਆ ਤੁਹਾਡਾ ਕੰਪਿਊਟਰ ਤੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ। ਠੀਕ ਹੈ। ਜਦੋਂ ਮੈਨੂੰ ਕੋਈ ਨਵਾਂ ਐਕਸਪੀਰੀਅੰਸ ਹੁੰਦਾ ਜਾਂ ਕੋਈ ਵੀ ਮੇਰੇ ਦਿਲ ਦੀ ਗੱਲ ਹੁੰਦੀ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਕਰਦਾ। ਠੀਕ ਹੈ। ਇੱਕ ਨਾ ਗੁਰਬਾਣੀ ਦੀ ਤੁਕ ਆਉਂਦੀ ਹੈ, ਕਹਿੰਦੇ ਜੀ ਨਿੰਦਾ ਕਰੇ ਸੋ ਹਮਰਾ ਮੀਤ। ਠੀਕ ਹੈ। ਆਪਾਂ ਆਮ ਦੁਨੀਆ ਦੇ ਵਿੱਚ ਉਲਟ ਚੱਲਦਾ। ਆਪਣਾ ਜਿਹੜਾ ਵੀ ਬੰਦਾ ਆਪਣੀ ਕੋਈ ਬੁਰਾਈ ਕਰਦਾ ਜਾਂ ਆਪਾਂ ਨੂੰ ਕੁਝ ਬੁਰਾ ਭਲਾ ਬੋਲਦਾ, ਆਪਾਂ ਉਹਨੂੰ ਦੁਸ਼ਮਣ ਸਮਝਦੇ ਹਾਂ। ਤੇ ਜਿਹੜਾ ਆਪਣੀ ਤਾਰੀਫ ਕਰਦਾ, ਆਪਾਂ ਕਹਿੰਦੇ ਯਾਰ ਉਹ ਤਾਂ ਬਹੁਤ ਵਧੀਆ ਹੈ। ਚਲੋ, ਤਾਰੀਫ ਵੀ ਸੁਣਨੀ ਬਣਦੀ ਹੈ, ਬੰਦੇ ਨੂੰ ਓਬਵੀਅਸ ਹੈ ਕਿ ਆਪਾਂ ਇਨਸਾਨ ਆ, ਆਪਣੀ ਫਿਤਰਤ ਹੈ ਕਿ ਤਾਰੀਫ ਸੁਣ ਕੇ ਆਪਾਂ ਖੁਸ਼ ਹੁੰਦੇ ਆ। ਖੁਸ਼ ਰਹਿਣਾ ਵੀ ਇੱਕ ਕਲਾ ਹੈ। ਬਟ ਕਹਿੰਦੇ ਵੀ ਜੇ ਕੋਈ ਨਿੰਦਾ ਕਰੇ ਤੇ ਉੱਤੇ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸਲੀ ਫਰੈਂਡ ਉਹੀ ਹੁੰਦਾ ਜਿਹੜਾ ਤੁਹਾਡੀ ਨਿੰਦਾ ਕਰਦਾ ਜਾਂ ਤੁਹਾਡੀ ਬੁਰਾਈ ਕਰਦਾ, ਜਾਂ ਫਿਰ ਤੁਹਾਡਾ ਕੀ ਕਰਦਾ, ਕਮੀ ਦੱਸਦਾ। ਠੀਕ ਹੈ। ਹੁਣ ਉਹਦਾ ਕਾਰਨ ਇੱਕ ਇਹ ਹੈਗਾ ਵੀ ਮੈਂ ਥੋੜਾ, ਤੁਹਾਨੂੰ ਪਤਾ ਸੀਗਾ ਵੀ ਘਰੇ ਜੋ ਪ੍ਰੋਬਲਮ ਸੀਗੀ, ਥੋੜਾ ਜਿਹਾ ਮਿਸ ਹੈਪਨਿੰਗ ਹੋ ਗਈ ਸੀ, ਉਹਦੇ ਕਰਕੇ ਮੈਂ ਵੀ ਬਿਜ਼ੀ ਸੀਗਾ ਬਹੁਤ ਜ਼ਿਆਦਾ। ਤੇ ਬੱਚੇ ਮੈਨੂੰ ਅਪਰੋਚ ਕਰ ਰਹੇ ਸੀ ਵਾਰ-ਵਾਰ MCQ ਲੈਣ ਵਾਸਤੇ, ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿ ਰਿਹਾ ਸੀਗਾ ਬਈ MS ਵਰਡ, ਐਕਸਲ, ਪਾਵਰ ਪੁਆਇੰਟ ਦੀਆਂ ਜਿਹੜੀਆਂ ਮੈਂ ਕਰਵਾਈਆਂ ਹੋਈਆਂ ਤੁਹਾਨੂੰ 2019 ਦੀਆਂ ਸ਼ਾਰਟਕਟ ਕੀਜ਼ ਕਰਾਈਆਂ ਹੋਈਆਂ ਪਾਵਰ ਪੁਆਇੰਟ ਵਗੈਰਾ ਦੀਆਂ 2019 ਵਾਲੀਆਂ, ਉਹ ਪੜ੍ਹ ਲਓ ਵਾਰ-ਵਾਰ। ਬਟ ਬੱਚੇ ਫਿਰ ਵੀ ਬੱਚਿਆਂ ਨੂੰ ਹੁੰਦਾ ਚਲੋ ਯਾਰ ਪੇਟ ਦੇ ਵਿੱਚ ਕੁਝ ਲਿਆ ਜਾਵੇ, ਸ਼ਾਇਦ ਸਾਨੂੰ ਕੋਈ ਐਕਸਟਰਾ ਚੀਜ਼ ਮਿਲ ਜੂਗੀ। ਤਾਂ ਮੈਂ ਉਹਨਾਂ ਨੂੰ ਸਪੈਸ਼ਲ ਸਮਝਾ ਰਿਹਾ ਸੀਗਾ। ਤੇ ਫਿਰ ਜਦੋਂ ਐਗਜ਼ਾਮ ਦਾ ਰਿਵਿਊ ਪਾਉਣ ਦਾ ਟਾਈਮ ਵੀ ਨਹੀਂ ਸੀਗਾ ਮੇਰੇ ਕੋਲੇ, ਤੇ ਮੈਂ ਸਿਰਫ ਇੱਕ ਨਾ, ਜ਼ਿਆਦਾ ਨਹੀਂ ਕਿਉਂਕਿ ਮੇਰੇ ਕੋਲ ਤਾਂ ਬਹੁਤ ਆਏ ਸਕਰੀਨਸ਼ਾਟ, ਬਟ ਮੈਂ ਇੱਕ ਦੋ ਸ਼ੇਅਰ ਕਰਤੇ। ਉਹਦਾ ਕਾਰਨ ਇਹ ਸੀਗਾ, ਉਹ ਸ਼ੇਅਰ ਮੈਂ ਕਿਉਂ ਕੀਤੇ ਦੇਖੋ। ਇੱਕ ਸਕਰੀਨਸ਼ਾਟ ਹੋਰ ਸੀਗਾ, ਇੱਕ ਸਕਰੀਨਸ਼ਾਟ ਇਹ ਸੀਗਾ। ਇਹ ਮੇਰਾ ਸ਼ੇਅਰ ਕਰਨ ਦਾ ਮਤਲਬ ਇਹ ਸੀਗਾ ਕਿ ਜਿਹੜੀ ਆਹ ਵੀਡੀਓ ਹੈਗੀਆਂ ਭਾਈ MS ਐਕਸਲ ਪਾਵਰ ਪੁਆਇੰਟ ਦੀਆਂ 2019 ਦੀਆਂ, ਇਹ ਦੇਖੋ, ਕਿਉਂਕਿ ਦੇਖੋ ਮੈਂ ਪੇਪਰ ਦੇਣ ਨਹੀਂ ਜਾਂਦਾ ਗਾ। ਪੇਪਰ ਦੇਣ ਤੁਸੀਂ ਜਾਂਦੇ ਹੋ, ਤੁਸੀਂ ਆ ਕੇ ਮੈਨੂੰ ਰਿਵਿਊ ਦੇਣੇ ਆ, ਤੇ ਤੁਸੀਂ ਅੱਗੇ ਆਉਣ ਵਾਲੇ ਜਿਹੜੀ ਸ਼ਿਫਟਾਂ ਦੇ ਵਿੱਚ ਜਿਹੜੇ ਬੱਚੇ ਜਾ ਰਹੇ ਉਹਨਾਂ ਨੂੰ ਕੀ ਆ, ਗਾਈਡ ਕਰਦੇ ਹੋ। ਤਾਂ ਇੱਕ ਬੱਚਾ ਹੈ, ਕੋਈ ਵਿਕਾਸ ਪੁਆਇੰਟ ਨਾਮ ਕਰਕੇ ਇਹਨਾਂ ਦਾ ਯੂਜ਼ਰ ਨੇਮ ਹੈ। ਇਹਨਾਂ ਨੇ ਮੈਨੂੰ, ਚਲੋ ਮੈਂ ਉੱਪਰ ਵਾਲੀ ਗੱਲ ਨੂੰ ਮੈਂ ਇਗਨੋਰ ਕਰਦਾ। ਠੀਕ ਹੈ। ਚਲੋ ਨੋ ਡਾਊਟ ਬੱਚੇ ਨੇ ਤਾਰੀਫ ਕੀਤੀ ਹੈ, ਜੇ ਉਹਨੂੰ ਕੁਝ ਚੰਗਾ ਲੱਗਾ ਤਾਂ ਹੀ ਤਾਰੀਫ ਕੀਤੀ। ਮੇਰਾ ਪਾਉਣ ਦਾ ਮਕਸਦ ਸਿਰਫ ਇਹੀ ਸੀਗਾ ਕਿ ਜਿਹੜਾ 2019 ਦੀਆਂ ਸ਼ਾਰਟਕਟ ਕੀਜ਼ ਤੋਂ ਪੇਪਰ ਆ ਰਿਹਾ। ਹੁਣ ਇਹਦੇ ਵਿੱਚ ਚਲੋ ਬਹੁਤ ਸਾਰੇ ਕਮੈਂਟ ਆਏ, ਜ਼ਿਆਦਾਤਰ ਪੋਜ਼ਿਟਿਵ ਸੀਗੇ। ਇੱਕ ਕਮੈਂਟ ਨਾ ਨੈਗੇਟਿਵ ਆਇਆ, ਇੱਕ ਜਾਂ ਦੋ ਆਏ ਸੀਗੇ। ਉਹ ਇੱਕ ਕਮੈਂਟ ਜਿਹੜਾ ਨੈਗੇਟਿਵ ਆਇਆ, ਉਹਦੀ ਭਾਸ਼ਾ ਥੋੜੀ ਜਿਹੀ ਇੰਨੀ ਕੁ ਮਾੜੀ ਸੀ। ਮੈਂ ਬਸ ਇੰਨੀ ਕੁ ਕਹਿਣਾ ਚਾਹੁੰਦਾ ਵੀ ਇੱਥੇ ਸਾਡੀਆਂ ਭੈਣਾਂ ਵੀ ਪੜ੍ਹਦੀਆਂ, ਸਾਡੇ ਛੋਟੇ ਭਰਾ ਪੜ੍ਹਦੇ ਆ, ਤਾਂ ਤੁਹਾਡੇ ਘਰ ਦੇ ਵਿੱਚ ਵੀ ਬੇਟਾ ਤੁਹਾਡੀ ਮਾਂ ਹੋਊਗੀ, ਭੈਣ ਹੋਊਗੀ, ਥੋੜੀ ਜਿਹੀ ਉਸ ਲੈਂਗੁਏਜ ਨੂੰ ਓਨੇ ਕੁ ਦਾਇਰੇ 'ਚ ਰੱਖਿਆ ਕਰੋ। ਮੈਂ ਇਹ ਨਹੀਂ ਕਹਿੰਦਾ ਬੁਰਾਈ ਨਾ ਕਰੋ, ਮੈਂ ਆਪ ਕਹਿੰਦਾ ਵੀ ਮੰਨ ਲਓ ਕੋਈ ਪੇਪਰ ਦੇ ਵਿੱਚ ਕੁਝ ਆਉਂਦਾ ਹੈ, ਮੰਨ ਲਓ ਕੋਈ ਹੋ ਸਕਦਾ ਕੋਈ ਪੇਪਰ ਆਇਆ ਉਹਦੇ ਵਿੱਚ ਬਿਲਕੁਲ ਵੀ ਕੰਪਿਊਟਰ ਮੇਰੇ ਪੜ੍ਹਾਈ 'ਚ ਨਹੀਂ ਆਇਆ, ਤਾਂ ਤੁਸੀਂ ਆ ਕੇ ਮੈਨੂੰ ਰਿਵਿਊ ਦੇਣਾ ਕਿ ਸਰ ਇਹ ਚੀਜ਼ ਨਹੀਂ ਆਈ, ਤਾਂ ਹੀ ਆਪਾਂ ਉਸ ਲੈਵਲ ਨੂੰ ਕੀ ਕਰਾਂਗੇ, ਅਪ ਕਰਾਂਗੇ, ਜਾਂ ਉਹ ਕਮੀ ਪੇਸ਼ੀ ਨੂੰ ਕੀ ਕਰਾਂਗੇ, ਦੂਰ ਕਰਾਂਗੇ। ਪਰ ਉਹ ਕਹਿਣ ਦਾ ਇੱਕ ਢੰਗ ਹੁੰਦਾ, ਉਸ ਨੂੰ ਕੀ ਹੈ, ਇੱਕ ਦਾਇਰੇ ਦੇ ਵਿੱਚ ਰੱਖ ਕੇ ਬੋਲਣਾ ਹੁੰਦਾ ਹੈ। ਠੀਕ ਹੈ। ਉੱਥੇ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਸਰ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ, ਮਤਲਬ ਵਰਡਿੰਗ ਗਲਤ ਯੂਜ਼ ਕੀਤੀ ਹੋ। ਤਾਂ ਮੈਂ ਥੋੜਾ ਜਿਹਾ ਤੁਹਾਨੂੰ ਸੱਭਿਆਚਾਰਕ ਲੈਂਗੁਏਜ ਦੇ ਵਿੱਚ ਦੱਸ ਰਿਹਾ ਕਿ ਤੁਸੀਂ ਤਾਂ ਪਾ ਰਹੇ ਹੋ, ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ, ਤੁਸੀਂ ਸੇਲ ਕਰ ਰਹੇ ਹੋ, ਫਲਾਨਾ ਕਰ ਰਹੇ ਹੋ। ਉਹ ਭਾਈ ਮੈਂ ਤਾਂ ਹੈਡ ਕਾਂਸਟੇਬਲ ਦੇ ਵਿੱਚ ਮੈਂ ਕਹਿ ਹੀ ਨਹੀਂ ਰਿਹਾ ਵੀ ਨੋਟਸ ਲਓ, ਮੈਂ ਤਾਂ ਕਹਿ ਰਿਹਾ ਫ੍ਰੀ ਵਾਲੀਆਂ ਥਿਊਰੀ ਵੀਡੀਓ ਦੇਖੋ, ਥਿਊਰੀ ਤੋਂ ਹੀ ਆ ਰਿਹਾ ਹੈ। ਤੇ ਇੱਥੇ ਕਿਸੇ ਨੂੰ ਬੇਵਕੂਫ ਨਹੀਂ ਬਣਾਇਆ ਜਾ ਰਿਹਾ ਭਾਈ, ਬੇਵਕੂਫ ਅਸੀਂ ਕਿਸੇ ਨੂੰ ਨਹੀਂ ਬਣਾਉਂਦੇਗੇ, ਇੱਥੇ ਬੱਚੇ ਹੀ ਰਿਵਿਊ ਦਿੰਦੇ ਆ, ਨਾ ਤਾਂ ਕੋਈ ਅਸੀਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ। ਠੀਕ ਹੈ। ਤਾਂ ਮੈਂ ਜਸਟ ਪਾਉਣ ਦਾ ਮਕਸਦ ਇਹੀ ਹੁੰਦਾ ਭਾਈ, ਕਿਸੇ ਦੇ ਬੱਚੇ ਦਾ ਭਲਾ ਹੋ ਜਾਏ, ਕਿਸੇ ਮਾਂ ਬਾਪ ਦਾ ਪੁੱਤਰ ਧੀ ਲੱਗ ਜਾਵੇ ਜੌਬ ਤੇ। ਠੀਕ ਹੈ ਜੀ।
ਤੇ ਫਿਰ ਮੈਂ ਹੁਣ ਜ਼ਿਆਦਾ ਨਾ ਬੈਂਸ ਬੂੰਸ ਜੀ ਨਹੀਂ ਚੱਕਰ 'ਚ ਪੈਣਾ ਚਾਹੁੰਦਾ ਤੇ ਮੈਂ ਹੁਣ ਬਸ ਰਿਮੂਵ ਕਰ ਦਿੰਦਾ ਹੁਣ ਨਾ ਕਮੈਂਟ। ਉਹਦਾ ਕਾਰਨ ਇਹ ਹੈ ਕਿ ਇੱਥੇ ਬਥੇਰੇ ਛੋਟੇ ਬੱਚੇ ਵੀ ਹੈਗੇ ਜਿਨ੍ਹਾਂ ਤੇ ਮਾੜਾ ਅਸਰ ਪੈਂਦਾ ਹੈ। ਤਾਂ ਬਸ ਮੇਰੀ ਇੱਕ ਬੇਨਤੀ ਹੈ ਕਿ ਦਾਇਰੇ ਦੇ ਵਿੱਚ ਰਹਿ ਕੇ ਕਮੈਂਟ ਕਰਿਆ ਕਰੋ, ਹੋਰ ਕੁਝ ਨਹੀਂ। ਠੀਕ ਹੈ, ਤੇ ਚਲੋ ਸਟਾਰਟ ਕਰਦੇ ਹਾਂ ਜੀ ਆਪਾਂ ਅੱਜ ਦੀ ਵੀਡੀਓ। ਵੀਡੀਓ ਬਹੁਤ ਵਧੀਆ ਰਹਿਣ ਲੱਗੀ ਹੈ। ਮੈਂ ਜਿਹੜੇ ਬੱਚਿਆਂ ਦਾ ਪੇਪਰ ਕੱਲ ਹੈਗਾ ਚਾਹੇ ਫਾਸਟ ਕਰਕੇ ਦੇਖ ਲਿਓ, ਪਰ ਸਕਿਪ ਨਾ ਕਰਿਓ, ਫਾਸਟ ਕਰ ਲਿਓ, ਸਕਿਪ ਨਾ ਕਰਿਓ। ਦਾ ਕਾਰਨ ਕੀ ਹੈ, ਕੱਲਾ ਕੱਲਾ ਕੁਐਸਚਨ ਬੜਾ ਤੁਹਾਨੂੰ ਮਾਇਨੇ ਰੱਖਦਾ ਹੈ। ਹੁਣ ਦੇਖੋ ਸੇਮ ਆਹੀ ਲੈਵਲ ਆਊਗਾ, ਸਟੇਟਮੈਂਟ ਬੇਸ ਕੁਐਸਚਨ ਆਉਣਗੇ। ਆਪਾਂ ਪਹਿਲਾ ਕੁਐਸਚਨ ਪੜ੍ਹਦੇ ਹਾਂ। ਦੇਖੋ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸਟੋਰੇਜ ਟਾਈਪ ਰਿਲੇਟਿਵ ਸਪੀਡ ਇਜ਼ ਕਰੈਕਟ। ਸਪੀਡ ਦੀ ਗੱਲ ਕਰ ਰਿਹਾ। ਠੀਕ ਹੈ, 1 ਮਿੰਟ ਮੈਂ ਕਲਰ ਚੇਂਜ ਕਰ ਲਾਂ, ਕਈ ਵਾਰ ਬੱਚੇ ਕਹਿ ਦਿੰਦੇ ਸਰ ਵੀ ਇੰਕ ਦਾ ਕਲਰ ਨਹੀਂ ਸਾਰਾ ਸਹੀ ਹੁੰਦਾ। ਤਾਂ 1 ਮਿੰਟ ਬਸ ਮੈਂ ਥੋੜਾ ਜਿਹਾ ਹਨਾ, ਗੱਲ ਕੀ ਕਹਿ ਰਹੇ ਰਾਜੇ, ਸਪੀਡ ਦੀ ਗੱਲ ਕਰ ਰਹੇ ਆ। ਸਪੀਡ ਦੇ ਉੱਪਰ ਆਪਾਂ ਕੀ ਜਿਹੜੀਆਂ ਦੋ ਸਟੇਟਮੈਂਟ ਦਿੱਤੀਆਂ ਉਹਨਾਂ ਨੂੰ ਚੈੱਕ ਕਰਨਾ ਹੈ। ਤਾਂ ਪਹਿਲੀ ਗੱਲ ਕੀ ਕਹਿੰਦਾ ਜੀ, ਉਹ ਕਹਿੰਦਾ ਰਜਿਸਟਰ ਕੀ ਹੁੰਦਾ ਜੀ, ਫਾਸਟੈਸਟ ਹੁੰਦਾ ਹੈ। ਤਾਂ ਬਿਲਕੁਲ ਰਾਈਟ ਹੈ, ਤੁਹਾਨੂੰ ਮੈਂ ਕਰਵਾਇਆ ਹੋਇਆ ਬੇਟੇ। ਸਭ ਤੋਂ ਜੇ ਫਾਸਟ ਦੀ ਗੱਲ ਕਰੀਏ, ਸਭ ਤੋਂ ਜੇ ਮੰਨ ਲਓ ਕਿ ਮੈਂ ਅਸੈਸ ਟਾਈਮ ਦੀ ਗੱਲ ਕਰਾਂ, ਸਭ ਤੋਂ ਫਾਸਟ ਕਿਹੜਾ ਹੁੰਦਾ ਜੀ, ਸਭ ਤੋਂ ਫਾਸਟ ਹੁੰਦਾ ਜੀ ਰਜਿਸਟਰ। ਉਸ ਤੋਂ ਫਾਸਟ ਕੌਣ ਹੁੰਦਾ ਜੀ, ਕੈਸ਼ੇ ਮੈਮਰੀ। ਫਿਰ ਠੀਕ ਹੈ ਜੀ, ਫਾਸਟ ਕੌਣ ਹੁੰਦਾ ਜੀ, ਰੈਮ। ਉਸ ਤੋਂ ਬਾਅਦ ਫਾਸਟ ਕੌਣ ਹੁੰਦਾ ਜੀ, ਹਾਰਡ ਡਿਸਕ। ਕਹਿਣ ਦਾ ਭਾਵ ਇਹ ਹੈ ਜੀ ਤੁਹਾਡੀ, ਠੀਕ ਹੈ, ਹਾਇਰਾਰਕੀਕਲ ਮੈਨਰ ਦੇ ਵਿੱਚ ਇਹ ਰਜਿਸਟਰ ਸਭ ਤੋਂ ਫਾਸਟ ਹੁੰਦਾ ਹੈ। ਤਾਂ ਇਹ ਬਿਲਕੁਲ ਠੀਕ ਹੈ ਜੀ, ਰਜਿਸਟਰ ਫਾਸਟ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਕਹਿੰਦਾ ਸੈਕੰਡਰੀ ਮੈਮਰੀ ਦੀ, ਸੈਕੰਡਰੀ ਸਟੋਰੇਜ ਦੀ, ਜਿਹਦੇ ਵਿੱਚ ਆਪਣੀਆਂ ਹਾਰਡ ਡਿਸਕ ਆ ਜਾਂਦੀਆਂ, CD DVD ਆ ਜਾਂਦੀਆਂ, ਤਾਂ ਇਹ ਮੋਡਰੇਟ ਹੁੰਦਾ ਹੈ। ਤਾਂ ਕਹਿਣ ਦਾ ਭਾਵ ਇਹ ਦੋਨੇ ਠੀਕ ਹੈ ਜੀ, ਦੋਨੇ ਹੀ ਠੀਕ ਨੇ ਸਟੇਟਮੈਂਟ। ਤਾਂ ਆਨਸਰ ਕੀ ਆ ਜਾਊਗਾ ਆਪਣਾ, ਬੋਥ 1 ਐਂਡ 2। ਬੋਥ 1 ਐਂਡ 2 ਕੀ ਆ ਜਾਊਗਾ ਆਪਣਾ ਆਨਸਰ ਆ ਜਾਊਗਾ। ਚਲੋ ਚੱਲੀਏ ਜੀ, ਆਪਾਂ ਨੈਕਸਟ ਮੂਵ ਕਰਦੇ ਹਾਂ। ਕਹਿੰਦਾ ਜਿਹੜਾ MS ਐਕਸਲ 2019, ਮੈਂ ਵਾਰ-ਵਾਰ ਕਹਿ ਰਿਹਾ ਐਕਸਲ 2019, ਵਰਡ 2019 ਤੇ ਪਾਵਰ ਪੁਆਇੰਟ 2019 ਪੜ੍ਹ ਕੇ ਜਾਇਓ ਪਲੀਜ਼। ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਫੰਕਸ਼ਨ ਟਾਈਪ ਇਜ਼ ਕਰੈਕਟ। ਹੁਣ ਫੰਕਸ਼ਨ ਟਾਈਪ ਪੁੱਛਦਾ ਹੈ। ਫੰਕਸ਼ਨ ਮੈਂ ਸਾਰੇ ਕਰਵਾਏ ਹੋਏ ਆ, ਪਰ ਇੱਥੇ ਥੋੜਾ ਜਿਹਾ ਲੈਵਲ ਆ ਰਿਹਾ ਵੱਖਰੇ ਕਿਸਮ ਦਾ। ਤਾਂ ਕੁਝ ਅਜਿਹੇ ਫੰਕਸ਼ਨ ਨੇ ਜਿਹੜੇ ਆਪਾਂ ਕਦੇ ਯੂਜ਼ ਵੀ ਨਹੀਂ ਕਰਦੇ, ਜਿਹੜੇ ਬੜੇ ਯੂਜ਼ਲੈਸ ਨੇ, ਬਟ ਇਹ ਹੁਣ ਪਤਾ ਨਹੀਂ ਕਿਉਂ ਪਾ ਰਹੇ, ਮੈਨੂੰ ਇਹ ਗੱਲ ਦੀ ਸਮਝ ਨਹੀਂ ਹੈਗੀ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਜੀ, ਪਹਿਲਾਂ ਆਹ ਫੰਕਸ਼ਨ ਦੇਖਦੇ ਹਾਂ। ਇਹ ਤੁਹਾਨੂੰ ਮੈਂ ਕਰਵਾਇਆ ਹੋਇਆ ਨਾਓ। ਨਾਓ ਕਾਹਦੇ ਵਾਸਤੇ ਯੂਜ਼ ਕਰਦੇ ਹਾਂ ਆਪਾਂ, ਡੇਟ ਐਂਡ ਟਾਈਮ ਇਨਸਰਟ ਕਰਨ ਵਾਸਤੇ। ਨਾਓ ਨੂੰ ਆਪਾਂ ਯੂਜ਼ ਕਿਵੇਂ ਕਰਦੇ ਹਾਂ, ਨਾਓ ਫੰਕਸ਼ਨ ਨੂੰ ਆਪਾਂ ਇਦਾਂ ਐਕਸਲ ਦੇ ਵਿੱਚ ਯੂਜ਼ ਕਰਦੇ ਹਾਂ ਡੇਟ ਐਂਡ ਟਾਈਮ ਨੂੰ ਇਨਸਰਟ ਕਰਨ ਵਾਸਤੇ। ਟੂਡੇ ਆਪਾਂ ਯੂਜ਼ ਕਰਦੇ ਹਾਂ ਓਨਲੀ, ਆਪਾਂ ਕੀ ਕਰਦੇ ਹਾਂ, ਡੇਟ ਨੂੰ ਇਨਸਰਟ ਕਰਨ ਵਾਸਤੇ। ਤਾਂ ਇਹ ਕਹਿਣ ਦਾ ਭਾਵ ਕਿ ਆਹ ਫੰਕਸ਼ਨ ਤਾਂ ਹੈਗਾ ਜੀ ਬਿਲਕੁਲ ਰਾਈਟ। ਹੁਣ ਗੱਲ ਕਰਦੇ ਹਾਂ ਜੀ NPER। ਇਹ ਆਪਾਂ ਨਾ ਤਾਂ ਕਦੇ ਸੁਣਿਆ ਤੇ ਨਾ ਹੀ ਕਦੇ ਵਰਤਿਆ। ਹੁਣ ਇਹ ਇੱਥੇ ਪੰਗਾ ਪੈ ਗਿਆ, ਕਿਉਂਕਿ ਓਨਲੀ 1 ਵੀ ਆ ਸਕਦਾ, ਓਨਲੀ 2 ਵੀ ਆ ਸਕਦਾ, ਨਾਈਦਰ 1 ਨੋਟ 2 ਵੀ ਆ ਸਕਦਾ, ਬੋਥ 1 ਐਂਡ 2 ਵੀ ਆ ਸਕਦਾ। ਹੁਣ ਪੰਗੇ 'ਚ ਪੈ ਗਏ, ਤਾਂ ਇੱਥੇ ਬਹੁਤ ਚੱਕਰ ਪੈਂਦਾ। ਇੱਥੇ ਆ ਕੇ ਬਹੁਤ ਚੱਕਰ ਪੈਂਦਾ। ਤਾਂ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੀ ਪਹਿਲੀ ਸਟੇਟਮੈਂਟ ਗਲਤ ਹੈ। ਜਿਹੜਾ ਇਹ ਹੈਗਾ ਰਾਜੇ NPER, ਜਿਹੜਾ NPER ਹੈਗਾ ਤੁਹਾਡਾ ਇੱਕ ਫਾਈਨੈਂਸ਼ੀਅਲ ਫੰਕਸ਼ਨ ਹੈ। ਫਾਈਨਾਂਸ ਦੇ ਵਿੱਚ ਵਰਤਿਆ ਜਾਂਦਾ। ਆਪਾਂ ਐਂ ਕਹਿ ਸਕਦੇ ਹਾਂ ਇਹ ਹੈ ਕੀ ਰਾਜੇ, ਆਪਣਾ ਇੱਕ ਫਾਈਨੈਂਸ਼ੀਅਲ, ਠੀਕ ਹੈ ਜੀ, ਇਹ ਆਪਣਾ ਇੱਕ ਫਾਈਨੈਂਸ਼ੀਅਲ ਕੀ ਹੈ ਜੀ, ਫੰਕਸ਼ਨ ਹੈ। ਇਹ ਕਾਹਦੇ 'ਚ ਵਰਤਿਆ ਜਾਂਦਾ, ਜਿਵੇਂ ਮੰਨ ਲਓ ਕੋਈ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਜਾਂ ਕੋਈ ਲੋਨ ਦੀ ਕੋਈ ਤੁਹਾਡੀ ਕਿਸ਼ਤ ਹੈਗੀ ਆ, ਉਹ ਟਾਈਮ ਪੀਰੀਅਡ ਚੈੱਕ ਕਰਨ ਵਾਸਤੇ ਵਰਤਿਆ ਜਾਂਦਾ ਹੈ। ਕਹਿਣ ਦਾ ਭਾਵ ਕਿ ਇਹ ਇੱਥੇ ਗਲਤ ਹੋ ਗਿਆ, ਮੈਥ ਤੇ ਟ੍ਰਿਗਨੋਮੈਟਰੀ ਦੇ ਵਿੱਚ ਯੂਜ਼ ਨਹੀਂ ਹੁੰਦਾ। ਹੁਣ ਤੁਸੀਂ ਇਹਦਾ ਈਜ਼ੀਲੀ ਆਨਸਰ ਲਗਾ ਸਕਦੇ ਹੋ। ਇਹਦਾ ਆਨਸਰ ਕੀ ਬਣੂਗਾ ਜੀ, ਓਨਲੀ 2। ਕੱਲਾ 2 ਵਾਲਾ ਕੀ ਹੈ, ਰਾਈਟ ਹੈ। ਇਸ ਤਰ੍ਹਾਂ ਦੇ ਕੁਐਸਚਨ ਆਉਣਗੇ। ਮੇਰਾ ਕਹਿਣ ਦਾ ਭਾਵ ਤੁਹਾਨੂੰ ਮੈਂ ਤਾਂ ਜਾਣਕਾਰੀ ਦੇ ਰਿਹਾ ਵੀ ਕੁਐਸਚਨ ਬਿਲਕੁਲ ਸੇਮ ਐਵੇਂ ਆਉਣਗੇ। ਥੋੜਾ ਜਿਹਾ ਆਪਾਂ ਨੂੰ ਥਿਊਰੀ ਪੜ੍ਹਨੀ ਪਊਗੀ, ਥਿਊਰੀ ਦੇ ਉੱਪਰ ਫੋਕਸ ਕਰੋ ਭਾਈ, ਵਾਰ-ਵਾਰ ਮੈਂ ਕਹਿ ਰਿਹਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਸਾਈਬਰ ਸਿਕਿਉਰਿਟੀ ਦੇ ਵਿੱਚ ਕਹਿੰਦਾ ਵੀ ਇੱਕ ਟਰਮ ਯੂਜ਼ ਕਰਦੇ ਆ CIA। ਠੀਕ ਹੈ ਜੀ, ਤਾਂ ਆਪਾਂ ਨੂੰ ਉਹਦੀ ਜਸਟ ਫੁੱਲ ਫਾਰਮ ਦੱਸਣੀ ਹੈ ਵੀ CIA ਦੀ ਫੁੱਲ ਫਾਰਮ ਹੈ ਕੀ ਹੈ। ਇਹ ਵੀ ਥੋੜਾ ਜਿਹਾ ਹਾਈ ਲੈਵਲ ਦਾ ਕੁਐਸਚਨ ਹੈਗਾ, ਪਰ ਆਪਾਂ ਨੂੰ ਯਾਦ ਕਰ ਲਈਏ। ਮੈਂ ਵਾਰ-ਵਾਰ ਤਾਂ ਕਰਵਾ ਰਿਹਾ, ਪੇਪਰ 'ਚ ਰਿਪੀਟ ਹੀ ਹੋ ਰਿਹਾ। ਜਿਹੜੇ ਸਬ ਇੰਸਪੈਕਟਰ 'ਚ ਕੁਐਸਚਨ ਰਿਪੀਟ ਹੋਏ ਸੀਗੇ, ਆਏ ਸੀਗੇ, ਉਹ ਇੰਟੈਲੀਜੈਂਸ ਦੇ ਵਿੱਚ ਰਿਪੀਟ ਹੋਏ ਆ। ਤਾਂ CIA ਤੋਂ ਕੀ ਮਤਲਬ ਹੈ ਰਾਜੇ, ਇਹਦਾ ਰਾਈਟ ਆਨਸਰ ਹੈਗਾ ਜੀ ਕੌਨਫੀਡੈਂਸ਼ਲੀ, ਇੰਟੀਗ੍ਰਿਟੀ ਤੇ ਅਵੇਲੇਬਿਲਿਟੀ। ਇਹ ਕੀ ਹੈ, ਇਹਦਾ ਰਾਈਟ ਆਨਸਰ ਹੈ। ਤਾਂ ਯਾਦ ਰੱਖ ਲਿਓ, ਠੀਕ ਹੈ, ਯਾਦ ਰੱਖ ਲਿਓ। ਛੋਟਾ ਛੋਟਾ ਫਰਕ ਪਾਇਆ ਹੋਇਆ ਉਹਨਾਂ ਨੇ, ਛੋਟਾ ਛੋਟਾ ਗਲਤ ਲਿਖਿਆ, ਜਿਵੇਂ ਐਡਮਿਨਿਸਟ੍ਰੇਸ਼ਨ ਲਿਖਤਾ ਇੱਥੇ, ਠੀਕ ਹੈ ਜੀ, ਇੱਥੇ ਇੰਟਰਨੈਟ ਲਿਖਤਾ ਜੀ, ਠੀਕ ਹੈ ਜੀ। ਤਾਂ ਬਸ ਇਹਦੇ ਵਿੱਚ ਫਰਕ ਪਾਊਗਾ, ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਇਹਨੂੰ ਅਟੈਂਪਟ ਕਰ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਆਨਲਾਈਨ ਓਪਨ ਕੋਰਸਵੇਅਰ ਪਲੇਟਫਾਰਮ ਹੈਵ ਇੰਟੀਗਰਲ ਫੀਚਰ ਆਫ ਦਾ ਸੋਸ਼ਲ ਨੈਟਵਰਕਿੰਗ। ਕਹਿਣ ਦਾ ਭਾਵ ਕੀ ਹੈ ਨਾ, ਆਨਲਾਈਨ ਪਲੇਟਫਾਰਮ ਹੁੰਦੇ ਆ ਜਿੱਥੇ ਆਪਾਂ ਕੋਈ ਮੰਨ ਲਓ ਕੋਈ ਫੀਚਰ ਆਪਾਂ ਨੂੰ ਮਿਲਦਾ ਹੈ, ਜਾਂ ਉੱਥੇ ਕੋਈ ਆਨਲਾਈਨ ਆਪਾਂ ਕੋਈ ਕੋਰਸ ਪ੍ਰੋਵਾਈਡ ਕਰਦੇ ਆ, ਕੋਈ ਆਪਾਂ ਟੀਚਿੰਗ ਵਗੈਰਾ ਕਰਦੇ ਆ, ਕੋਈ ਸਿੱਖਦੇ ਆ ਆਨਲਾਈਨ ਕੋਰਸ। ਤਾਂ ਜਿਹੜੇ ਆ ਸਾਰੇ ਹੈਗੇ ਭਾਈ ਇੰਡੀਆ ਦੇ ਵਿੱਚ ਯੂਜ਼ ਤਾਂ ਹੁੰਦੇ ਨਹੀਂ। ਹੁਣ ਮੈਨੂੰ ਨਹੀਂ ਪਤਾ ਕਿਉਂ ਪੁੱਛੀ ਜਾ ਰਹੇ ਇਹ, ਠੀਕ ਆ, ਜਦ ਕਿ ਪੇਪਰ ਤਾਂ ਆਪਣੇ ਪੰਜਾਬ ਦਾ ਹੋ ਰਿਹਾ ਜਾਂ ਇੰਡੀਆ ਦਾ ਹੋ ਰਿਹਾ। ਤਾਂ ਜਿਹੜਾ ਹੁਣ ਦੇਖੋ, ਜਿਹੜਾ ਫਸਟ ਹੈਗਾ ਕੋਰਸੀਰਾ, ਇਹ ਕੀ ਆ, ਅਮਰੀਕਾ ਦਾ ਹੈ।
ਇੱਕ ਅਮਰੀਕਾ ਦਾ ਕੀ ਹੈ, ਇੱਕ ਕੰਪਨੀ ਹੈ, ਅਮਰੀਕਨ ਕੰਪਨੀ ਹੈ, ਉਹ ਕੀ ਕਰਦੀ ਹੈ ਆਪਾਂ ਨੂੰ ਆਨਲਾਈਨ ਕੋਰਸ ਪ੍ਰੋਵਾਈਡਰ ਕਰਦੀ ਹੈ, ਠੀਕ ਹੈ, ਉਹਦੇ ਵਾਸਤੇ ਆ। ਤੇ ਇਹ ਲਗਭਗ ਮੈਨੂੰ ਲੱਗਦਾ ਵੀ 2012 ਦੇ ਵਿੱਚ ਬਣਾਇਆ ਗਿਆ ਸੀਗਾ, ਫਾਊਂਡ ਹੋਇਆ ਸੀਗਾ। ਉਵੇਂ ਰਾਜੇ ਉਦੂਮੀ ਹੈ, ਇਹ ਵੀ ਕੀ ਹੈ, ਇੱਕ ਅਮਰੀਕਨ ਹੈ, ਅਮਰੀਕਨ ਹੈ, ਤੇ 2010 ਦੇ ਵਿੱਚ ਹੋਇਆ ਸੀਗਾ। ਇਹ ਜਿਹੜਾ ਫਿਊਚਰ ਲਰਨ ਹੈਗਾ, ਇਹ ਕੀ ਹੈਗਾ ਜੀ, ਬ੍ਰਿਟਿਸ਼ ਦਾ ਹੈ। ਇਹ ਹੈਗਾ ਜੀ ਬ੍ਰਿਟਿਸ਼ ਹੈ, ਇਹ ਬ੍ਰਿਟਿਸ਼ ਡਿਜੀਟਲ ਐਜੂਕੇਸ਼ਨ ਪਲੇਟਫਾਰਮ ਹੈ, 2012 ਦੇ ਵਿੱਚ ਬਣਿਆ ਸੀਗਾ। ਕਹਿਣ ਦਾ ਭਾਵ ਸਾਰੇ ਕੀ ਹੈਗੇ ਨੇ ਤੁਹਾਡੇ, ਇਹ ਆਨਲਾਈਨ ਪਲੇਟਫਾਰਮ ਨੇ, ਠੀਕ ਹੈ ਜੀ, ਆਨਲਾਈਨ ਕੋਰਸਵੇਅਰ ਨੇ ਸਾਰੇ। ਤਾਂ ਇੱਥੇ ਆਨਸਰ ਕੀ ਬਣ ਜਾਊਗਾ ਆਪਣਾ ਜੀ, ਇੱਥੇ ਆਪਣਾ ਆਨਸਰ ਬਣ ਜਾਊਗਾ ਜੀ 1 2 ਐਂਡ 3, ਠੀਕ ਹੈ। ਤਾਂ ਥੋੜਾ ਜਿਹਾ ਹਾਈ ਲੈਵਲ ਦਾ ਕੁਐਸਚਨ ਸੀਗਾ, ਬਟ ਇਹ ਆ ਵੀ ਬੇਤੁਕਾ ਕੁਐਸਚਨ ਸੀਗਾ। ਅੱਗੇ ਗੱਲ ਕਰਦੇ ਹਾਂ, ਦੇਖੋ ਆ ਗਿਆ, ਇਹ ਸਭ ਕੁਝ ਕਰਾਇਆ ਹੋਇਆ ਤੁਹਾਨੂੰ। ਕਹਿੰਦਾ ਵੀ 2019 ਦੇ ਵਿੱਚ ਪਾਵਰ ਪੁਆਇੰਟ ਦੀ ਗੱਲ ਕਰ ਰਿਹਾ। ਕਹਿੰਦਾ ਵਿਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਓਪਨ ਐਂਡ ਰਿਪਲੇਸ ਡਾਇਲੌਗ ਬਾਕਸ। ਤਾਂ ਬਹੁਤ ਵਾਰੀ ਕਰਾਇਆ ਔਰ ਬਹੁਤ ਵਾਰੀ ਪੁੱਛਿਆ ਜਾਂਦਾ। ਇਹਦਾ ਰਾਈਟ ਆਨਸਰ ਬਣਦਾ ਜੀ ਕੰਟਰੋਲ ਪਲੱਸ ਐਚ। ਕੰਟਰੋਲ ਪਲੱਸ ਐਚ ਕੀ ਬਣਦਾ, ਰਾਈਟ ਆਨਸਰ ਹੈ ਜੀ। ਤੇ ਇਹ ਕੰਟਰੋਲ ਪਲੱਸ ਐਫ ਕੱਲਾ ਜੇ ਆਪਾਂ ਕਰਾਂਗੇ ਤਾਂ ਕੱਲਾ ਕਿਹੜਾ, ਫਾਈਂਡ ਡਾਇਲੌਗ ਬਾਕਸ ਆ ਜਾਊਗਾ। ਕੰਟਰੋਲ ਪਲੱਸ ਡੀ ਕਰ ਦਾਂਗੇ ਜੀ, ਕੀ ਆ ਜਾਊਗਾ ਆਪਣਾ, ਕੰਟਰੋਲ ਪਲੱਸ ਡੀ ਕਰ ਦਾਂਗੇ ਤਾਂ ਫਾਊਂਡ ਡਾਇਲੌਗ ਬਾਕਸ ਓਪਨ ਹੋ ਜਾਊਗਾ, ਠੀਕ ਹੈ। ਤਾਂ ਸਾਰੇ ਯਾਦ ਰੱਖਣੇ ਨੇ ਰਾਜੇ, ਤੁਸੀਂ ਸਾਰੇ ਹੀ ਯਾਦ ਰੱਖਣੇ ਨੇ। ਕੰਟਰੋਲ ਐਚ ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਜਨਰੇਸ਼ਨ ਤੋਂ ਵੀ ਕੁਐਸਚਨ ਬਹੁਤ ਪੁੱਛੇ ਜਾ ਰਹੇ ਆ। ਤਾਂ ਲਾਸਟ ਤੇ ਮੈਂ ਟੌਪਿਕ ਦੱਸ ਕੇ ਜਾਊਂਗਾ, ਪਲੀਜ਼ ਜਰੂਰ ਉਦੋਂ ਤੁਸੀਂ ਲਾਸਟ ਤੇ ਸਕਿਪ ਨਾ ਕਰਿਓ। ਵਿਚ ਜਨਰੇਸ਼ਨ ਕਹਿੰਦਾ ਡਿਵੈਲਪਮੈਂਟ ਐਂਡ ਇੰਟਰੋਡਕਸ਼ਨ ਆਫ ਦਾ ਮਿਨੀ ਕੰਪਿਊਟਰ। ਤਾਂ ਮਿਨੀ ਕੰਪਿਊਟਰ ਕਿਹੜੀ ਜਨਰੇਸ਼ਨ ਦੇ ਵਿੱਚ ਆਏ, ਠੀਕ ਹੈ ਜੀ। ਹੁਣ ਬੜਾ ਭੁਲੇਖਾ ਪੈਂਦਾ, ਤੁਸੀਂ ਗੂਗਲ ਸਰਚ ਕਰਨ ਬੈਠ ਜਾਂਦੇ ਹੋ, ਉੱਥੇ ਅਲੱਗ-ਅਲੱਗ ਤੁਹਾਨੂੰ ਚੀਜ਼ਾਂ ਮਿਲਣਗੀਆਂ। ਤਾਂ ਕਦੇ ਵੀ ਇਹ ਜੀ ਚੀਜ਼ਾਂ ਗੂਗਲ ਤੇ ਸਰਚ ਨਾ ਕਰਿਆ ਕਰੋ, ਅਲੱਗ-ਅਲੱਗ ਸੋਰਸ ਹੁੰਦਾ, ਅਲੱਗ-ਅਲੱਗ ਸੋਰਸ ਤੋਂ ਅਲੱਗ-ਅਲੱਗ ਕੀ ਇਨਫੋਰਮੇਸ਼ਨ ਮਿਲੂਗੀ। ਤਾਂ ਤੁਸੀਂ ਵੈਸੇ ਯਾਦ ਰੱਖਣਾ, ਇਹਦਾ ਫੋਰਥ ਵੀ ਬਣ ਸਕਦਾ, ਥਰਡ ਵੀ ਬਣ ਸਕਦਾ, ਪਰ ਜਿਹੜਾ ਰਾਈਟ ਆਨਸਰ ਜਿਹੜਾ ਮੋਰ, ਠੀਕ ਹੈ ਜੀ, ਸੂਟੇਬਲ ਹੈ, ਉਹ ਹੈਗੀ ਹੈ ਜੀ ਥਰਡ ਜਨਰੇਸ਼ਨ। ਥਰਡ ਜਨਰੇਸ਼ਨ ਦੇ ਵਿੱਚ ਲਗਭਗ ਮਿਨੀ ਕੰਪਿਊਟਰ ਆਉਣੇ ਸ਼ੁਰੂ ਹੋ ਗਏ ਸੀਗੇ, ਠੀਕ ਹੈ। ਕਿਉਂਕਿ ਆਈਸੀ ਦੀ ਹੋ ਗਈ ਸੀਗੀ, ਆਈਸੀ ਦੀ ਇਨਵੈਂਸ਼ਨ ਹੋ ਗਈ ਸੀ, ਆਈਸੀ ਤੋਂ ਹੀ ਕੀ ਬਣਨ ਲੱਗ ਗਏ ਸੀਗੇ, ਸਰਕਟ ਛੋਟੇ ਹੋਣੇ ਸ਼ੁਰੂ ਹੋ ਗਏ ਸੀਗੇ। ਤਾਂ ਉੱਥੇ ਮਿਨੀ ਕੰਪਿਊਟਰ ਆਉਣੇ ਸ਼ੁਰੂ ਹੋ ਗਏ ਸੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਕਹਿੰਦਾ ਅੱਛਾ ਜੀ, ਪ੍ਰਿੰਟਰ ਵਾਲੀ ਵੀਡੀਓ ਵੀ ਜ਼ਰੂਰ ਦੇਖਣੀ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਦਾ ਡਰਮ ਪ੍ਰਿੰਟਰ। ਤਾਂ ਡਰਮ ਪ੍ਰਿੰਟਰ ਬਾਰੇ ਕਹਿੰਦਾ ਵੀ ਕਿਹੜੀ ਸਟੇਟਮੈਂਟ ਕੀ ਹੈ ਜੀ, ਟਰੂ ਹੈ, ਠੀਕ ਹੈ, ਇਹ ਤੁਹਾਨੂੰ ਪੁੱਛ ਰਿਹਾ। ਅੱਛਾ ਜੀ, ਪਹਿਲੀ ਗੱਲ ਕਰਦੇ ਹਾਂ ਜੀ ਇੰਪੈਕਟ ਪ੍ਰਿੰਟਰ। ਤੇ ਇੰਪੈਕਟ ਪ੍ਰਿੰਟਰ ਤਾਂ ਇਹ ਹੁੰਦਾ ਹੈ, ਡਰਮ ਪ੍ਰਿੰਟਰ ਦਾ ਇੰਪੈਕਟ ਪ੍ਰਿੰਟਰ ਕੀ ਹੁੰਦਾ ਜੀ, ਜਿਹਦੇ ਵਿੱਚ ਕੀ ਆ, ਜਿਹੜਾ ਸਟ੍ਰਾਈਕ ਕਰਦਾ ਰਿਬਨ ਦੇ ਉੱਪਰ, ਹੈਮਰ ਜਿਹੜਾ ਸਟ੍ਰਾਈਕ ਕਰਦਾ ਰਿਬਨ ਦੇ ਉੱਪਰ। ਤੇ ਤੁਹਾਨੂੰ ਮੈਂ ਕਰਵਾਇਆ ਹੋਇਆ ਡਰਮ ਵਾਲਾ, ਕਿ ਇਦਾਂ ਦਾ ਇੱਕ ਡਰਮ ਹੁੰਦਾ ਹੈ, ਜਿਹਦੇ ਉੱਪਰ ਕੀ ਹੁੰਦੇ ਆ ਜੀ, ਅੱਖਰ ਲਿਖੇ ਹੁੰਦੇ ਆ, ਤੇ ਉਹਦੇ ਵਿੱਚ ਵੱਖਰੇ ਵੱਖਰੇ ਹੈਮਰ ਲੱਗੇ ਹੁੰਦੇ ਆ। ਇਹ ਮੈਂ ਤੁਹਾਨੂੰ ਕਰਵਾਇਆ ਹੋਇਆ। ਤਾਂ ਪਹਿਲੀ ਗੱਲ ਠੀਕ ਹੈ ਜੀ। ਦੂਜੀ ਗੱਲ ਕਰਦੇ ਆ ਜੀ, ਪੇਜ ਪ੍ਰਿੰਟਰ ਨਹੀਂ ਹੁੰਦਾ ਇਹ। ਪੇਜ ਇੱਕ ਟਾਈਮ ਤੇ ਪੇਜ ਪ੍ਰਿੰਟਰ ਉਹ ਪ੍ਰਿੰਟਰ ਹੁੰਦਾ ਜਿਹੜਾ ਇੱਕ ਟਾਈਮ ਤੇ ਇੱਕ ਪੇਜ ਪ੍ਰੋਡਿਊਸ ਕਰਦਾ ਹੈ, ਬਟ ਇਹ ਕੀ ਇੱਕ ਟਾਈਮ ਤੇ ਇੱਕ ਲਾਈਨ ਪ੍ਰੋਡਿਊਸ ਕਰਦਾ ਹੈ, ਇਹ ਲਾਈਨ ਪ੍ਰਿੰਟਰ ਹੁੰਦਾ ਹੈ। ਦੂਜੀ ਗੱਲ ਗਲਤ ਹੋ ਗਈ। ਥਰਡ ਗੱਲ ਕੀ ਕਹਿੰਦਾ ਜੀ, ਪ੍ਰੋਡਿਊਸ ਮਲਟੀਪਲ ਕਾਪੀਜ਼। ਹਾਂਜੀ, ਇਹ ਮਲਟੀਪਲ ਕਾਪੀਜ਼ ਤਾਂ ਕੱਢ ਸਕਦਾ ਹੈ। ਮਲਟੀਪਲ ਕਾਪੀਜ਼ ਹੁੰਦਾ ਵੀ ਜਿਵੇਂ ਇੱਕ ਪੇਜ ਕੱਢਤਾ ਫਿਰ ਅਗਲਾ ਪੇਜ ਕੱਢਤਾ, ਮਲਟੀਪਲ ਕਾਪੀਜ਼ ਜਨਰੇਟ ਕਰ ਸਕਦਾ। ਜਾਂ ਆਪਾਂ ਇੱਕੋ ਪੇਜ ਦੀਆਂ ਦੋ ਕਾਪੀਆਂ ਲੈਣੀਆਂ ਤਾਂ ਉਹ ਵੀ ਕੱਢ ਸਕਦਾ ਹੈ। ਤਾਂ ਕਹਿਣ ਦਾ ਭਾਵ ਇਹਦਾ ਰਾਈਟ ਆਨਸਰ ਕੀ ਬਣੂਗਾ ਜੀ, ਓਨਲੀ 1 ਐਂਡ 3rd। ਪਹਿਲੀ ਤੇ ਤੀਜੀ ਜਿਹੜੀ ਸਟੇਟਮੈਂਟ ਹੈਗੀ ਹੈ ਟਰੂ ਹੈ, ਅਦਰਵਾਈਜ਼ ਜਿਹੜੀ ਸੈਕੰਡ ਹੈਗੀ ਆ ਫਾਲਸ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਜਿਪ ਡਿਸਕ ਤੇ ਵਿਨਚੈਸਟਰ ਡਿਸਕ। ਹੁਣ ਵਿਨਚੈਸਟਰ ਡਿਸਕ ਬੇਸਿਕਲੀ ਨਾ ਇੱਕ IBM ਨੇ ਪਹਿਲਾਂ ਕੱਢੀ ਸੀ। ਐਂ ਕਹਿ ਲਓ ਵੀ ਹਾਰਡ ਡਿਸਕ ਦਾ ਕੀ ਆ, 올ਡਰ ਵਰਜ਼ਨ ਹੈ, ਹਾਰਡ ਡਿਸਕ ਹੀ ਹੁੰਦੀ ਸੀ ਉਹ, ਠੀਕ ਹੈ ਜੀ, ਵਿਨਚੈਸਟਰ ਡਿਸਕ। ਤੇ ਜਿਪ ਡਿਸਕ ਕੀ ਹੁੰਦੀ ਸੀ, ਜਿਵੇਂ ਲਾਈਕ ਫਲੋਪੀ, ਫਲੋਪੀ ਵੀ ਪੁਰਾਣੀ ਫਲੋਪੀ ਚੱਲਦੀ ਸੀਗੀ, ਉਹਦੇ ਵਾਂਗੂ ਹੀ ਹੁੰਦੀ ਸੀਗੀ। ਤਾਂ ਇਹ ਦੋਵੇਂ ਹੁਣ ਹੁੰਦੀਆਂ ਕੀ ਹੈ, ਜੇ ਦੋਨੇ ਕਿਹਦੀਆਂ ਟਾਈਪ ਹੈਗੀਆਂ ਨੇ, ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਹੈ ਜਿਹੜੀਆਂ ਮੈਗਨੈਟਿਕ ਆਪਟੀਕਲ, ਤੁਹਾਨੂੰ ਮੈਂ ਫਲੈਸ਼ ਮੈਮਰੀ ਕਰਾਈ ਹੋਈ ਹੈ। ਤਾਂ ਹਾਰਡ ਡਿਸਕ ਦੇ ਵਿੱਚ ਵੀ ਕੀ ਯੂਜ਼ ਹੁੰਦਾ ਹੈ, ਮੈਗਨੈਟਿਕ ਮੀਡੀਅਮ ਯੂਜ਼ ਹੁੰਦਾ, ਫਲੋਪੀ ਦੇ ਵਿੱਚ ਵੀ ਮੈਗਨੈਟਿਕ ਮੀਡੀਅਮ ਯੂਜ਼ ਹੁੰਦਾ। ਤਾਂ ਇਹਦਾ ਰਾਈਟ ਆਨਸਰ ਕੀ ਬਣ ਜਾਊਗਾ ਜੀ, ਇਹਦਾ ਰਾਈਟ ਆਨਸਰ ਬਣ ਜਾਊਗਾ ਮੈਗਨੈਟਿਕ ਡਿਸਕ। ਇਹ ਦੋਨੇ ਕਿਹੜੀਆਂ ਨੇ, ਮੈਗਨੈਟਿਕ ਡਿਸਕ ਨੇ, ਠੀਕ ਹੈ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਸ਼ਕਲਾਂ ਵੀ ਦਿਖਾ ਦਿੰਦਾ, ਯਾਦ ਰਹਿ ਜਾਣਗੀਆਂ। ਆ ਜਿਵੇਂ ਫਲੋਪੀ ਹੁੰਦੀ ਉਵੇਂ ਹੁੰਦੀ ਜਿਪ ਡਿਸਕ, ਆ ਤਾਂ ਹਾਰਡ ਡਿਸਕ ਹੀ ਹੈ ਤੁਹਾਡੀ, ਇਹਨੂੰ ਵਿਨਚੈਸਟਰ ਡਿਸਕ ਵੀ ਬੋਲ ਦਿੰਦੇ ਆ। ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ। ਇੱਕ ਸੈਕਿੰਡ ਜੇ ਮੈਂ ਚੈੱਕ ਕਰ ਲਾਂ ਮਾੜੀ ਜੀ ਰਿਕਾਰਡਿੰਗ, ਠੀਕ ਹੈ। ਇਹਦੇ ਵਾਸਤੇ ਭਾਈ ਬਹੁਤ ਸੌਰੀ ਹੈ, ਕਿਉਂਕਿ ਸੌਫਟਵੇਅਰ ਧੋਖਾ ਦੇ ਰਿਹਾ ਅੱਜ ਕੱਲ੍ਹ ਨਾ, ਤੇ ਮੈਨੂੰ ਐਂ ਹੁੰਦਾ ਵੀ ਮੈਂ ਇਕੱਲਾ ਹੀ ਬੋਲੀ ਜਾਂਦਾ ਰਹਿਣਾ, ਇਸ ਕਰਕੇ ਬਸ। ਨਹੀਂ ਹੁਣ ਠੀਕ ਚੱਲ ਰਿਹਾ, ਵੈਸੇ ਮੈਂ ਦੁਬਾਰਾ ਅਨਸਟਾਲ ਕਰਕੇ ਇੰਸਟਾਲ ਕੀਤਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਾਟ ਇਜ਼ ਦਾ ਯੂਨਿਟ ਆਫ ਦਾ ਐਂਪਲੀਟਿਊਡ ਆਫ ਦਾ ਐਨਾਲੌਗ ਸਿਗਨਲ। ਤਾਂ ਇਹ ਬਹੁਤ ਸੌਖਾ ਸੀਗਾ, ਐਂਪਲੀਟਿਊਡ ਦੇ ਸਿਗਨਲ ਤਾਂ ਆਪਾਂ ਨੂੰ ਵੈਸੇ ਹੀ ਪਤਾ ਹੈਗਾ, ਜੇ ਆਪਾਂ ਨਹੀਂ ਵੀ ਕੰਪਿਊਟਰ ਪੜ੍ਹਦੇ ਤਾਂ ਇਹਦੇ ਆਨਸਰ ਹੈਗਾ ਜੀ ਵੋਲਟ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਕਹਿੰਦਾ ਡੈਸ਼ ਇਜ਼ ਐਨ ਇੰਟਰਨੈਟ ਸਿਕਿਉਰਿਟੀ ਮੈਜਰ ਐਂਡ ਡੈਸ਼ ਇਜ਼ ਐਨ ਇੰਟਰਨੈਟ ਡਿਵੈਲਪਮੈਂਟ ਟੂਲ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਦੋ ਮਤਲਬ ਕਿ ਬਲੈਂਕਸ ਦਿੱਤੀਆਂ ਹੋਈਆਂ, ਆਪਾਂ ਨੂੰ ਦੋ ਬਲੈਂਕਸ ਭਰਨੀਆਂ ਨੇ। ਤਾਂ ਥੋੜਾ ਜਿਹਾ ਦੇਖੋ ਕਨਸੈਪਚੁਅਲ ਲੈਵਲ ਦਾ ਆ ਗਿਆ ਕੁਐਸਚਨ। ਕਹਿੰਦਾ ਡੈਸ਼ ਇਜ਼ ਐਨ ਇੰਟਰਨੈਟ ਸਿਕਿਉਰਿਟੀ। ਦੇਖੋ ਹੁਣ ਪਹਿਲੀ ਆਪਸ਼ਨ ਦੇ ਵਿੱਚ ਜਾਵਾ ਇੱਕ ਇੰਟਰਨੈਟ ਸਿਕਿਉਰਿਟੀ ਨਹੀਂ ਬਣ ਸਕਦੀ, ਇੱਕ ਪ੍ਰੋਗਰਾਮਿੰਗ ਲੈਂਗੁਏਜ ਹੈ।
ਠੀਕ ਹੈ। ਐਂਟੀਵਾਇਰਸ ਸੌਫਟਵੇਅਰ ਬਣ ਸਕਦਾ ਇੱਕ ਇੰਟਰਨੈਟ ਸਿਕਿਉਰਿਟੀ, ਬਟ ਇਹ ਹੈ ਕਿ ਇਹ ਬੇਸਿਕਲੀ ਇਹ ਸਿਰਫ ਆਫਲਾਈਨ ਵੀ ਕੰਮ ਕਰਦਾ, ਜ਼ਰੂਰੀ ਨਹੀਂ ਕਿ ਇੰਟਰਨੈਟ ਦੇ ਉੱਪਰ ਹੀ ਕੰਮ ਕਰੂਗਾ। ਠੀਕ ਹੈ, ਇਹ ਮਤਲਬ ਕਿ ਮੋਰ ਸੂਟੇਬਲ ਨਹੀਂ ਬਣ ਰਿਹਾ, ਅਸੈਸ ਕੰਟਰੋਲ ਸੌਫਟਵੇਅਰ ਨਹੀਂ ਬਣ ਰਿਹਾ। ਤਾਂ ਇਹਦਾ ਜਿਹੜਾ ਰਾਈਟ ਆਂਸਰ ਬਣਦਾ ਰਾਜੇ, ਉਹ ਬਣਦਾ ਥਰਡ। ਉਹਦਾ ਕਾਰਨ ਕੀ ਹੈ? ਹੁਣ ਇਹਦਾ ਕਾਰਨ ਕੀ ਤੁਹਾਨੂੰ ਮੈਂ ਇਹ ਦੱਸਦਾ। ਇਹਦਾ ਕਾਰਨ ਇਹ ਹੈਗਾ, ਜਿਹੜੀ ਫਾਇਰਵਾਲ ਹੁੰਦੀ ਹੈ ਨਾ, ਫਾਇਰਵਾਲ ਆਪਰੇਟਿੰਗ ਸਿਸਟਮ ਦੇ ਵਿੱਚ ਇੱਕ ਇਦਾਂ ਦਾ ਸਿਸਟਮ ਹੁੰਦਾ ਹੈ ਕਿ ਮੰਨ ਲਓ ਆਹ ਤੁਹਾਡਾ ਕੰਪਿਊਟਰ ਹੈ ਤੇ ਆਹ ਹੈਗਾ ਜੀ ਤੁਹਾਡਾ ਇੰਟਰਨੈਟ। ਇੰਟਰਨੈਟ ਤੋਂ ਕੋਈ ਵੀ ਫਾਈਲ ਆਉਣੀ ਹੈ, ਉਹ ਡਾਇਰੈਕਟ ਨਹੀਂ ਆਉਂਦੀ। ਉਹਦੇ ਵਿਚਕਾਰ ਕੀ ਲੱਗਾ, ਇੱਕ ਫਿਲਟਰ ਸਿਸਟਮ ਲੱਗਾ ਜਿਹਨੂੰ ਕਹਿੰਦੇ ਫਾਇਰਵਾਲ। ਇਹਨੇ ਕੀ ਕਰਨਾ, ਇਹਨੇ ਪਹਿਲਾਂ ਇਹਨੂੰ ਫਿਲਟਰ ਕਰਨਾ, ਜੇ ਤਾਂ ਇਹ ਕੰਮ ਦਾ ਹੋਇਆ, ਠੀਕ ਹੈ, ਇਹਨੂੰ ਮੋਨੀਟਰ ਕਰਨਾ, ਫਿਰ ਤਾਂ ਅੰਦਰ ਆਉਣ ਦੇ ਦੂਗੀ ਜੇ ਵਿਦਆਊਟ ਰਿਸਕ ਹੈਗੀ ਹੈ ਕੋਈ ਚੀਜ਼। ਜੇ ਰਿਸਕ ਵਾਲੀ ਹੈਗੀ ਇੱਥੇ ਮੋੜ ਦੂਗੀ ਵਾਪਸ, ਠੀਕ ਹੈ, ਬਲੌਕ ਕਰ ਦੂਗੀ ਉਹਨੂੰ। ਤਾਂ ਇਹ ਬੇਸਿਕਲੀ ਇਹ ਫਾਇਰਵਾਲ ਹੁੰਦੀ ਹੈ, ਇੱਕ ਇੰਟਰਨੈਟ ਸਿਕਿਉਰਿਟੀ ਮੇਜਰ ਵਾਸਤੇ ਵਰਤੀ ਜਾਂਦੀ ਹੈ, ਟੂਲ ਹੈ। ਐਂਡ ਕਹਿੰਦਾ ਡੈਸ਼ ਇਜ਼ ਐਨ ਇੰਟਰਨੈਟ ਡਿਵੈਲਪਮੈਂਟ ਟੂਲ। ਤਾਂ ਜਾਵਾਸਕ੍ਰਿਪਟ, ਹੁਣ ਜਾਵਾਸਕ੍ਰਿਪਟ ਕੀ ਇੱਕ ਲੈਂਗੁਏਜ ਆ ਰਾਜੇ, ਜਿਵੇਂ ਜਾਵਾ ਪ੍ਰੋਗਰਾਮਿੰਗ ਲੈਂਗੁਏਜ ਹੈ, ਇੱਕ ਸਕ੍ਰਿਪਟ ਲੈਂਗੁਏਜ ਹੈ। ਸਕ੍ਰਿਪਟ ਲੈਂਗੁਏਜ ਦੇ ਵਿੱਚ ਬੇਸਿਕਲੀ ਨਾ, ਜਿਵੇਂ ਮਤਲਬ ਕਿ ਵੈਬ ਪੇਜ ਹੋ ਗਏ, ਵੈਬਸਾਈਟਸ ਹੋ ਗਈਆਂ, ਜਾਂ ਇੰਟਰਨੈਟ ਡਿਵੈਲਪਮੈਂਟ ਟੂਲਸ ਹੋ ਗਏ, ਜਾਂ ਪੌਪ ਅਪ ਮੈਨੂਜ਼ ਹੋ ਗਏ, ਇਹ ਸਾਰੇ ਇਹਦੇ ਵਿੱਚ ਡਿਵੈਲਪ ਕੀਤੇ ਜਾਂਦੇ ਆ। ਤਾਂ ਰਾਈਟ ਆਂਸਰ ਕੀ ਬਣ ਜੂਗਾ ਜੀ ਤੁਹਾਡਾ? ਥਰਡ ਬਣ ਜੂਗਾ। ਇਹ ਵੀ ਥੋੜਾ ਜਿਹਾ ਹਾਈ ਲੈਵਲ ਦਾ ਕੁਐਸਚਨ ਸੀਗਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦ ਡੈਡਲੌਕ ਹੈਂਡਲਿੰਗ ਅਪਰੋਚ। ਇਹ ਹੈਗਾ ਜੀ ਆਪਰੇਟਿੰਗ ਸਿਸਟਮ ਦਾ ਬਹੁਤ ਹਾਈ ਲੈਵਲ ਦਾ, ਮਤਲਬ ਥੋੜਾ ਜਿਹਾ ਹਾਈ ਲੈਵਲ ਦਾ ਕਹਿ ਸਕਦੇ ਹਾਂ। ਜਿਨ੍ਹਾਂ ਨੇ BCA ਕੀਤੀ, MCA ਕੀਤੀ ਆ, ਉਹ ਤਾਂ ਕਰ ਸਕਦੇ ਆ। ਬਾਕੀ ਜਿਹੜੇ ਮੇਰੇ ਵਰਗੇ ਵਿਚਾਰੇ ਜਿਹੜੇ ਹੈਗੇ ਆ BA ਵਾਲੇ, ਉਹ ਨਹੀਂ ਕਰ ਸਕਦੇਗੇ। ਹੁਣ ਉਹਦਾ ਕਾਰਨ ਕੀ ਤੁਹਾਨੂੰ ਮੈਂ ਦੱਸਦਾ। ਡੈਡਲੌਕ, ਡੈਡਲੌਕ ਅਗਰ ਆਪਾਂ ਡੇਲੀ ਲਾਈਫ 'ਚ ਗੱਲ ਕਰੀਏ, ਜਿਵੇਂ ਆਪਣੇ ਇੰਡੀਆ 'ਚ ਹੁੰਦਾ ਭਾਈ ਧੱਕਾ, ਕਹਿੰਦਾ ਜੀ ਮੈਂ ਵੀ ਲੰਘਣਾ, ਆਹ ਕਹਿੰਦਾ ਜੀ ਅਸੀਂ ਵੀ ਲੰਘਣਾ, ਆਹ ਕਹਿੰਦਾ ਅਸੀਂ ਵੀ ਲੰਘਣਾ। ਇਹ ਸਾਰੇ ਪਾਸੋਂ ਰਸਤਾ ਹੋ ਗਿਆ ਜੀ ਬਲੌਕ, ਇਹਨੂੰ ਕਹਿ ਦਿੰਦੇ ਜੀ ਡੈਡਲੌਕ। ਇੱਥੇ ਇਹ ਕੰਡੀਸ਼ਨ ਕਾਹਦੀ ਹੋ ਗਈ? ਡੈਡਲੌਕ ਦੀ ਹੋ ਗਈ, ਵੀ ਸਾਰੇ ਪਾਸੋਂ ਹੀ ਰਸਤੇ ਬੰਦ ਹੋ ਗਏ। ਜੇ ਸਮਝਦਾਰ ਹੁੰਦੇ ਤਾਂ ਰੋਕ ਲੈਂਦੇ, ਇਹਨੂੰ ਲੰਘ ਲੈਣ ਦਿੰਦੇ ਜਾਂ ਕਿਸੇ ਨੂੰ ਲੰਘ ਲੈਣ ਦਿੰਦੇ, ਪਰ ਨਹੀਂ, ਧੱਕਾ ਚੱਲਦਾ, ਠੀਕ ਹੈ, ਤਾਂ ਡੈਡਲੌਕ ਹੋ ਗਿਆ। ਹੁਣ ਕੰਪਿਊਟਰ ਦੇ ਵਿੱਚ ਕੀ ਹੈ, ਡੈਡਲੌਕ ਦਾ ਮਤਲਬ ਕੀ ਹੈ? ਚਲੋ ਤੁਹਾਨੂੰ ਮੈਂ ਇੱਕ ਦੇਸੀ ਐਗਜ਼ਾਮਪਲ ਦੱਸਦਾ। ਘਰ ਦੇ ਵਿੱਚ ਇੱਕ ਟੀਵੀ ਹੈ, ਪੁਰਾਣੇ ਟਾਈਮ ਤੇ ਇੱਕ ਟੀਵੀ ਹੁੰਦਾ ਸੀ, ਅੱਜ ਕੱਲ੍ਹ ਤਾਂ ਮੋਬਾਈਲ ਹੀ ਆ ਗਏ ਹੱਥਾਂ ਦੇ ਵਿੱਚ। ਟੀਵੀ ਹੈ, ਮੰਨ ਲਓ ਇਹ ਪਰਿਵਾਰ ਸਾਰਾ ਬੈਠ ਕੇ ਦੇਖਣਾ ਚਾਹੁੰਦਾ ਟੀਵੀ। ਮੰਨ ਲਓ ਆ ਇੱਕ ਬੰਦਾ ਬੈਠਾ, ਦੂਜਾ ਬੰਦਾ ਬੈਠਾ, ਦੋ ਬੰਦੇ ਮੰਨ ਲੈਂਦੇ ਆਪਾਂ। ਹੁਣ ਇਹ ਬੰਦਾ ਪਹਿਲਾਂ ਦੇਖ ਰਿਹਾ ਹੈ, ਮੰਨ ਲਓ ਇਹ ਕੀ ਦੇਖ ਰਿਹਾ, ਕ੍ਰਿਕਟ ਮੈਚ ਦੇਖ ਰਿਹਾ। ਇਹਦੀ ਸਿਸਟਰ ਹੈ, ਇਹ ਸਿਸਟਰ ਨੇ ਕੀ ਕਰਨਾ ਜੀ, ਇਹਨੇ ਕੋਈ ਸੀਰੀਅਲ ਦੇਖਣਾ, ਬਟ ਇਹ ਕੀ ਹੈ, ਦੇ ਨਹੀਂ ਰਿਹਾ। ਇਹਨੇ ਕੀ ਆਕੂਪਾਈ ਕਰ ਰੱਖਿਆ ਰਿਸੋਰਸ। ਆ ਜਿਹੜਾ ਰਿਸੋਰਸ ਹੈਗਾ, ਟੀਵੀ ਹੈਗਾ, ਇਹ ਇਹਨੂੰ ਵਰਤੀ ਜਾ ਰਿਹਾ। ਤਾਂ ਇਹ ਕੀ ਕਰ ਰਹੀ ਹੈ ਜੀ, ਇਹ ਵੇਟ ਕਰ ਰਹੀ ਹੈ। ਇਹਨੂੰ ਆਪਾਂ ਕਹਿ ਦਿੰਦੇ ਹਾਂ ਵੇਟਿੰਗ ਕੰਡੀਸ਼ਨ ਦੇ ਵਿੱਚ ਹੈ। ਇਹ ਵੇਟ ਕਰਦੀ ਰਹਿੰਦੀ ਹੈ, ਕਰਦੀ ਰਹਿੰਦੀ ਹੈ, ਕਰਦੀ ਰਹਿੰਦੀ ਹੈ, ਕਿਉਂਕਿ ਰਿਸੋਰਸ ਕੀ ਹੈ, ਲਿਮਿਟਿਡ ਹੈ। ਟੀਵੀ ਇੱਕ ਹੈ, ਵਰਤਣ ਵਾਲੇ ਦੋ ਬੰਦੇ ਆ। ਤਾਂ ਇਹ ਇਹਨੂੰ ਛੱਡਦਾ ਨਹੀਂਗਾ, ਤੇ ਇਹਨੂੰ ਕਹਿ ਦਿੰਦੇ ਜੀ ਡੈਡਲੌਕ ਕੰਡੀਸ਼ਨ। ਤੇ ਇੰਨਾ ਵੇਟ ਕਰਦੀ, ਇੰਨਾ ਵੇਟ ਕਰਦੀ, ਅੱਕ ਕੇ ਕਹੂਗੀ ਚਾ ਦਫਾ ਹੋ, ਮੈਂ ਨਹੀਂ ਦੇਖਣਾ ਸੀਰੀਅਲ। ਤਾਂ ਇਹ ਚਲੋ ਵਰਡਿੰਗ ਮੈਂ ਯੂਜ਼ ਕੀਤੀ, ਦਫਾ ਹੋ। ਉਹਦਾ ਕਹਿਣ ਦਾ ਭਾਵ ਕਿ ਉਹ ਅੱਕ ਕੇ ਕੀ ਹੋ ਜਾਊਗਾ, ਡੈਡ ਹੀ ਹੋ ਜਾਊਗਾ। ਠੀਕ ਹੈ, ਉਹ ਜਿਹੜਾ ਪ੍ਰੋਸੈਸ ਹੋਊਗਾ ਡੈਡ ਹੋ ਜਾਊਗਾ। ਹੁਣ ਕੰਪਿਊਟਰ ਦੇ ਵਿੱਚ ਦੇਖਦੇ ਹਾਂ ਵੀ ਇਹਦਾ ਕੀ ਮਤਲਬ ਹੁੰਦਾ ਹੈ। ਹੁਣ ਕੰਪਿਊਟਰ ਦੇ ਵਿੱਚ ਕੀ ਹੁੰਦਾ ਹੈ, ਮੰਨ ਲਓ ਜਿਵੇਂ ਮੰਨ ਲਓ ਰੈਮ ਹੁੰਦਾ, ਜਿੰਨਾ ਵੀ ਕੰਮ ਹੁੰਦਾ ਰਾਜੇ ਰੈਮ ਦੇ ਵਿੱਚ ਹੁੰਦਾ ਹੈ। ਤੇ ਮੰਨ ਲਓ ਮੈਂ ਕੋਈ ਕੰਮ ਕਰ ਰਿਹਾ, ਮੈਂ ਮੰਨ ਲਓ ਗਾਣੇ ਪਲੇ ਕਰਤੇ MP3 Song, ਉਹ ਪਹਿਲਾਂ ਜਾ ਕੇ ਕਿੱਥੇ ਸ਼ੁਰੂ ਹੋ ਗਏ, ਚੱਲਣੇ ਸ਼ੁਰੂ ਹੋ ਗਏ ਰੈਮ ਦੇ ਵਿੱਚ। ਇਸ ਤੋਂ ਬਾਅਦ ਦੂਜਾ ਕੰਮ, ਮੈਂ ਨਾਲ ਟਾਈਪਿੰਗ ਸ਼ੁਰੂ ਕਰਤੀ, ਟਾਈਪਿੰਗ ਵੀ ਇੱਥੇ ਨਾਲ ਚੱਲ ਪਊਗੀ। ਬਟ ਕਈ ਵਾਰੀ ਇਹ ਇੰਨਾ ਜ਼ਿਆਦਾ ਬਿਜ਼ੀ ਹੁੰਦਾ CPU, ਕੁਛ ਜਿਹੜੇ ਨਵੀਆਂ ਚੀਜ਼ਾਂ ਆਪਾਂ ਖੋਲਦੇ ਹਾਂ ਉਹਨਾਂ ਨੂੰ ਕੀ ਕਰਨਾ ਪੈਂਦੀ ਹੈ, ਵੇਟ ਕਰਨੀ ਪੈਂਦੀ ਹੈ। ਤਾਂ ਉਦੋਂ ਕਈ ਵਾਰੀ ਨਾ ਡੈਡਲੌਕ ਦੀ ਕੰਡੀਸ਼ਨ ਆ ਜਾਂਦੀ ਹੈ। ਹੁਣ ਇੱਥੇ ਕਹਿੰਦਾ ਦੋ ਪ੍ਰੋਸੈਸ ਹੈ, ਪ੍ਰੋਸੈਸ ਦਾ ਮਤਲਬ ਦੋ ਚੀਜ਼ਾਂ ਖੋਲ ਰੱਖੀਆਂ ਆਪਾਂ, ਪ੍ਰੋਗਰਾਮ 1 ਪ੍ਰੋਗਰਾਮ 2 ਖੋਲ ਰੱਖਿਆ, ਚਾਹੇ ਗਾਣੇ ਮੰਨ ਲਓ, ਚਾਹੇ ਤੁਸੀਂ ਟਾਈਪਿੰਗ ਮੰਨ ਲਓ, ਜੋ ਮਰਜ਼ੀ ਮੰਨ ਲਓ। ਹੁਣ ਰਿਸੋਰਸ ਦਾ ਮਤਲਬ ਕੀ ਹੈ, ਕਿ ਮੰਨ ਲਓ ਆ ਇੱਕ ਚੀਜ਼ ਨੂੰ ਯੂਜ਼ ਕਰ ਰਿਹਾ, ਮੰਨ ਲਓ ਕੋਈ ਆਹ ਚੀਜ਼, ਚੱਲ ਮੰਨ ਲਓ ਕੋਈ ਫਾਈਲ ਖੋਲੀ ਵੀ ਹੈ, ਮੈਂ ਪ੍ਰਿੰਟ ਕੱਢ ਰਿਹਾ, ਪ੍ਰਿੰਟਰ ਮੇਰੇ ਕੋਲ ਇੱਕ ਹੈ, ਠੀਕ ਹੈ, ਪ੍ਰਿੰਟਰ ਮੇਰੇ ਕੋਲ ਇੱਕ ਹੈ। ਤਾਂ ਆਹ ਜਿਹੜਾ ਪੇਜ ਹੈਗਾ, ਇਹ ਪ੍ਰਿੰਟਿੰਗ ਵਾਸਤੇ ਪਹਿਲਾਂ ਪ੍ਰਿੰਟਿੰਗ ਹੋਈ ਜਾ ਰਹੀ ਹੈ, ਪੇਜ 1 ਦੀ ਪ੍ਰਿੰਟਿੰਗ ਹੋ ਜਾਈ ਜਾ ਰਹੀ ਹੈ, ਪੇਜ 2 ਨੂੰ ਕੀ ਕਰਨੀ ਪੈ ਰਹੀ ਹੈ, ਵੇਟ ਕਰਨੀ ਪੈ ਰਹੀ ਹੈ। ਤਾਂ ਪੇਜ 2 ਜਿਹੜਾ ਵੇਟ ਕਰੀ ਆ ਰਿਹਾ, ਕਰੀ ਆ ਰਿਹਾ, ਕਰੀ ਆ ਰਿਹਾ, ਠੀਕ ਹੈ। ਤੇ ਹੁਣ ਜਿਹੜਾ ਪੇਜ 2 ਹੈਗਾ, ਉਹਦੇ ਕੋਲੇ ਕੋਈ ਹੋਰ ਸੋਰਸ ਦਾ ਮਤਲਬ ਸਕੈਨਰ ਹੈ। ਤਾਂ ਇਹ ਆ ਬੰਦਾ ਸਕੈਨਰ ਯੂਜ਼ ਕਰਨਾ ਚਾਹੁੰਦਾ, ਆ ਬੰਦਾ ਪ੍ਰਿੰਟਰ ਯੂਜ਼ ਕਰਨਾ ਚਾਹੁੰਦਾ, ਬਟ ਇਹ ਕਹਿੰਦਾ ਮੈਂ ਛੱਡਣਾ ਨਹੀਂਗਾ, ਕਹਿੰਦਾ ਵੀ ਮੈਂ ਪ੍ਰਿੰਟਰ ਵੀ ਨਹੀਂ ਦੇਣਾ, ਸਕੈਨਰ ਵੀ ਲੈਣਾ। ਤੇ ਇਹ ਕਹਿੰਦਾ ਭਾਈ ਮੈਂ ਕਹਿੰਦਾ ਪ੍ਰਿੰਟਰ ਲੈਣਾ, ਸਕੈਨਰ ਛੱਡਣਾ ਨਹੀਂਗਾ। ਤਾਂ ਦੋਨਾਂ ਨੇ ਕੀ ਆਪਣੀ ਆਪਣੀ ਕੰਡੀਸ਼ਨ ਕੀ ਹੈ, ਜ਼ਾਹਿਰ ਕਰਤੀ ਵੀ ਮੈਂ ਤਾਂ ਤੇਰੇ ਤੋਂ ਚੀਜ਼ ਲੈਣੀ ਹੈ ਪਰ ਆਪਣੀ ਚੀਜ਼ ਨਹੀਂ ਦੇਣੀਗੀ। ਤਾਂ ਉੱਥੇ ਕੀ ਹੋ ਜਾਊਗਾ ਜੀ, ਡੈਡਲੌਕ ਆ ਜਾਊਗਾ। ਤਾਂ ਇਵੇਂ ਕੰਪਿਊਟਰ ਦੇ ਵਿੱਚ ਡੈਡਲੌਕ ਆ ਜਾਂਦਾ। ਫਿਰ ਇਹਦੇ ਵਾਸਤੇ ਨਾ ਕੁਝ ਸੌਫਟਵੇਅਰ ਹੁੰਦੇ ਆ ਡੈਡਲੌਕ ਅਵੋਇਡੈਂਸ ਵਾਸਤੇ, ਜਾਂ ਇਹਨੂੰ ਆਪਾਂ ਪ੍ਰੀਵੈਂਟ ਕਰ ਦਿੰਦੇ ਆ, ਕੁਝ ਮਤਲਬ ਟੈਕਨੀਕ ਯੂਜ਼ ਕੀਤੀਆਂ ਜਾਂਦੀਆਂ। ਕਹਿਣ ਦਾ ਭਾਵ ਜਿੱਥੇ ਕੀ ਹੈ, ਕੋਈ ਜਿਹੜੀ ਪ੍ਰੋਸੈਸ ਹੈਗਾ ਉਸ ਰਿਸੋਰਸ ਨੂੰ ਛੱਡਣਾ ਨਹੀਂ ਚਾਹੁੰਦਾ, ਬਟ ਅਗਲੇ ਰਿਸੋਰਸ ਨੂੰ ਯੂਜ਼ ਕਰਨਾ ਚਾਹੁੰਦਾ, ਠੀਕ ਹੈ। ਤਾਂ ਇਹ ਜਿਵੇਂ ਹੁਣ ਮੰਨ ਲਓ ਪ੍ਰੋਸੈਸ 1 ਕੀ ਹੈ, ਇਹਦੇ ਵਾਸਤੇ ਵੇਟ ਕਰ ਰਿਹਾ, ਤੇ ਪ੍ਰੋਸੈਸ 2 ਕਿਹਦੇ ਵਾਸਤੇ ਵੇਟ ਕਰ ਰਿਹਾ, ਇਹਦੇ ਵਾਸਤੇ। ਤਾਂ ਆ ਚੀਜ਼ ਇਹਦੇ ਕੋਲੇ ਆਲਰੇਡੀ ਹੈਗੀ ਹੈ, ਆ ਚੀਜ਼ ਇਹਦੇ ਕੋਲੇ ਆਲਰੇਡੀ ਹੈਗੀ ਹੈ। ਤਾਂ ਇੱਕ ਦੂਜੇ ਦੀ ਚੀਜ਼ ਦੀ ਵੇਟ ਕਰ ਰਹੇ ਆ, ਬਟ ਛੱਡਣਾ ਨਹੀਂ ਚਾਹੁੰਦੇਗੇ। ਉੱਥੇ ਕੀ ਆ ਜਾਊਗਾ ਜੀ, ਡੈਡਲੌਕ ਆ ਜਾਊਗਾ। ਹੁਣ ਕੁਐਸਚਨ ਕੀ ਕਹਿੰਦਾ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦ ਡੈਡਲੌਕ ਹੈਂਡਲਿੰਗ ਅਪਰੋਚ। ਡੈਡਲੌਕ ਨੂੰ ਹੈਂਡਲ ਕਿਵੇਂ ਕੀਤਾ ਜਾਂਦਾ, ਇਹ ਪੁੱਛ ਰਹੇ ਆ।
ਤਾਂ ਰਾਈਟ ਹੈ ਜੀ। ਆਪਾਂ ਦੇਖਦੇ ਹਾਂ ਇਹਦੇ ਵਿੱਚ ਕੀ ਕੀ ਕਰ ਸਕਦੇ ਹਾਂ ਆਪਾਂ। ਹੁਣ ਇਹਦੇ ਵਿੱਚ ਕੀ ਕਰ ਸਕਦੇ ਹਾਂ ਜੀ ਆਪਾਂ, ਕਹਿੰਦਾ ਡੈਡਲੌਕ ਡਿਟੈਕਸ਼ਨ ਐਂਡ ਰੀਸੋਲਿਊਸ਼ਨ। ਤਾਂ ਪਹਿਲਾਂ ਬਿਲਕੁਲ ਠੀਕ ਹੈ ਜੀ, ਆਪਾਂ ਡੈਡਲੌਕ ਦੇ ਵਿੱਚ ਇੱਕ ਤਾਂ ਡਿਟੈਕਸ਼ਨ ਹੁੰਦੀ ਹੈ। ਡਿਟੈਕਸ਼ਨ ਮਤਲਬ ਕੀ ਹੈ ਕਿ ਆਪਾਂ ਡਿਟੈਕਟ ਕਰ ਲੈਂਦੇ ਹਾਂ ਵੀ ਆਹ ਕੰਡੀਸ਼ਨ ਹੈ, ਇੱਥੇ ਡੈਡਲੌਕ ਆ ਸਕਦਾ ਹੈ, ਠੀਕ ਹੈ। ਤਾਂ ਰੀਸੋਲਿਊਸ਼ਨ ਦਾ ਮਤਲਬ ਹੁੰਦਾ ਕਿ ਜੇ ਮੰਨ ਲਓ ਡੈਡਲੌਕ ਆ ਗਿਆ ਤਾਂ ਉਸ ਚੀਜ਼ ਨੂੰ ਆਪਾਂ ਦੂਰ ਕਿਵੇਂ ਕਰਾਂਗੇ। ਹੁਣ ਮੰਨ ਲਓ ਟ੍ਰੈਫਿਕ ਫਸ ਗਿਆ ਤਾਂ ਫਿਰ ਟ੍ਰੈਫਿਕ ਪੁਲਿਸ ਵਾਲੇ ਆ ਜਾਣਗੇ, ਉਹ ਪਾਸੇ ਕਰਕੇ ਗੱਡੀਆਂ ਲੰਘਾ ਦੇਣਗੇ, ਉਹੀ ਚੀਜ਼ ਹੈ, ਠੀਕ ਹੈ। ਤਾਂ ਇਹ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਡੈਡਲੌਕ ਹੈਂਡਲਿੰਗ, ਠੀਕ ਹੈ। ਵੈਸੇ ਤਾਂ ਮੇਰੇ ਹਿਸਾਬ ਨਾਲ ਦੇਖੋ ਇਹਨਾਂ ਨੇ ਪਤਾ ਨਹੀਂ ਹੁਣ ਕਿਉਂ ਇੱਥੇ ਆਂਸਰ ਗਲਤ ਲਾਇਆ ਹੋਇਆ ਹੈ, ਜਿਹੜਾ ਇਹਦਾ ਮੈਂ ਆਂਸਰ ਚੈੱਕ ਕੀਤਾ ਸੀਗਾ। ਤੇ ਅਗਲਾ ਦੇਖਦੇ ਜੀ ਆਪਾਂ, ਕਹਿੰਦਾ ਜੀ ਡੈਡਲੌਕ ਪ੍ਰੀਵੈਂਸ਼ਨ। ਤਾਂ ਡੈਡਲੌਕ ਪ੍ਰੀਵੈਂਸ਼ਨ ਵੀ ਕਰਦਾ ਹੈ, ਠੀਕ ਹੈ, ਬਿਲਕੁਲ ਰਾਈਟ ਹੈ। ਤੇ ਡੈਡਲੌਕ ਸੀਡਿੰਗ ਨਹੀਂ ਕਰਦਾ। ਸੀਡਿੰਗ ਮਤਲਬ ਇਹ ਕੋਈ ਤਕਨੀਕ ਨਹੀਂ ਹੈਗੀ, ਪਹਿਲੀਆਂ ਦੋ ਜਿਹੜੀਆਂ ਬਿਲਕੁਲ ਠੀਕ ਹੈ। ਤਾਂ ਇਹਦਾ ਰਾਈਟ ਆਂਸਰ ਬਣੂਗਾ ਜੀ ਇੱਥੇ ਤੁਹਾਡਾ ਏ। ਹੁਣ ਉੱਥੇ ਪਤਾ ਨਹੀਂ ਕੀ ਲਾਇਆ, ਮੈਨੂੰ ਯਾਦ ਨਹੀਂ ਗਾ, ਬਟ ਇਹਦਾ ਆਂਸਰ ਬਣਦਾ ਜੀ ਏ ਬਣਦਾ। ਤਾਂ ਡੈਡਲੌਕ ਪ੍ਰੀਵੈਂਟ ਵੀ ਕਰਦੇ ਹਾਂ ਆਪਾਂ, ਅਵੋਇਡ ਵੀ ਕਰ ਸਕਦੇ ਹਾਂ। ਡੈਡਲੌਕ ਅਵੇਅਰਨੈਸ ਵੀ ਇੱਕ ਟੈਕਨੀਕ ਹੁੰਦੀ ਹੈ, ਡਿਟੈਕਸ਼ਨ ਵੀ ਹੁੰਦੀ ਹੈ, ਰੀਸੋਲਿਊਸ਼ਨ ਵੀ ਹੁੰਦੀ ਹੈ। ਓਕੇ ਹੈ ਜੀ। ਅੱਗੇ ਚੱਲਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਦਾ ਰਜਿਸਟਰ। ਹੁਣ ਰਜਿਸਟਰ ਮੈਮਰੀ ਤੁਹਾਨੂੰ ਮੈਂ ਕਰਵਾਈ ਸੀਗੀ। ਹੁਣ ਰਜਿਸਟਰ ਕਹਿੰਦਾ ਜੀ ਪਾਰਟ ਆਫ ਦਾ ਮੇਨ ਮੈਮਰੀ, ਨਹੀਂ ਜੀ ਨਹੀਂ। ਮੇਨ ਮੈਮਰੀਜ਼ ਦੋ ਹੁੰਦੀਆਂ ਨੇ ਰਾਜੇ, ਰੈਮ ਤੇ ਰੋਮ, ਠੀਕ ਹੈ। ਹੁਣ ਰਜਿਸਟਰ ਮੇਨ ਮੈਮਰੀ ਕਿਉਂ ਨਹੀਂ ਹੋ ਸਕਦੀ, ਕਿਉਂਕਿ ਰਜਿਸਟਰ ਇੱਕ ਬਫਰ ਮੈਮਰੀ ਹੈ। ਬਫਰ ਮੈਮਰੀ ਦਾ ਮਤਲਬ ਹੁੰਦਾ ਕਿ ਜਿਹੜਾ ਟੈਂਪਰੇਰੀਲੀ ਡਾਟਾ ਸਟੋਰ ਕਰਦਾ ਹੈ। ਤਾਂ ਕਹਿਣ ਦਾ ਭਾਵ ਜਿਹੜੀ ਦੂਜੀ ਸਟੇਟਮੈਂਟ ਹੈਗੀ ਆ, ਹੋਲਡ ਦਾ ਡਾਟਾ ਟੈਂਪਰੇਰੀਲੀ, ਇਹ ਬਿਲਕੁਲ ਠੀਕ ਹੈ। ਕਹਿਣ ਦਾ ਇਹ ਮਤਲਬ ਕੀ ਹੈ ਕਿ ਰੈਮ ਦੇ ਵਿੱਚ ਜਾਂ ਰੋਮ ਦੇ ਵਿੱਚ ਵੀ ਡਾਟਾ, ਆਪਾਂ ਰੋਮ ਦੇ ਵਿੱਚ ਤਾਂ ਪਰਮਾਨੈਂਟ ਹੀ ਰਹਿੰਦਾ, ਰੈਮ ਦੇ ਵਿੱਚ ਵੀ ਕਾਫੀ ਦੇਰ ਤੱਕ ਡਾਟਾ ਰਹਿ ਸਕਦਾ ਹੈ। ਤਾਂ ਕਰਕੇ ਇਹ ਜਾਂ ਮੰਨ ਲਓ ਕਿ ਮੇਨ ਸਪੀਡ ਅਪ ਕਰਦਾ ਕੰਪਿਊਟਰ ਨੂੰ। ਪਰ ਜਿਹੜਾ ਰਜਿਸਟਰ ਹੁੰਦਾ, ਰਜਿਸਟਰ ਵੱਖਰੇ ਵੱਖਰੇ ਪਰਪਸ ਵਾਸਤੇ ਵਰਤਿਆ ਜਾਂਦਾ, ਜਿਵੇਂ ਕੋਈ ਮੈਮਰੀ ਐਡਰੈਸ ਰਜਿਸਟਰ ਹੁੰਦਾ ਹੈ, ਅਕਮੂਲੇਟਰ ਹੁੰਦਾ ਹੈ, ਠੀਕ ਹੈ ਜੀ, ਕਾਊਂਟਰ ਹੁੰਦਾ ਜੀ ਆਪਣਾ, ਠੀਕ ਹੈ, ਅਲੱਗ ਅਲੱਗ ਰਜਿਸਟਰ ਹੁੰਦੇ ਆ। ਤਾਂ ਇਹਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਮੇਨ ਮੈਮਰੀ ਦਾ ਪਾਰਟ ਹੈ, ਨਹੀਂ, ਮੇਨ ਮੈਮਰੀ ਦਾ ਪਾਰਟ ਨਹੀਂ ਹੈਗਾ, ਐਜ਼ ਅ ਬਫਰ ਯੂਜ਼ ਹੁੰਦਾ ਹੈ। ਬਫਰ ਦਾ ਮਤਲਬ ਹੁੰਦਾ ਕਿ ਜਿਵੇਂ ਹੁਣ ਮੰਨ ਲਓ ਕੋਈ ਤੁਸੀਂ ਮੰਨ ਲਓ ਤੁਸੀਂ ਕੋਈ ਵੀਡੀਓ ਚਲਾ ਰਹੇ ਆ, ਤਾਂ ਉੱਥੇ ਕੀ ਹੈ, ਪ੍ਰੋਸੈਸਿੰਗ ਹੋਣੀ ਸ਼ੁਰੂ ਹੋ ਗਈ, ਜਿਵੇਂ ਐਂ ਗੋਲ ਗੋਲ ਘੁੰਮਦਾ ਰਹਿੰਦਾ, ਉਹਨੂੰ ਕਹਿੰਦੇ ਨੇ ਬਫਰਿੰਗ ਹੋ ਰਹੀ ਹੈ। ਬਫਰਿੰਗ ਦਾ ਮਤਲਬ ਕੀ ਹੈ ਕਿ ਉਹ ਡਾਟਾ ਉੱਥੋਂ ਰਿਸੀਵ ਕਰ ਰਿਹਾ, ਹਜੇ ਵੇਟ ਕਰ ਰਿਹਾ। ਤਾਂ ਇਸ ਕਰਕੇ ਪਹਿਲਾ ਜਿਹੜਾ ਮੇਨ ਮੈਮਰੀ ਨਹੀਂ ਹੋ ਸਕਦਾ, ਤੇ ਹੋਲਡ ਟੈਂਪਰੇਰੀ ਡਾਟਾ ਇਹ ਸਟੋਰ ਕਰਦਾ, ਇਹਨੂੰ ਬਫਰ ਮੈਮਰੀ ਕਹਿ ਸਕਦੇ ਹਾਂ। ਤਾਂ ਇਹਦਾ ਰਾਈਟ ਆਂਸਰ ਕੀ ਬਣੂਗਾ ਜੀ, ਇਹਦਾ ਰਾਈਟ ਆਂਸਰ ਬਣੂਗਾ 1, ਓਨਲੀ 1, ਠੀਕ ਹੈ ਜੀ, ਓਨਲੀ 1 ਬਣੂਗਾ। ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ, ਕਹਿੰਦਾ ਵਿਚ ਆਫ ਦਾ ਫੋਲੋਇੰਗ ਆਰ ਦਾ ਸਮ ਪੋਸੀਬਲ ਇੰਟਰਨੈਟ ਸਿਕਿਉਰਿਟੀ ਮੈਜਰਸ। ਸਿਕਿਉਰਿਟੀ ਹੁਣ ਦੇਖੋ, ਇੰਟਰਨੈਟ ਸਿਕਿਉਰਿਟੀ ਦੇ ਵਿੱਚ ਆਪਾਂ ਐਂਟੀਵਾਇਰਸ ਸੌਫਟਵੇਅਰ ਵੀ ਯੂਜ਼ ਕਰਦੇ ਹਾਂ, ਬਿਲਕੁਲ ਰਾਈਟ ਹੈ। ਅਸੈਸ ਕੰਟਰੋਲ ਸੌਫਟਵੇਅਰ ਵੀ ਯੂਜ਼ ਕਰਦੇ ਹਾਂ। ਅਸੈਸ ਕੰਟਰੋਲ ਹੁੰਦਾ ਕਿ ਮੰਨ ਲਓ ਹੁਣ ਫੇਸਬੁੱਕ ਤੇ ਤੁਹਾਡੀ ਆਈਡੀ ਨਹੀਂ ਬਣੀ ਹੋਈ, ਪਰ ਤੁਸੀਂ ਲੌਗਇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਲੌਗਇਨ ਨਹੀਂ ਕਰ ਸਕਦੇਗੇ, ਠੀਕ ਹੈ, ਕਿਉਂਕਿ ਉਹਦੇ ਵਿੱਚ ਸੌਫਟਵੇਅਰ ਹੁੰਦੇ ਨੇ, ਉਹ ਡਾਟਾਬੇਸ ਨਾਲ ਮੈਚ ਹੁੰਦਾ ਆਪਣਾ ਆਈਡੀ ਪਾਸਵਰਡ ਵੀ, ਆਈਡੀ ਪਾਸਵਰਡ ਪੱਕਾ ਹੀ ਹੈ, ਜੇ ਸਹੀ ਹੋਊਗਾ ਤਾਂ ਆਪਾਂ ਲੌਗਇਨ ਕਰ ਸਕਦੇ ਹਾਂ। ਫਾਇਰਵਾਲ ਤੁਹਾਨੂੰ ਮੈਂ ਦੱਸਤਾ, ਫਾਇਰਵਾਲ ਕੀ ਕਰਦੀ ਹੈ, ਫਿਲਟਰਿੰਗ ਕਰਦੀ ਹੈ, ਮੋਨੀਟਰਿੰਗ ਕਰਦੀ ਹੈ। ਤੇ ਯੂਜ਼ਰ ਨੇਮ ਤੇ ਪਾਸਵਰਡ ਆਪਾਂ ਰੱਖ ਸਕਦੇ ਹਾਂ, ਹਨਾ। ਇੱਕ ਤਾਂ ਹੁੰਦਾ ਜੀ ਓਪਨ ਅਸੈਸ, ਕੋਈ ਵੀ ਵਰਤ ਸਕਦਾ, ਇੱਕ ਹੁੰਦਾ ਜੀ ਸਪੈਸ਼ਲ ਆਪਾਂ ਨੂੰ ਯੂਜ਼ਰ ਨੇਮ ਤੇ ਪਾਸਵਰਡ ਮਿਲਦਾ ਹੈ। ਤਾਂ ਕਹਿਣ ਦਾ ਭਾਵ ਸਾਰੇ ਠੀਕ ਨੇ, ਸਾਰੇ ਹੀ ਠੀਕ ਨੇ। ਤਾਂ ਰਾਈਟ ਆਂਸਰ ਕੀ ਬਣ ਜੂਗਾ ਜੀ, ਸੈਕਿੰਡ ਬਣ ਜੂਗਾ। ਰਾਈਟ ਆਂਸਰ ਕੀ ਬਣ ਜੂਗਾ ਜੀ ਤੁਹਾਡਾ, ਸੈਕਿੰਡ ਬਣ ਜੂਗਾ। ਸਾਰੇ ਕੀ ਨੇ ਤੁਹਾਡੇ ਪੋਸੀਬਲ ਇੰਟਰਨੈਟ ਸਿਕਿਉਰਿਟੀ ਟੂਲਸ ਨੇ। ਅੱਗੇ ਚੱਲਦੇ ਹਾਂ ਆਪਾਂ ਨੈਕਸਟ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਦਾ ਇਮੇਜ ਸਕੈਨਰ। ਸਕੈਨਰ ਰਾਜੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦਾ ਜੀ ਫਲੈਟ ਬੈਡ, ਇੱਕ ਹੁੰਦਾ ਜੀ ਫਲੈਟ ਬੈਡ, ਇੱਕ ਹੁੰਦਾ ਜੀ ਹੈਂਡ ਹੈਲਡ, ਠੀਕ ਹੈ। ਹੈਂਡ ਹੈਲਡ ਤਾਂ ਬੇਸਿਕਲੀ ਨਹੀਂ, ਇਮੇਜ ਦੇ ਵਿੱਚ ਨਹੀਂ ਯੂਜ਼ ਹੁੰਦਾ। ਜਿਹੜਾ ਫਲੈਟ ਬੈਡ ਹੁੰਦਾ ਉਹਨੂੰ ਇਮੇਜ ਸਕੈਨਰ ਵੀ ਕਹਿ ਦਿੰਦੇ ਆ, ਫੋਟੋ ਸਕੈਨਰ ਕਹਿ ਦਿੰਦੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ, ਜਿਹਦੇ ਵਿੱਚ ਆਪਾਂ ਫੋਟੋ ਸਕੈਨ ਕਰਦੇ ਹਾਂ। ਹੁਣ ਇਹਦੇ ਬਾਰੇ ਦੋ ਦਿੱਤੀਆਂ ਹੋਈਆਂ, ਕਹਿੰਦਾ ਜੀ ਪਹਿਲੀ ਗੱਲ ਕੀ ਕਹਿੰਦਾ ਜੀ, ਕਹਿੰਦਾ ਸਟੋਰ ਐਨੀ ਟਾਈਪ ਆਫ ਡਾਕੂਮੈਂਟ ਇਨਕਲੂਡ ਟੈਕਸਟ ਐਂਡ ਪਿਕਚਰ। ਹਾਂਜੀ, ਸਟੋਰ ਤਾਂ ਕਰਦਾ ਹੀ ਕਰਦਾ ਹੈ, ਬਟ ਕਹਿੰਦਾ ਐਜ਼ ਏ ਡੋਟ ਡੀਓਸੀ। ਡੋਟ ਡੀਓਸੀ ਕਿਹਦੀ ਐਕਸਟੈਂਸ਼ਨ ਹੈ, MS ਵਰਡ 2003 ਦੀ, ਠੀਕ ਹੈ। ਬਟ ਭਾਈ ਇਹ ਸਕੈਨ ਤਾਂ ਕਰਦਾ, ਸਟੋਰ ਵੀ ਕਰਦਾ, ਜਾਂ ਸਕੈਨ ਕਰਦਾ ਟੈਕਸਟ ਨੂੰ, ਕਰਦਾ ਪਿਕਚਰ ਨੂੰ, ਕਰਦਾ, ਬਟ ਕਿਹੜੀ ਫਾਰਮ 'ਚ ਕਰਦਾ ਇਹ, ਡਿਜੀਟਲ ਇਮੇਜ ਦੇ ਵਿੱਚ। ਕਿਹਦੇ ਵਿੱਚ ਕਰਦਾ ਇਹ, ਡਿਜੀਟਲ ਇਮੇਜ ਦੇ ਵਿੱਚ ਫਾਰਮ 'ਚ ਕਰਦਾ ਹੈ, ਨਾ ਕਿ ਵਰਡ ਡਾਕੂਮੈਂਟ ਦੇ ਵਿੱਚ। ਪਹਿਲੀ ਸਟੇਟਮੈਂਟ ਗਲਤ ਹੋ ਗਈ। ਦੂਜੀ ਕਹਿੰਦਾ ਅਲਾਓ ਵਰਡ ਪ੍ਰੋਸੈਸਿੰਗ ਆਫ ਦਾ ਡਾਕੂਮੈਂਟ, ਇਹ ਵੀ ਗਲਤ ਹੈ, ਠੀਕ ਹੈ। ਇਹ ਮਤਲਬ ਕੋਈ ਵਰਡ ਡਾਕੂਮੈਂਟ ਦੇ ਉੱਪਰ ਥੋੜੀ ਕੰਮ ਕਰਦਾ, ਇਹ ਤਾਂ ਸਿਰਫ ਟੈਕਸਟ ਜਾਂ ਇਮੇਜ ਤੇ ਕੰਮ ਕਰਦਾ, ਠੀਕ ਹੈ। ਤਾਂ ਕਹਿਣ ਦਾ ਭਾਵ ਦੋਨੇ ਗਲਤ ਹੋ ਗਈਆਂ। ਤਾਂ ਨਾਈਦਰ 1 ਨੋਰ 2, ਨਾਈਦਰ 1 ਨੋਰ 2 ਆ ਗਿਆ ਤੁਹਾਡਾ ਰਾਈਟ ਆਂਸਰ ਆ ਗਿਆ। ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ, ਅੱਗੇ ਕਹਿੰਦਾ ਜੀ ਵਿਦ ਰਿਸਪੈਕਟ ਟੂ ਦਾ ਕੰਪਿਊਟਰ ਵਾਟ ਇਜ਼ ਦਾ ਫੁੱਲ ਫਾਰਮ ਆਫ IC। ਇਹ ਤਾਂ ਬਹੁਤ ਵਾਰੀ ਕਰਵਾਈ ਹੋਈ ਆ ਮੈਂ, ਠੀਕ ਹੈ ਜੀ, ਇਹ ਤਾਂ ਬਹੁਤ ਹੀ ਵਾਰੀ ਕਰਵਾਈ ਹੋਈ ਆ। ਤਾਂ ਇਹ ਰਾਈਟ ਆਂਸਰ ਹੈਗਾ ਜੀ ਇੰਟੀਗ੍ਰੇਟਿਡ ਸਰਕਟ। ਤਾਂ ਇਹ ਇਹਦਾ ਜਿਹੜਾ ਫਾਊਂਡਰ ਹੈਗਾ, ਤੁਹਾਨੂੰ ਮੈਂ ਉਹ ਵੀ ਕਰਾਇਆ ਹੋਇਆ। ਜਿਹੜਾ IC ਹੁੰਦਾ ਤੁਹਾਨੂੰ ਮੈਂ ਦੱਸਿਆ ਸੀ, ਉਹ ਥੱਲੇ ਕਿੱਲਾਂ ਜਿਹੀਆਂ ਲੱਗੀਆਂ ਹੁੰਦੀਆਂ,
ਤਾਂ ਜੈਕ ਕਿਲ ਬਾਏ, ਠੀਕ ਹੈ, ਇਹਦਾ ਕੀ ਫਾਊਂਡਰ ਹੈ ਜੈਕ ਕਿਲ ਬਾਏ, ਕਿੱਲਾਂ ਤੋਂ ਯਾਦ ਰੱਖ ਲਿਓ ਕਿਲ ਬਾਏ। ਅੱਗੇ ਗੱਲ ਕਰਦੇ ਹਾਂ ਜੀ MS ਪਾਵਰਪੁਆਇੰਟ 2019 ਆ ਗਿਆ। ਫਿਰ ਕਹਿੰਦਾ ਵਿਚ ਫੋਲੋਇੰਗ ਪੇਅਰ ਸ਼ਾਰਟਕਟ ਕੀਜ਼ ਇਜ਼ ਕਰੈਕਟ, ਫੰਕਸ਼ਨ ਕਰੈਕਟ ਹੈ। ਤਾਂ ਕੰਟਰੋਲ ਪਲੱਸ ਡਿਲੀਟ ਕੀ, ਕਹਿੰਦਾ ਡਿਲੀਟ ਦਾ ਵਨ ਵਰਡ ਟੂ ਦਾ ਰਾਈਟ, ਬਿਲਕੁਲ ਰਾਈਟ ਹੈ। ਜੇ ਦੇਖੋ ਮੈਂ ਕੱਲੀ ਡਿਲੀਟ ਕੀ ਦੀ ਗੱਲ ਕਰਾਂ, ਮੈਂ ਮੰਨ ਲਓ ਤੁਹਾਨੂੰ ਕਰਾਇਆ ਸੀ ਉੱਥੇ ਹੈਲੋ ਵਰਡ, ਜੇ ਮੈਂ ਕੱਲੀ ਡਿਲੀਟ ਕੀ ਨੱਪੂਗਾ ਤਾਂ ਡਿਲੀਟ, ਮੰਨ ਲਓ ਮੇਰਾ ਕਰਸਰ ਇੱਥੇ ਬਲਿੰਕ ਕਰ ਰਿਹਾ ਤਾਂ ਕੱਲੀ ਡਿਲੀਟ ਕੀ ਨੱਪੂਗਾ ਤਾਂ ਕੀ ਹੋ ਜਾਊਗਾ ਜੀ, ਕੱਲਾ H ਡਿਲੀਟ ਹੋ ਜਾਊਗਾ। ਬਟ ਜੇ ਮੈਂ ਕੰਟਰੋਲ ਪਲੱਸ ਡਿਲੀਟ ਨੱਪ ਦੂੰਗਾ ਪੂਰੇ ਦਾ ਪੂਰਾ ਹੈਲੋ ਵਰਡ ਕੀ ਹੈ ਉੱਡ ਜਾਊਗਾ, ਡਿਲੀਟ ਹੋ ਜਾਊਗਾ। ਪਹਿਲਾ ਬਿਲਕੁਲ ਠੀਕ ਹੈ। ਕਹਿੰਦਾ ਬੈਕ ਸਪੇਸ ਕੀ, ਕਹਿੰਦਾ ਡਿਲੀਟ ਦਾ ਵਨ ਵਰਡ, ਇਹ ਗਲਤ ਹੈ। ਹੁਣ ਬੈਕ ਸਪੇਸ ਕੀ ਕਰਦੀ ਹੈ, ਹੁਣ ਮੰਨ ਲਓ ਮੈਂ ਹੈਲੋ ਵਰਡ ਲਿਖਿਆ, ਮੇਰਾ ਕਰਸਰ ਇੱਥੇ ਹੈ ਤੇ ਮੈਂ ਬੈਕ ਸਪੇਸ ਕੀ ਨੱਪੂਗਾ, ਸਿਰਫ ਇੱਕ ਕਰੈਕਟਰ ਨੂੰ ਡਿਲੀਟ ਕਰੂਗੀ। ਤਾਂ ਇੱਥੇ ਵਰਡ ਲਿਖਿਆ ਹੋਇਆ, ਜੇ ਕਰੈਕਟਰ ਲਿਖਿਆ ਹੁੰਦਾ ਤਾਂ ਠੀਕ ਹੋ ਜਾਂਦਾ, ਬਟ ਨਹੀਂ, ਗਲਤ ਹੈ। ਜੇ ਕੰਟਰੋਲ ਪਲੱਸ ਡਿਲੀਟ ਹੁੰਦੀ ਫਿਰ ਪੂਰਾ ਵਰਡ ਡਿਲੀਟ ਕਰ ਸਕਦੀ ਸੀ। ਤਾਂ ਕਹਿਣ ਦਾ ਭਾਵ ਓਨਲੀ ਕੀ ਹੈ ਵਨ, ਓਨਲੀ ਵਨ ਕੀ ਹੈ ਜੀ, ਠੀਕ ਹੈ। ਉਹਨਾਂ ਨੇ ਕਰੈਕਟ ਪੁੱਛਿਆ ਤਾਂ ਕਰੈਕਟ ਕੀ ਆ ਜਾਊਗਾ ਜੀ, ਓਨਲੀ ਵਨ ਆ ਜਾਊਗਾ। ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦਾ ਡੈਸ਼ ਇਜ਼ ਏ ਲਾਈਨ ਪ੍ਰਿੰਟਰ। ਮੈਂ ਪ੍ਰਿੰਟਰ ਵਾਲੇ ਦੇਖੋ ਕਿੰਨੇ ਕੁਐਸਚਨ ਰਿਪੀਟ ਹੋ ਰਹੇ ਆ, ਮੈਂ ਤੁਹਾਨੂੰ ਕਿੰਨੇ ਵਾਰੀ ਕਰਾਇਆ ਵੀ ਇਹ ਇੰਪੈਕਟ ਪ੍ਰਿੰਟਰ ਨੇ, ਇਹ ਨॉन ਇੰਪੈਕਟ ਪ੍ਰਿੰਟਰ ਨੇ, ਇਹ ਲਾਈਨ ਨੇ, ਇਹ ਪੇਜ ਨੇ, ਇਹ ਕਰੈਕਟਰ ਪ੍ਰਿੰਟਰ ਨੇ। ਤਾਂ ਹੁਣ ਦੇਖੋ ਕਹਿੰਦਾ ਡੈਸ਼ ਇਜ਼ ਏ ਲਾਈਨ ਪ੍ਰਿੰਟਰ, ਲਾਈਨ ਪ੍ਰਿੰਟਰ ਦੀ ਗੱਲ ਕਰ ਰਿਹਾ। ਤਾਂ ਜਿਹੜਾ ਚੇਨ ਪ੍ਰਿੰਟਰ ਹੁੰਦਾ ਰਾਜੇ ਉਹ ਕੀ ਹੁੰਦਾ, ਲਾਈਨ ਪ੍ਰਿੰਟਰ ਹੁੰਦਾ। ਜਿਹੜਾ ਚੇਨ ਪ੍ਰਿੰਟਰ ਹੁੰਦਾ ਉਹ ਕੀ ਹੁੰਦਾ ਜੀ, ਲਾਈਨ ਪ੍ਰਿੰਟਰ। ਹੁਣ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦਿੰਦਾ ਲਾਈਨ ਪ੍ਰਿੰਟਰ ਕਿਹੜੇ ਕਿਹੜੇ ਹੁੰਦੇ ਆ। ਇੱਕ ਤਾਂ ਚੇਨ ਪ੍ਰਿੰਟਰ ਹੋ ਹੀ ਗਿਆ ਆਪਣਾ, ਇੱਕ ਹੁੰਦਾ ਜੀ ਡਰਮ ਪ੍ਰਿੰਟਰ। ਕਿਹੜਾ ਜੀ, ਡਰਮ ਪ੍ਰਿੰਟਰ। ਇਹ ਵੀ ਕੀ ਹੁੰਦਾ ਬੇਟੇ, ਇੱਕ ਲਾਈਨ, ਇੱਕ ਟਾਈਮ ਤੇ ਇੱਕ ਲਾਈਨ ਨੂੰ ਕੀ ਕਰਦਾ, ਪ੍ਰਿੰਟ ਕਰਦਾ। ਇੱਕ ਹੁੰਦਾ ਜੀ ਵੀਲ ਪ੍ਰਿੰਟਰ, ਠੀਕ ਹੈ, ਇਹ ਵੀ ਯਾਦ ਰੱਖ ਲਿਓ। ਹੁਣ ਗੱਲ ਕਰਦੇ ਹਾਂ ਇੱਕ ਹੁੰਦੇ ਜੀ ਪੇਜ ਪ੍ਰਿੰਟਰ। ਪੇਜ ਪ੍ਰਿੰਟਰ ਤੋਂ ਵੀ ਬਹੁਤ ਪੁੱਛਿਆ ਜਾਂਦਾ। ਪੇਜ ਦੇ ਵਿੱਚ ਆ ਜਾਂਦਾ ਜੀ, ਪਹਿਲਾਂ ਆ ਜਾਂਦਾ ਆਪਣਾ ਲੇਜ਼ਰ, ਇਹ ਬਹੁਤ ਪੁੱਛਿਆ ਜਾਂਦਾ, ਲੇਜ਼ਰ ਪ੍ਰਿੰਟਰ। ਸੈਕੰਡ ਆ ਗਿਆ ਜੀ ਆਪਣਾ ਇੰਕਜੈਟ। ਇੰਕਜੈਟ ਕੀ ਹੈ ਜੀ, ਇਹ ਵੀ ਕੀ ਆਪਣਾ ਇੱਕ ਤਰ੍ਹਾਂ ਦਾ ਪੇਜ ਪ੍ਰਿੰਟਰ ਹੈ। ਤਾਂ ਕਹਿਣ ਦਾ ਭਾਵ ਇਹ ਸਾਰੇ ਯਾਦ ਰੱਖਣੇ ਨੇ। ਤੇ ਦੂਜਾ ਆ ਜਾਂਦਾ ਜੀ ਕਰੈਕਟਰ ਪ੍ਰਿੰਟਰ, ਇੱਕ ਟਾਈਮ ਤੇ ਇੱਕ ਕਰੈਕਟਰ ਕਰਦਾ, ਜਿਵੇਂ ਡਾਟ ਮੈਟ੍ਰਿਕਸ, ਇੱਕ ਟਾਈਮ ਤੇ ਇੱਕ ਕਰੈਕਟਰ ਹੀ ਪ੍ਰਿੰਟ ਕਰਦਾ। ਤੇ ਸਾਰੇ ਯਾਦ ਰੱਖਣੇ ਨੇ, ਤੁਹਾਨੂੰ ਪੁੱਛਿਆ ਜਾ ਸਕਦਾ ਤੁਹਾਡੇ ਹੈਡ ਕਾਂਸਟੇਬਲ ਦੇ ਵਿੱਚ। ਅੱਗੇ ਗੱਲ ਕਰਦੇ ਆ, ਕਹਿੰਦਾ ਜੀ ਡੈਸ਼ ਆਰ ਦਾ ਸਾਈਬਰ ਸਿਕਿਉਰਿਟੀ ਟਰਮੀਨੋਲੋਜੀਜ਼, ਠੀਕ ਹੈ। ਹੁਣ ਸਾਈਬਰ ਸਿਕਿਉਰਿਟੀ ਦੇ ਵਿੱਚ ਦੇਖੋ ਡੋਮੇਨ, ਡੋਮੇਨ ਕੀ ਹੁੰਦੀ ਹੈ, ਜਿਵੇਂ ਮੰਨ ਲਓ, ਹੁਣ ਮੰਨ ਲਓ ਮੈਂ ਜਿਵੇਂ ਐਂ ਕਹਿ ਦਿੰਦਾ ਵੀ ਜਿਵੇਂ ਮੰਨ ਲਓ ਮੈਂ @gmail ਯੂਜ਼ ਕਰ ਰਿਹਾ, gmail.com, ਇਹ ਡੋਮੇਨ ਆ ਉਹਦੀ, ਠੀਕ ਹੈ, ਕਿਸ ਕੰਪਨੀ ਦੀ ਡੋਮੇਨ ਹੈ। ਆਈਪੀ ਐਡਰੈਸ, ਆਈਪੀ ਐਡਰੈਸ ਜਿਵੇਂ ਮੰਨ ਲਓ ਕਿਸੇ ਵੀ ਬੰਦੇ ਦਾ ਮੋਬਾਈਲ ਨੰਬਰ ਸੇਮ ਨਹੀਂ ਹੋ ਸਕਦਾ, ਉਵੇਂ ਕਿਸੇ ਕੰਪਿਊਟਰ ਦਾ ਆਈਪੀ ਐਡਰੈਸ ਸੇਮ ਨਹੀਂ ਹੋ ਸਕਦਾ ਨੈਟਵਰਕ ਦੇ ਉੱਪਰ। ਆਈਪੀ ਐਡਰੈਸ ਆਪਾਂ ਕੀ ਇੱਕ ਤਰ੍ਹਾਂ ਦਾ ਲੌਜੀਕਲ ਐਡਰੈਸ ਹੈ ਜਿਹੜਾ ਕਿ ਨੈਟਵਰਕ ਦੇ ਉੱਪਰ ਕੰਪਿਊਟਰ ਨੂੰ ਆਇਡੈਂਟੀਫਾਈ ਕਰਨ ਵਾਸਤੇ ਵਰਤਿਆ ਜਾਂਦਾ ਹੈ। ਇੱਕ ਹੁੰਦਾ ਜੀ ਵਰਚੁਅਲ ਪ੍ਰਾਈਵੇਟ ਨੈਟਵਰਕ। ਵਰਚੁਅਲ ਪ੍ਰਾਈਵੇਟ ਨੈਟਵਰਕ ਕੀ ਹੁੰਦਾ ਜੀ, ਇਹ ਤੁਹਾਨੂੰ ਦਿਖਾ ਦਿੰਦਾ। ਮੰਨ ਲਓ ਆਪਾਂ ਵਾਈਫਾਈ ਦੀ ਵਰਤੋਂ ਦੇ ਨਾਲ ਕੀ ਕਰਦੇ ਹਾਂ, ਇੱਕ ਨੈਟਵਰਕ ਕ੍ਰੀਏਟ ਕਰਦੇ ਹਾਂ। ਹੁਣ ਜੇ ਮੰਨ ਲਓ ਆਪਣੇ ਮੋਬਾਈਲ ਦੇ ਵਿੱਚ ਨੈਟ ਚੱਲ ਰਿਹਾ ਹੈ, ਹੁਣ ਅੱਗੇ ਕੋਈ ਸ਼ੇਅਰ ਤਾਂ ਨਹੀਂ ਕਰ ਰਹੇ ਆਪਾਂ, ਮਤਲਬ ਅੱਗੇ ਕਿਸੇ ਨੂੰ ਨੈਟ ਸ਼ੇਅਰ ਤਾਂ ਨਹੀਂ ਕਰ ਰਹੇ ਜਾਂ ਆਪਾਂ ਵਰਤ ਤਾਂ ਨਹੀਂ ਰਹੇ, ਸਿਰਫ ਆਪਣੇ ਇੱਕ ਪ੍ਰਾਈਵੇਟ ਡਿਵਾਈਸ ਤੇ ਵਰਤ ਰਹੇ ਹਾਂ, ਇਹਨੂੰ ਕਹਿ ਦਾਂਗੇ ਜੀ ਪ੍ਰਾਈਵੇਟ ਨੈਟਵਰਕ। ਤਾਂ ਵਰਚੁਅਲ ਦਾ ਮਤਲਬ ਹੁੰਦਾ ਕਿ ਜਿਹੜਾ ਐਕਚੁਅਲ ਦੇ ਵਿੱਚ ਆਪਾਂ ਨੂੰ ਦਿਖ ਨਹੀਂ ਰਿਹਾ, ਆਪਾਂ ਕੋਈ ਵਾਇਰ ਤਾਂ ਨਹੀਂ ਨਾ ਲਗਾਈ, ਆਪਾਂ ਕੀ ਆ ਵਿਦ ਦੀ ਹੈਲਪ ਆਫ ਸੈਟੇਲਾਈਟ ਆਪਾਂ ਕੀ ਯੂਜ਼ ਕਰ ਰਹੇ ਹਾਂ, ਜਾਂ ਕਿਸੇ ਟਾਵਰ ਦੀ ਹੈਲਪ ਦੇ ਨਾਲ ਆਪਾਂ ਰੇਂਜ ਦੇ ਨਾਲ ਆਪਾਂ ਯੂਜ਼ ਕਰ ਰਹੇ ਹਾਂ ਉਸ ਚੀਜ਼ ਨੂੰ, ਤੇ ਇਹਨੂੰ ਕਹਿ ਦਿੰਦੇ ਆ ਜੀ ਵਰਚੁਅਲ ਪ੍ਰਾਈਵੇਟ ਨੈਟਵਰਕ ਕਹਿ ਦਿੰਦੇ, VPN ਵੀ ਕਹਿ ਦਿੰਦੇ ਆ ਸ਼ਾਰਟ ਫਾਰਮ ਦੇ ਵਿੱਚ। ਅੱਗੇ ਆ ਗਿਆ ਜੀ ਬ੍ਰੀਚ। ਬ੍ਰੀਚ ਦਾ ਮਤਲਬ ਹੁੰਦਾ ਜੀ ਉਲੰਘਣਾ ਕਰਨਾ। ਬ੍ਰੀਚ ਦਾ ਮਤਲਬ ਕੀ ਹੁੰਦਾ ਜੀ, ਉਲੰਘਣਾ ਕਰਨਾ, ਉਲੰਘਣਾ ਕਰਨਾ, ਠੀਕ ਹੈ ਜੀ। ਹੁਣ ਬ੍ਰੀਚ ਦਾ ਮਤਲਬ ਉਲੰਘਣਾ ਕਹਿ ਲਓ, ਜਾਂ ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਜਿਵੇਂ ਮੰਨ ਲਓ ਵੀ ਕਿਸੇ ਦਾ ਕੰਪਿਊਟਰ ਨਾਲ ਛੇੜਖਾਨੀ ਕਰਨੀ, ਜਾਂ ਅਨਆਥੋਰਾਈਜ਼ਡ ਐਕਸੈਸ ਕਹਿ ਦਿੰਦੇ ਜਿਵੇਂ ਆਪਾਂ, ਹਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਅਨਆਥੋਰਾਈਜ਼ਡ ਅਸੈਸ, ਕਹਿਣ ਦਾ ਮਤਲਬ ਕਿ ਕਿਸੇ ਕੰਪਨੀ ਦਾ ਕਿਸੇ ਪੀਸੀ ਦੇ ਵਿੱਚ ਆਪਾਂ ਵੜਨ ਦੀ ਕੋਸ਼ਿਸ਼ ਕਰਦੇ ਹਾਂ, ਉਹਦਾ ਯੂਜ਼ਰ ਨੇਮ ਤੇ ਆਈਡੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੀਆਂ ਮਤਲਬ ਕੀ ਹੈਗੀਆਂ ਨੇ ਤੁਹਾਡੀਆਂ ਇੰਟਰਨੈਟ ਸਿਕਿਉਰਿਟੀ ਟਰਮੀਨੋਲੋਜੀਜ਼ ਨੇ, ਠੀਕ ਹੈ। ਤਾਂ 18ਵੀਂ ਦਾ ਤੁਹਾਡਾ ਆਨਸਰ ਬਣਦਾ ਰਾਜੇ, 18ਵੀਂ ਦਾ ਆਨਸਰ ਬਣਦਾ ਥਰਡ, ਠੀਕ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਫਿਰ ਆਪਣਾ MS ਪਾਵਰਪੁਆਇੰਟ 2019 ਆ ਗਿਆ। ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਸ਼ਾਰਟਕਟ ਕੀ ਇਜ਼ ਕਰੈਕਟ। ਤਾਂ ਪਹਿਲੀ ਗੱਲ ਕਰਦੇ ਹਾਂ ਜੀ, ਕਹਿੰਦਾ ਕੰਟਰੋਲ ਕੇ, ਕਹਿੰਦਾ ਅਪਲਾਈ ਬੋਲਡ ਫਾਰਮੈਟਿੰਗ, ਗਲਤ ਹੈ ਜੀ। ਕੰਟਰੋਲ ਕੇ ਕਾਹਦੇ ਵਾਸਤੇ ਹੁੰਦਾ ਜੀ, ਹਾਈਪਰਲਿੰਕ ਕ੍ਰੀਏਟ ਕਰਨ ਵਾਸਤੇ। ਮੈਂ ਕਿੰਨੀ ਵਾਰੀ ਕਰਵਾਇਆ ਹੋਇਆ, ਹਾਈਪਰਲਿੰਕ ਨੂੰ ਕ੍ਰੀਏਟ ਕਰਦਾ ਹੈ। ਤਾਂ ਪਹਿਲੀ ਤਾਂ ਗਲਤ ਹੋ ਗਈ। ਕਹਿੰਦਾ ਕੰਟਰੋਲ I, ਕਹਿੰਦਾ ਅਪਲਾਈ ਇਟੈਲਿਕ ਫਾਰਮੈਟਿੰਗ, ਵੈਰੀ ਨਾਈਸ, ਬਿਲਕੁਲ ਠੀਕ ਹੈ। ਕੰਟਰੋਲ B ਬੋਲਡ ਵਾਸਤੇ, U ਅੰਡਰਲਾਈਨ ਵਾਸਤੇ, I ਕਾਹਦੇ ਵਾਸਤੇ ਹੁੰਦਾ ਜੀ, ਇਟੈਲਿਕ ਵਾਸਤੇ। ਤਾਂ ਓਨਲੀ 2 ਇਹਦਾ ਕੀ ਆ ਜਾਊਗਾ, ਰਾਈਟ ਆਨਸਰ ਆ ਜਾਊਗਾ। 19 ਦਾ ਕੀ ਆ ਜਾਊਗਾ ਜੀ, ਓਨਲੀ 2 ਆ ਜਾਊਗਾ। ਤੇ ਮੈਂ ਬੜਾ ਹੌਲੀ ਹੌਲੀ ਪੜ੍ਹਾ ਰਿਹਾ, ਇਹਦਾ ਕਾਰਨ ਇਹੀ ਹੈ ਕਿ ਇਹ ਕੁਐਸਚਨ ਥੋੜੀ ਸਟੇਟਮੈਂਟ ਬੇਸ ਹੈ, ਤੁਹਾਨੂੰ ਸਮਝ ਲੱਗ ਜਾਣ, ਤਾਂ ਹੀ ਤੁਹਾਨੂੰ ਮੈਂ ਕਿਹਾ ਵੀ ਵੀਡੀਓ ਫਾਸਟ ਕਰ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਇਜ਼ ਕਰੈਕਟ ਰਿਗਾਰਡਿੰਗ ਦਾ ਫੰਕਸ਼ਨ ਆਫ ਦਾ ਆਪਰੇਟਿੰਗ ਸਿਸਟਮ। ਹੁਣ ਆਪਰੇਟਿੰਗ ਸਿਸਟਮ ਦੇ ਬਹੁਤ ਫੰਕਸ਼ਨ ਹੁੰਦੇ ਆ। ਆਪਰੇਟਿੰਗ ਸਿਸਟਮ ਮੈਮਰੀ ਮੈਨੇਜਮੈਂਟ ਤੇ ਵੀ ਕੰਮ ਕਰਦਾ, ਫਾਈਲ ਮੈਨੇਜਮੈਂਟ ਤੇ ਵੀ ਕੰਮ ਕਰਦਾ, ਸਿਕਿਉਰਿਟੀ ਦੇ ਉੱਪਰ ਵੀ ਕੰਮ ਕਰਦਾ, ਫਾਰਮੈਟਿੰਗ ਦੇ ਉੱਪਰ ਕੰਮ ਕਰਦਾ, ਫਰੈਗਮੈਂਟੇਸ਼ਨ ਦੇ ਉੱਪਰ ਵੀ ਕੰਮ ਕਰਦਾ। ਤਾਂ ਬਹੁਤ ਜ਼ਿਆਦਾ ਮਤਲਬ ਕਿ ਹਾਈ ਫਾਈ ਲੈਵਲ ਦਾ ਟੌਪਿਕ ਹੈ।
ਬਟ ਮੈਂ ਫਿਰ ਵੀ 2-3 ਵੀਡੀਓ 3-4 ਵੀਡੀਓ ਕਰਾਈਆਂ ਹੋਈਆਂ ਆਪਰੇਟਿੰਗ ਸਿਸਟਮ ਦੀਆਂ, ਪੜ੍ਹ ਲਿਓ। ਪਹਿਲੀ ਗੱਲ ਕਹਿੰਦਾ ਜੀ ਮੈਮਰੀ ਮੈਨੇਜਮੈਂਟ ਕੀ ਕਰਦਾ, ਕਹਿੰਦਾ ਮੈਮਰੀ ਐਲੋਕੇਸ਼ਨ ਐਂਡ ਡੀ ਐਲੋਕੇਸ਼ਨ। ਐਲੋਕੇਸ਼ਨ ਦਾ ਮਤਲਬ ਹੁੰਦਾ ਕਿ ਮੰਨ ਲਓ ਮੈਂ ਗਾਣਾ ਡਾਊਨਲੋਡ ਕਰਕੇ ਰੱਖ ਲਿਆ, ਉਹ ਕਿਤੇ ਨਾ ਕਿਤੇ ਮੈਮਰੀ ਲਊਗਾ, ਉਹਨੂੰ ਕਹਿ ਦਿੰਦੇ ਜੀ ਮੈਮਰੀ ਐਲੋਕੇਟ। ਜਦੋਂ ਮੈਂ ਡਿਲੀਟ ਕਰਤਾ ਉਹਨੂੰ ਕਹਿ ਦਿੰਦੇ ਜੀ ਡੀ ਐਲੋਕੇਸ਼ਨ। ਮਤਲਬ ਜਦੋਂ ਮੈਂ ਗਾਣਾ ਡਿਲੀਟ ਕਰਤਾ ਬਟ ਉਹ ਆਪਣੇ ਕੰਪਿਊਟਰ 'ਚੋਂ ਡਿਲੀਟ ਹੋ ਜਾਂਦਾ, ਪਰ ਮੈਮਰੀ ਦੇ ਵਿੱਚ ਕਿਤੇ ਨਾ ਕਿਤੇ ਪਿਆ ਹੁੰਦਾ। ਬਾਅਦ ਦੇ ਵਿੱਚ ਕੀ ਆ, ਕੰਪਿਊਟਰ ਦਾ ਜਿਹੜਾ ਮੈਮਰੀ ਮੈਨੇਜਮੈਂਟ ਸਿਸਟਮ ਹੁੰਦਾ ਉਸ ਚੀਜ਼ ਨੂੰ ਖਾਲੀ ਕਰਾ ਦਿੰਦਾ, ਜਿਹਨੂੰ ਕਹਿ ਦਿੰਦੇ ਜੀ ਗਾਰਬੇਜ ਕਲੈਕਸ਼ਨ। ਹੁਣ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ, ਨਹੀਂ ਤੁਹਾਨੂੰ ਸਮਝ ਨਹੀਂ ਲੱਗੂਗਾ। ਫਾਈਲ ਮੈਨੇਜਮੈਂਟ ਕਹਿੰਦਾ ਜੀ, ਕਹਿੰਦਾ ਫਾਈਲ ਨੂੰ ਰੀਟਰੀਵਲ ਐਂਡ ਸ਼ੇਅਰਿੰਗ ਕਰਨ ਵਾਸਤੇ ਤਾਂ ਫਾਈਲ ਦੇ ਉੱਪਰ ਹੀ ਕੰਮ ਕਰੂਗਾ ਫਾਈਲ ਮੈਨੇਜਮੈਂਟ। ਤਾਂ ਕਹਿਣ ਦਾ ਭਾਵ ਦੋਵੇਂ ਕੀ ਨੇ, ਠੀਕ ਨੇ, ਬਿਲਕੁਲ ਠੀਕ ਨੇ। ਥੋੜਾ ਜਿਹਾ ਕਾਮਨ ਸੈਂਸ ਵਰਤਿਓ। ਜੇ ਨਹੀਂ ਵੀ ਕੋਈ ਟੌਪਿਕ ਆਉਂਦਾ ਹੋਇਆ ਤਾਂ ਲਾਈਨ ਜ਼ਰੂਰ ਪੜ੍ਹ ਲਿਓ, ਕੁਐਸਚਨ ਨੂੰ ਦੇਖ ਕੇ ਨਾ ਛੱਡਿਆ ਆਇਓ, ਸੌਖਾ ਕੁਐਸਚਨ ਸੀਗਾ। ਦੇਖੋ ਅੱਗੇ ਗੱਲ ਕਰਦੇ ਆ ਜੀ, ਕਹਿੰਦਾ MS PowerPoint 2019 which of the following is the valid file extension। ਭਾਈ ਮੈਂ ਤੁਹਾਨੂੰ ਦੱਸਿਆ ਹੋਇਆ, ਜੇ ਆਪਾਂ .ppt ਦੀ ਗੱਲ ਕਰੀਏ ਤਾਂ ਇਹ ਸੀਗਾ ਤੁਹਾਡਾ 2003 ਵਰਜ਼ਨ ਜਿਹੜਾ PowerPoint ਸੀਗਾ ਉਹਦੀ ਐਕਸਟੈਂਸ਼ਨ ਸੀਗੀ। ਉਸ ਤੋਂ ਬਾਅਦ ਜਿਹੜਾ .pptx ਚੱਲਦਾ ਆ ਰਿਹਾ ਹੁਣ ਤੱਕ, ਕਿਹਦੀ ਹੈ ਜੀ, 2007 ਤੋਂ ਲੈ ਕੇ 19 ਤੱਕ ਇਹੀ ਚੱਲਦਾ ਆ ਰਿਹਾ, ਚਾਹੇ ਉਹ 10 ਹੈ ਚਾਹੇ ਉਹ 13 ਹੈ। ਤਾਂ ਪਹਿਲੀ ਕਹਿੰਦਾ .ppt, ਠੀਕ ਹੈ ਜੀ। ਕਹਿੰਦਾ MS PowerPoint 2019 ਵਿੱਚ ਉਹਦਾ ਫੋਲੋਇੰਗ ਇਜ਼ ਵੈਲਿਡ, ਤਾਂ 19 ਦੇ ਵਿੱਚ ਤਾਂ .ppt ਨਹੀਂ ਹੈਗਾ ਭਾਈ, PPTX ਹੈ। PPTM ਵੀ ਕੋਈ ਨਹੀਂ ਹੈਗਾ, ਤਾਂ ਇਹਦਾ ਮਤਲਬ ਕੀ ਹੈ, ਨਾਈਦਰ 1 ਨੌਰ 2। ਠੀਕ ਹੈ ਜੀ, ਨਾਈਦਰ 1 ਤੇ ਨੌਰ 2 ਆ ਗਿਆ ਇਹਦਾ ਆਂਸਰ। ਪੁੱਛਿਆ ਕੀ ਹੈ ਜੀ ਇਹਨੇ, ਇੱਕ ਮਿੰਟ ਰੁਕਿਓ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਨ MS Word 2019 ਵਿਚ ਆਫ ਦਾ ਫੋਲੋਇੰਗ ਇਜ਼ ਏ ਵੈਲਿਡ ਫਾਈਲ ਐਕਸਟੈਂਸ਼ਨ। ਹਾਂ ਦੋਨੇ ਗਲਤ ਨੇ ਮੇਰੇ ਹਿਸਾਬ, ਦੋਨੇ ਗਲਤ ਨੇ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਹੁਣ ਇੱਥੇ ਮੈਨੂੰ ਲੱਗਦਾ ਉਹਨਾਂ ਨੇ ਆਂਸਰ ਸ਼ਾਇਦ ਉੱਥੇ ਜਿੰਨਾ ਕੁ ਮੇਰਾ ਦਿਮਾਗ ਕੰਮ ਕਰ ਰਿਹਾ, ਤੁਸੀਂ ਚੈੱਕ ਵੀ ਕਰ ਲਿਓ, ਉੱਥੇ ਆਂਸਰ ਸ਼ਾਇਦ ਬੋਥ 1 ਐਂਡ 2 ਲਾਇਆ, ਬਟ ਮੇਰੇ ਹਿਸਾਬ ਨਾਲ ਬੋਥ 1 ਐਂਡ 2 ਨਹੀਂ ਬਣ ਸਕਦਾ, ਕਿਉਂਕਿ ਦੋਨੇ 2019 ਦੀਆਂ ਨਹੀਂ। ਜੇ ਇੱਥੇ 19 ਨਾ ਲਿਖਦੇ ਫਿਰ ਆਪਾਂ ਪਹਿਲਾਂ ਠੀਕ ਕਰ ਸਕਦੇ ਸੀ .ppt, ਕਿਉਂਕਿ 2003 ਦੇ ਵਿੱਚ ਕੀ ਆ, .ppt ਵਰਤਿਆ ਗਿਆ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦਾ ਇਨ MS Word 2019 what happens when down arrow key is press। ਤਾਂ ਐਰੋ ਕੀ ਤੁਹਾਨੂੰ ਮੈਂ ਦੱਸਿਆ, ਇੱਕ ਅਪ ਵਾਲੀ ਹੁੰਦੀ ਹੈ, ਇੱਕ ਡਾਊਨ ਵਾਲੀ, ਇੱਕ ਰਾਈਟ ਤੇ ਇੱਕ ਹੁੰਦੀ ਹੈ ਜੀ ਲੈਫਟ। ਇਹ ਇਕੱਲੀਆਂ ਵੀ ਯੂਜ਼ ਹੁੰਦੀਆਂ, ਕੰਟਰੋਲ ਨਾਲ ਵੀ ਯੂਜ਼ ਹੁੰਦੀਆਂ, ਇਹ ਵੀ ਧਿਆਨ ਰੱਖਿਓ, ਧਿਆਨ ਦੇ ਨਾਲ ਪੜ੍ਹ ਕੇ ਆਇਓ ਕੁਐਸਚਨ। ਹੁਣ ਪੁੱਛਿਆ ਕੀ ਇਹਨੇ, ਕਹਿੰਦਾ ਜੀ, ਕਹਿੰਦਾ ਜੇ ਮੈਂ ਮੰਨ ਲਓ ਡਾਊਨ ਕੀ ਨੱਪੂਗਾ ਤਾਂ ਹੋਊਗਾ ਕੀ, ਤੇ ਜਿਹੜਾ ਆਪਣਾ ਕਰਸਰ ਹੋਊਗਾ ਰਾਜੇ, ਇੱਕ ਲਾਈਨ ਕੀ ਚਲੇ ਜਾਊਗਾ, ਡਾਊਨ ਚਲਾ ਜਾਊਗਾ। ਮੰਨ ਲਓ ਮੇਰਾ ਕਰਸਰ ਇੱਥੇ ਸੀਗਾ ਤੇ ਮੈਂ ਡਾਊਨ ਕੀ ਨੱਪਤੀ ਤਾਂ ਮੇਰਾ ਕਰਸਰ ਕੀ ਆ ਜਾਊਗਾ ਜੀ, ਨੈਕਸਟ ਲਾਈਨ ਦੇ ਵਿੱਚ ਆ ਜਾਊਗਾ, ਇੱਥੇ ਆ ਜਾਊਗਾ। ਹੁਣ ਮੈਂ ਇਹ ਸਾਰਾ ਕੁਝ ਮੈਂ ਤੁਹਾਨੂੰ ਕਰਵਾਇਆ ਹੋਇਆ, ਪ੍ਰੈਕਟੀਕਲੀ ਪੜ੍ਹ ਲਿਓ। ਜੇ ਮੈਂ ਦੇਖੋ ਕੰਟਰੋਲ ਪਲੱਸ ਡਾਊਨ ਐਰੋ ਕੀ ਨੱਪੂਗਾ ਤਾਂ ਉਹ ਪੂਰੀ ਇੱਕ ਲਾਈਨ ਨਹੀਂ, ਉਹ ਕੀ ਕਰੂਗਾ ਜੀ, ਪੂਰੇ ਪੈਰਾਗ੍ਰਾਫ ਦੇ ਐਂਡ ਦੇ ਵਿੱਚ ਆ ਜਾਊਗਾ, ਪੈਰਾਗ੍ਰਾਫ ਦੇ ਐਂਡ ਦੇ ਵਿੱਚ ਆ ਜਾਊਗਾ। ਜੇ ਅਪ ਕਰੂੰਗਾ ਤਾਂ ਉਹਦੀ ਬਿਗਨਿੰਗ ਦੇ ਵਿੱਚ ਚਲਾ ਜਾਊਗਾ ਪੈਰਾਗ੍ਰਾਫ ਦੇ। ਜੇ ਮੈਂ ਰਾਈਟ ਕੰਟਰੋਲ ਰਾਈਟ ਕਰ ਦੂੰਗਾ ਤਾਂ ਇੱਕ ਵਰਡ ਦੇ ਰਾਈਟ ਦੇ ਵਿੱਚ ਚਲਾ ਜਾਊਗਾ। ਜੇ ਮੈਂ ਕੰਟਰੋਲ ਲੈਫਟ ਕਰ ਦੂੰਗਾ ਤਾਂ ਵਰਡ ਦੇ ਪੂਰੇ ਲੈਫਟ ਚਲਾ ਜਾਊਗਾ। ਮੈਂ ਕਰਕੇ ਵੀ ਦਿਖਾਇਆ ਹੋਇਆ, ਜੇ ਮੰਨ ਲਓ ਹੈਲੋ ਵਰਡ ਹੈ ਇੱਥੇ ਹੈ, ਮੈਂ ਕੰਟਰੋਲ ਪਲੱਸ ਲੈਫਟ ਕਰੂੰਗਾ ਤਾਂ ਇਹ ਮੇਰਾ ਕਰਸਰ ਇੱਥੇ ਆ ਜਾਊਗਾ, ਪੂਰਾ ਵਰਡ ਨੂੰ ਕਰ ਦੂਗਾ। ਜੇ ਮੈਂ ਨਹੀਂ ਮੰਨ ਲਓ ਕੰਟਰੋਲ ਨਹੀਂ ਯੂਜ਼ ਕਰਦਾ, ਕੱਲਾ ਕਰਦਾ ਤਾਂ ਠੀਕ ਹੈ ਜੀ, ਇਹ ਮਤਲਬ ਕਿ ਇੱਕ ਕਰੈਕਟਰ ਆ ਜਾਊਗਾ ਇੱਧਰ। ਓਕੇ ਜੀ, ਅੱਗੇ ਚੱਲਦੇ ਹਾਂ। ਕਹਿੰਦਾ CD ROM ਇਜ਼ ਏ ਡੈਸ਼ ਅਸੈਸ ਡਰਾਈਵ। ਤਾਂ ਤੁਹਾਨੂੰ ਮੈਂ ਕਰਾਈਆਂ ਹੋਈਆਂ ਡਾਇਰੈਕਟ, ਸਿਕੁਐਂਸ਼ੀਅਲ, ਰੈਂਡਮ। ਤਾਂ ਡਾਇਰੈਕਟ ਨੂੰ ਰੈਂਡਮ ਵੀ ਕਹਿ ਦਿੰਦੇ ਆ, ਡਾਇਰੈਕਟ ਨੂੰ ਕੀ ਕਹਿ ਦਿੰਦੇ ਆ, ਰੈਂਡਮ ਵੀ ਕਹਿ ਦਿੰਦੇ ਆ। ਹੁਣ ਇਹਦੀ ਮੈਂ ਤੁਹਾਨੂੰ ਐਗਜ਼ਾਮਪਲ ਦੱਸੀ ਹੋਈ ਆ, ਜਿਵੇਂ ਪੁਰਾਣੇ ਟਾਈਮ ਤੇ ਕੀ ਹੁੰਦੀਆਂ ਸੀਗੀਆਂ, ਰੀਲਾਂ ਹੁੰਦੀਆਂ ਸੀਗੀਆਂ, ਤੁਸੀਂ ਦੇਖੀਆਂ ਹੋਣੀਆਂ ਸਭ ਨੇ ਰੀਲਾਂ। ਠੀਕ ਹੈ, ਉਹਦੇ ਵਿੱਚ ਕੀ ਸੀਗਾ ਕਿ ਮੰਨ ਲਓ 7 ਗਾਣੇ ਆ, 7 ਗਾਣੇ ਨੇ, ਮੰਨ ਲਓ ਮੈਂ ਕਿ 4 ਨੰਬਰ ਗਾਣਾ ਸੁਣਨਾ ਤਾਂ ਮੈਨੂੰ ਪਹਿਲੇ 3 ਗਾਣੇ ਕੀ ਕਰਨੇ ਪੈਂਦੇ ਆ, ਫਾਰਵਰਡ ਕਰਨੇ ਪੈਂਦੇ ਆ, ਕਿਉਂਕਿ ਉਹ ਕੀ ਹੁੰਦੀ ਸੀਗੀ, ਸਿਕੁਐਂਸ਼ੀਅਲ ਹੁੰਦੀ ਸੀ, ਸੀਰੀਜ਼ ਦੇ ਵਿੱਚ ਹੁੰਦੀ ਸੀਗੀ। ਪਰ ਜਿਹੜੀ CD ROM ਹੈਗੀ ਆ, ਮੰਨ ਲਓ ਉਹਦੇ ਵਿੱਚ ਤੁਸੀਂ 20 ਗਾਣੇ ਪਾਏ ਆ, ਤੁਸੀਂ ਡਾਇਰੈਕਟ 19 ਨੰਬਰ ਗਾਣਾ ਸੁਣਨਾ, ਡਾਇਰੈਕਟ ਸੁਣ ਸਕਦੇ ਹੋ। ਤਾਂ ਕਹਿਣ ਦਾ ਭਾਵ ਕਿਹੜੀ ਹੁੰਦੀ ਹੈ ਜੀ, ਇਹ ਡਾਇਰੈਕਟ ਅਸੈਸ ਹੁੰਦੀ ਹੈ। ਕਿਹੜੀ ਹੁੰਦੀ ਹੈ ਇਹ, ਡਾਇਰੈਕਟ ਅਸੈਸ ਹੁੰਦੀ ਹੈ। ਅੱਗੇ ਚੱਲ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ। ਕਹਿੰਦਾ ਫਾਈਲ ਨੇਮ ਆਫ ਦਾ ਵਿੰਡੋ ਆਪਰੇਟਿੰਗ ਸਿਸਟਮ ਕੰਟੇਨ ਮੈਕਸਿਮਮ ਡੈਸ਼ ਕਰੈਕਟਰ। ਹੁਣ ਮੰਨ ਲਓ ਕੋਈ ਫਾਈਲ ਹੈ, ਉਹਨੂੰ ਆਪਾਂ ਨੇਮ ਦੇਣਾ ਹੈ, ਤਾਂ ਮੈਕਸਿਮਮ ਆਪਾਂ ਕਿੰਨੇ ਕਰੈਕਟਰ ਦੇ ਸਕਦੇ ਹਾਂ ਉਹਨੂੰ, ਮੈਕਸਿਮਮ ਆਪਾਂ 255 ਦੇ ਸਕਦੇ ਹਾਂ। ਹੁਣ ਜਿਹੜੀਆਂ ਨਵੀਆਂ ਆਈਆਂ ਵੈਸੇ 260 ਵੀ ਦੇ ਸਕਦੇ ਹਾਂ, ਬਟ ਜੇ ਆਪਾਂ ਰਾਈਟ ਆਂਸਰ ਦੇਖੀਏ ਤਾਂ 255 ਹੀ ਬਣਦਾ ਇੱਥੇ, 255 ਹੀ ਕੀ ਬਣੂਗਾ ਤੁਹਾਡਾ ਰਾਈਟ ਆਂਸਰ ਬਣ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ। ਕਹਿੰਦਾ ਵਿਚ ਕੰਪੋਨੈਂਟ ਆਫ ਦਾ ਕੰਪਿਊਟਰ ਇਜ਼ ਆਲਸੋ ਨੋਨ ਐਜ਼ ਇਟਸ ਬ੍ਰੇਨ। ਤਾਂ ਇਹ ਤਾਂ ਬਹੁਤ ਵਾਰੀ ਕਰਾਇਆ ਮੈਂ ਭਾਈ, CPU ਨੂੰ ਕਹਿੰਦੇ ਆ ਬ੍ਰੇਨ ਆਫ ਦਾ ਕੰਪਿਊਟਰ ਸਿਸਟਮ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਅੱਗੇ ਹੈਗਾ ਜੀ, ਕਹਿੰਦਾ ਵਾਟ ਇਜ਼ ਦਾ ਅਨਦਰ ਨੇਮ ਫॉर ਦਾ ਇਨਪੁਟ ਆਊਟਪੁੱਟ ਡਿਵਾਈਸ। ਤੇ ਇਹ ਵੀ ਮੈਂ ਤੁਹਾਨੂੰ ਕਰਾਇਆ ਹੋਇਆ, ਪੈਰੀਫਿਰਲ ਡਿਵਾਈਸਿਸ ਕਹਿ ਦਿੰਦੇ ਆ। ਪੈਰੀਫਿਰਲ ਡਿਵਾਈਸਿਸ ਕੀ ਹੋ ਜਾਊਗਾ, ਦਾ ਰਾਈਟ ਆਂਸਰ ਹੋ ਜਾਊਗਾ। ਇਹਦੇ ਵਿੱਚ ਸਮਝਾਉਣ ਵਾਲੀ ਕੋਈ ਚੀਜ਼ ਨਹੀਂ ਹੈਗੀ, ਤਾਂ ਮੈਂ ਫਾਸਟ ਕਰ ਰਿਹਾ। ਅੱਗੇ ਆ ਗਿਆ ਜੀ, ਬਹੁਤ ਵਧੀਆ ਲੈਵਲ ਦਾ ਕੁਐਸਚਨ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਕਰੈਕਟ ਸਟੇਟਮੈਂਟ ਦੱਸਣੀ ਹੈ। ਕਹਿੰਦਾ ਸੀ ਜਿਹੜੀ ਪ੍ਰੋਗਰਾਮਿੰਗ ਲੈਂਗੁਏਜ ਹੈ, ਕਹਿੰਦਾ ਬਿਕਮ ਦਾ ਪਪੂਲਰ ਡਿਊਰਿੰਗ ਦਾ 4th ਜਨਰੇਸ਼ਨ। ਵੈਸੇ ਤਾਂ ਇੰਟਰੋਡਿਊਸ ਹੋ ਗਈ ਸੀ 2nd ਜਨਰੇਸ਼ਨ ਤੇ 3rd ਜਨਰੇਸ਼ਨ ਦੇ ਵਿੱਚ ਹੀ ਹੋ ਗਈ ਸੀ, ਬਟ ਪਪੂਲਰ ਕਦੋਂ ਹੋਈ ਸੀ, 4th ਜਨਰੇਸ਼ਨ ਦੇ ਵਿੱਚ ਹੋਈ ਸੀਗੀ।
ਤਾਂ ਇੱਥੇ ਸੂਟੇਬਲ ਫੋਰ ਕਹਿ ਰਿਹਾ, ਥਰਡ ਤਾਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਅਲੱਗ-ਅਲੱਗ ਸੋਰਸ ਤੋਂ ਅਲੱਗ-ਅਲੱਗ ਮਿਲੂਗਾ। ਤਾਂ ਫੋਰਥ ਕਹਿ ਰਿਹਾ ਤਾਂ ਇਹ ਮੰਨਿਆ ਜਾ ਸਕਦਾ ਵੀ ਫੋਰਥ ਦੇ ਵਿੱਚ ਪਪੂਲਰ ਹੋਈ ਸੀਗੀ, ਬਿਲਕੁਲ ਰਾਈਟ ਹੈ। ਕਹਿੰਦਾ ਡਿਊਰਿੰਗ ਦਾ ਫੋਰਥ ਜਨਰੇਸ਼ਨ ਯੂਨਿਕਸ ਆਪਰੇਟਿੰਗ ਸਿਸਟਮ ਬਿਕਮ ਵੈਰੀ ਪਪੂਲਰ ਫॉर ਦਾ ਯੂਜ਼ ਆਫ ਲਾਰਜ ਸਕੇਲ। ਤਾਂ ਇਹ ਵੀ ਠੀਕ ਹੈ ਜੀ, ਦੋਨੇ ਠੀਕ ਨੇ, ਮਤਲਬ ਬੋਥ 1 ਐਂਡ 2। ਇੱਕ ਸਟੈਟਿਕ ਫੈਕਟ ਹੈ, ਇਹਨੂੰ ਯਾਦ ਕਰ ਲਿਓ, ਠੀਕ ਹੈ, ਇਹਨੂੰ ਯਾਦ ਹੀ ਰੱਖਣਾ, ਹੋਰ ਕੋਈ ਗੱਲਬਾਤ ਨਹੀਂ ਹੈਗੀ ਇਹਦੇ ਵਿੱਚ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਫੰਕਸ਼ਨ ਆਰ ਪਰਫਾਰਮਡ ਬਾय ਦਾ ਸਰਚ ਇੰਜਨ। ਤਾਂ ਸਰਚ ਇੰਜਨ ਦੇ ਨਾਮ ਵੀ ਯਾਦ ਰੱਖਣੇ ਨੇ। ਹੁਣ ਕਿਹੜੇ ਕਿਹੜੇ ਫੰਕਸ਼ਨ ਕਰਦਾ ਹੈ, ਪਰ ਦੇਖੋ ਸਰਚਿੰਗ ਤਾਂ ਆਪਾਂ ਕਰਦੇ ਹੀ ਕਰਦੇ, ਸਾਰਿਆਂ ਨੂੰ ਪਤਾ, ਸਮਝਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਇੰਡੈਕਸਿੰਗ ਕੀ ਹੁੰਦਾ ਜੀ, ਜਿਵੇਂ ਹੁਣ ਮੰਨ ਲਓ ਕੋਈ ਬੁੱਕ ਲੈ ਕੇ ਆਉਣੀ ਆਪਾਂ, ਉਹਦੇ ਅੱਗੇ ਕੀ ਆ, ਇੰਡੈਕਸ ਬਣਿਆ ਹੁੰਦਾ ਹੈ, ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕਿਹੜੇ ਪੇਜ ਤੇ ਹੈ। ਉਵੇਂ ਜਦੋਂ ਆਪਾਂ ਸਰਚਿੰਗ ਕਰਦੇ ਆ ਨਾ, ਮੰਨ ਲਓ ਕੋਈ ਮੈਂ ਵਰਡ ਲਿਖਿਆ, ਉਹਦੇ ਬਾਰੇ ਆਪਾਂ ਕੋਈ ਸਰਚਿੰਗ ਕਰਦੇ ਆ ਤਾਂ ਇੰਡੈਕਸਿੰਗ ਬਣੀ ਹੁੰਦੀ ਹੈ ਵੀ ਕਿਹੜੀ ਵੈਬਸਾਈਟ ਦੇ ਉੱਪਰ ਕਿਹੜੀ ਇਨਫੋਰਮੇਸ਼ਨ ਪਈ ਹੈ, ਉਹਨੂੰ ਕਹਿ ਦਿੰਦੇ ਆ ਇੰਡੈਕਸਿੰਗ। ਠੀਕ ਹੈ, ਇੰਡੈਕਸਿੰਗ ਵੀ ਹੁੰਦੀ ਹੈ। ਸਪਾਈਡਰਿੰਗ ਹੁੰਦਾ ਕਿ ਮੰਨ ਲਓ ਹੁਣ ਕਿਸੇ ਲਿੰਕ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈਗੀ, ਆਪਾਂ ਦੂਜੇ ਲਿੰਕ ਤੇ ਜੰਪ ਕਰਨਾ ਹੈ, ਉਹਨੂੰ ਕਹਿ ਦਿੰਦੇ ਸਪਾਈਡਰਿੰਗ ਕਹਿ ਦਿੰਦੇ ਆ। ਤਾਂ ਸਾਰੇ ਕੰਮ ਹੀ ਕੌਣ ਕਰਦਾ ਹੈ, ਸਰਚ ਇੰਜਨ ਕਰਦਾ ਹੈ। ਤੇ ਇਹਦਾ ਆਨਸਰ ਆ ਜਾਊਗਾ ਜੀ 1 2 ਐਂਡ 3 ਆ ਜਾਊਗਾ, ਤਿੰਨੇ ਕਰੈਕਟ ਨੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਕੰਬੀਨੇਸ਼ਨ ਇਜ਼ ਕਰੈਕਟ ਰਿਗਾਰਡਿੰਗ ਜੀਮੇਲ। ਕਹਿੰਦਾ ਇਨਬਾਕਸ, ਕਹਿੰਦਾ ਕੀ ਕਹਿ ਰਿਹਾ, ਕਹਿੰਦਾ ਜੀ ਇਨਬਾਕਸ ਕਹਿੰਦਾ ਕੰਸਿਸਟ ਆਫ ਦਾ ਨਿਊ ਮੇਲ ਦੈਟ ਇਜ਼ ਨਾਟ ਸੀਨ ਐਂਡ 올ਡ ਮੇਲ। ਤਾਂ ਇਨਬਾਕਸ ਦੇ ਵਿੱਚ ਦੋਨੇ ਮੇਲਾਂ ਹੁੰਦੀਆਂ, ਚਾਹੇ ਆਪਾਂ ਜਿਹੜੀ ਪੜ੍ਹੀਆਂ ਹੋਣ ਚਾਹੇ ਨਹੀਂ ਪੜ੍ਹੀਆਂ ਹੋਣ, ਮਤਲਬ ਅਨਸੀਨ ਔਰ ਅਨਰੀਡੇਬਲ ਤੇ ਰੀਡੇਬਲ ਦੋਨੇ ਹੋਣਗੀਆਂ। ਜਾਂ ਆਪਾਂ ਕਹਿ ਲਓ ਵੀ ਜੇ ਆਪਾਂ ਜਿਹੜੀਆਂ ਦੇਖੀਆਂ ਨਹੀਂ ਅਜੇ ਤੱਕ ਅਨਸੀਨ ਨੇ। ਤਾਂ ਟਰੈਸ਼, ਕਹਿੰਦਾ ਟਰੈਸ਼ ਦੇ ਵਿੱਚ ਕਹਿੰਦਾ ਕੰਸਿਸਟ ਆਫ ਦਾ ਲਿਸਟ ਆਫ ਮੇਲ ਡਿਲੀਟਡ। ਤੇ ਜਿਵੇਂ ਆਪਾਂ ਮੰਨ ਲਓ ਮੇਲ ਡਿਲੀਟ ਕਰ ਦਿੰਦੇ ਹਾਂ, ਕਿੱਥੇ ਚਲੀ ਜਾਂਦੀ ਹੈ, ਇੱਕ ਇੱਕ ਮਤਲਬ ਕਿ ਫੋਲਡਰ ਬਣਿਆ ਹੁੰਦਾ ਟਰੈਸ਼, ਉਹਦੇ ਵਿੱਚ ਚਲੀ ਜਾਂਦੀ ਹੈ। ਤਾਂ ਬਿਲਕੁਲ ਰਾਈਟ ਹੈ ਜੀ, ਦੋਨੇ ਆਉਣਗੇ, ਬੋਥ 1 ਐਂਡ 2, ਇਹਦਾ ਰਾਈਟ ਆਨਸਰ ਬਣ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਕਹਿੰਦਾ ਇਨ MS PowerPoint 2019 ਵਿਚ ਆਫ ਦਾ ਫੋਲੋਇੰਗ ਇਜ਼ ਦਾ ਵੈਲਿਡ ਫਾਈਲ ਐਕਸਟੈਂਸ਼ਨ। ਠੀਕ ਹੈ ਜੀ, ਵੈਲਿਡ ਫਾਈਲ ਐਕਸਟੈਂਸ਼ਨ ਪੁੱਛ ਰਿਹਾ। MS 19 2019 ਦੀ ਗੱਲ ਕਰ ਰਿਹਾ। ਦੇਖੋ ਪਹਿਲੀ ਫੇਰ ਗਲਤ ਹੋ ਗਈ, ਹੁਣ ਬੱਚੇ ਭੁਲੇਖਾ ਖਾ ਜਾਣਗੇ। ਡਾਟ ਪੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਐਕਸ, ਹੁਣ ਬੱਚੇ ਇੱਥੇ ਬਹੁਤ ਭੁਲੇਖਾ ਖਾ ਕੇ ਆਏ, ਬਹੁਤ ਗਲਤ ਕਰਕੇ ਆਏ। ਇੱਥੇ ਲਿਖਿਆ PPXT, ਤਾਂ ਗਲਤ ਹੋ ਗਿਆ ਜੀ। PPF ਵੀ ਨਹੀਂ ਹੈਗਾ, ਤਾਂ ਨਾਈਦਰ 1 ਨੋਰ 2, ਨਾਈਦਰ 1 ਨੋਰ 2, ਦੋਵਾਂ ਦੇ ਵਿੱਚ ਕੋਈ ਵੀ ਨਹੀਂ ਹੈਗਾ ਭਾਈ। ਅੱਗੇ ਗੱਲ ਕਰਦੇ ਹਾਂ, ਦੇਖੋ ਆਵੇ ਕਿੰਨਾ ਦਿਮਾਗ ਲਾ ਕੇ ਕੁਐਸਚਨ ਬਣਾਇਆ। ਕਹਿੰਦਾ ਇਨ ਪਾਵਰਪੁਆਇੰਟ 2019 ਵਿਚ ਆਫ ਦਾ ਫੋਲੋਇੰਗ ਪੇਅਰ ਆਫ ਸ਼ਾਰਟਕਟ ਕੀ ਇਜ਼ ਕਰੈਕਟ। ਤਾਂ ਦੇਖੋ ਦੋਵੇਂ ਇਹ ਕੀ ਕੀਤਾ, ਉਹਨਾਂ ਨੇ ਬੜਾ ਦਿਮਾਗ ਲਾਇਆ, ਉਹਨਾਂ ਨੇ ਕਿਹਾ ਕਰੈਕਟ ਨਹੀਂ, ਉਹਨਾਂ ਨੇ ਇਨਕਰੈਕਟ ਕਰਤਾ। ਉਹਨਾਂ ਨੇ ਕੀ ਕਰਤਾ, ਜਿਹੜੀ ਕੰਟਰੋਲ ਪਲੱਸ ਇਕੁਅਲ ਟੂ, ਚਲੋ ਮੈਂ ਦੇਖੋ ਦੱਸਦਾ, ਉਲਟ ਦੱਸਿਆ ਹੋਇਆ, ਜਿਹੜੀ ਸੁਪਰਸਕ੍ਰਿਪਟ ਦੀ ਉਹ ਸਬਸਕ੍ਰਿਪਟ ਚ ਲਿਖਤੀ, ਸਬਸਕ੍ਰਿਪਟ ਦੀ ਸੁਪਰਸਕ੍ਰਿਪਟ ਚ ਲਿਖਤੀ, ਉਲਟ ਲਿਖਤਾ ਜਾਣ ਕੇ ਬੱਚੇ ਨੂੰ ਕਨਫਿਊਜ਼ ਕਰਨ ਵਾਸਤੇ। ਇਹਦਾ ਆਨਸਰ ਬਣਦਾ ਜੀ ਡੀ, ਨਾ ਤਾਂ ਨਾ ਪਹਿਲੀ ਕਰੈਕਟ ਨਾ ਦੂਜੀ ਕਰੈਕਟ ਹੈ। ਕਿਉਂ, ਤੁਹਾਨੂੰ ਮੈਂ ਉਹਦਾ ਕਾਰਨ ਕੀ ਹੈ ਤੁਹਾਨੂੰ ਦੱਸਦਾ ਮੈਂ। ਕੰਟਰੋਲ ਤੇ ਇਕੁਅਲ ਟੂ ਨੱਪੋਗੇ, ਦੋਨੇ ਇਕੱਠੇ ਨੱਪੋਗੇ, ਪਲੱਸ ਦਾ ਸਾਈਨ ਦਾ ਮਤਲਬ ਕਹਿੰਦਾ ਕਿ ਕੰਟਰੋਲ ਪਲੱਸ ਵਾਲੀ ਜਿਹੜੀ ਹੁੰਦੀ ਹੈ ਕੀ ਦੱਬ ਦੋਗੇ ਤਾਂ ਤੁਹਾਡਾ ਕੀ ਹੋ ਜਾਊਗਾ ਜੀ, ਸਬਸਕ੍ਰਿਪਟ ਹੋ ਜਾਊਗਾ। ਕੀ ਹੋ ਜਾਊਗਾ ਜੀ, ਸਬਸਕ੍ਰਿਪਟ ਹੋ ਜਾਊਗਾ। ਠੀਕ ਹੈ, ਕੰਟਰੋਲ ਤੇ ਇਕੁਅਲ ਟੂ ਨੱਪੋਗੇ ਤਾਂ ਸਬਸਕ੍ਰਿਪਟ ਹੋਊਗਾ। ਸਬਸਕ੍ਰਿਪਟ ਦਾ ਮਤਲਬ ਹੁੰਦਾ ਜਿਵੇਂ H2O, ਆ 2 ਕੀ ਹੋ ਗਿਆ, ਸਬ ਹੋ ਗਿਆ। ਜੇ ਤੁਸੀਂ ਕੰਟਰੋਲ, ਠੀਕ ਹੈ ਜੀ, ਤੇ ਕੰਟਰੋਲ ਪਲੱਸ ਸ਼ਿਫਟ, ਕੰਟਰੋਲ ਨਾਲ ਦੱਬ ਕੇ, ਸ਼ਿਫਟ ਦੱਬ ਕੇ, ਉਸ ਤੋਂ ਬਾਅਦ ਤੁਸੀਂ ਪਲੱਸ ਦਾ ਸਿੰਬਲ ਦੱਬਦੇ ਹੋ, ਫਿਰ ਤੁਹਾਡਾ ਕੀ ਬਣ ਜਾਊਗਾ ਜੀ, ਤੁਹਾਡਾ ਸੁਪਰ ਬਣ ਜਾਊਗਾ। ਸੁਪਰ ਹੁੰਦਾ ਜਿਵੇਂ x ਦੀ ਪਾਵਰ 2, ਤਾਂ ਉੱਪਰ ਵਾਲਾ ਤਾਂ ਗਲਤੀ ਹੈ। ਤਾਂ ਦੋਨੇ ਕੀ ਨੇ, ਗਲਤ ਨੇ ਇੱਥੇ, ਧਿਆਨ ਦੇ ਨਾਲ ਦੋਨੇ ਦੱਸਤੀਆਂ ਮੈਂ, ਬਾਰ-ਬਾਰ ਪੁੱਛੀਆਂ ਜਾਂਦੀਆਂ, ਬਾਰ-ਬਾਰ ਪੁੱਛੀਆਂ ਜਾਂਦੀਆਂ। ਪਾਵਰ ਪੁਆਇੰਟ ਦੇ ਵਿੱਚ ਵੀ ਸੇਮ ਹੈ, ਐਕਸਲ ਦੇ ਵਿੱਚ ਵੀ ਸੇਮ ਹੈ, ਤੇ ਆਪਣੇ ਵਰਡ ਦੇ ਵਿੱਚ ਵੀ ਸੇਮ ਹੈ। ਅੱਗੇ ਆ ਗਿਆ ਜੀ, ਕਹਿੰਦਾ ਜੀ ਆਪਟੀਕਲ ਮਾਊਸ। ਮਾਊਸ ਵੀ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਜੀ, ਮਕੈਨੀਕਲ, ਆਪਟੀਕਲ ਤੇ ਵਾਇਰਲੈਸ। ਠੀਕ ਹੈ, ਇਹ ਵੀ ਮੈਂ ਕਰਵਾਇਆ ਹੋਇਆ। ਤੇ ਹੁਣ ਆਪਾਂ ਨੂੰ ਪੁੱਛਦਾ, ਕਹਿੰਦਾ ਜਿਹੜਾ ਆਪਟੀਕਲ ਮਾਊਸ ਹੈਗਾ ਉਹ ਹੁੰਦਾ ਕੀ ਰਾਜੇ, ਉਹ ਹੁੰਦਾ ਜੀ ਫੋਟੋ ਡਿਟੈਕਟਰ। ਕੀ ਹੁੰਦਾ ਜੀ, ਤੁਹਾਡਾ ਫੋਟੋ ਡਿਟੈਕਟਰ ਹੁੰਦਾ ਹੈ। ਉਹਦੇ ਵਿੱਚ ਨਾ ਇੱਕ ਮਤਲਬ ਲਾਈਟ ਲੱਗੀ ਹੁੰਦੀ, ਤੁਹਾਨੂੰ ਮੈਂ ਦੱਸਦਾ। ਆ ਦੇਖੋ, ਆ ਜਿਹੜੀ ਜਿਹਦੇ ਵਿੱਚ ਲੇਜ਼ਰ ਲਾਈਟ ਲੱਗੀ ਹੁੰਦੀ ਹੈ, ਉਹ ਲਾਈਟ ਕੀ ਕਰਦੀ ਆ, ਉਹਦੇ ਅੰਦਰ ਇੱਕ ਨਾ ਜਿਹੜਾ ਮਤਲਬ ਟੈਕਨੋਲੋਜੀ ਕੰਮ ਕਰਦੀ ਹੈ, ਡਿਟੈਕਟਰ ਹੁੰਦਾ, ਫੋਟੋ ਲਾਈਟ ਸੈਂਸਰ ਹੁੰਦਾ, ਡਿਟੈਕਟਰ ਹੁੰਦਾ, ਉਹ ਕੰਮ ਕਰਦਾ। ਤੇ ਇਹੀ ਚੀਜ਼ ਉਹਨੇ ਪੁੱਛੀ ਹੋਈ ਹੈ। ਕਹਿੰਦਾ ਆਪਟੀਕਲ ਮਾਊਸ ਹੈਜ਼ ਬਿਲਟ ਇਨ ਹੀਟ ਡਿਟੈਕਟਰ, ਫੋਟੋਨ ਡਿਟੈਕਟਰ, ਇਲੈਕਟ੍ਰੋਨ ਡਿਟੈਕਟਰ। ਨਹੀਂ ਜੀ, ਫੋਟੋ ਡਿਟੈਕਟਰ ਹੁੰਦਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਮਲਟੀਪਲ ਡਿਸਕ ਆਰ ਸਟੈਕਡ। ਸਟੈਕ ਦਾ ਮਤਲਬ ਕੀ ਹੁੰਦਾ, ਜੇ ਮੰਨ ਲਓ ਮੈਂ ਘਰ ਦੇ ਵਿੱਚ ਕੀ ਹੈ, ਮੰਨ ਲਓ ਇੱਕ ਕਿਤਾਬ ਹੈ, ਇੱਕ ਕਿਤਾਬ ਦੇ ਉੱਪਰ ਇੱਕ ਦੂਜੀ ਕਿਤਾਬ ਰੱਖਤੀ, ਦੂਜੀ ਕਿਤਾਬ ਤੇ ਤੀਜੀ ਕਿਤਾਬ ਰੱਖਤੀ, ਚੌਥੀ ਕਿਤਾਬ ਰੱਖਤੀ, ਇਹਨੂੰ ਕਹਿ ਦਿੰਦੇ ਜੀ ਸਟੈਕ। ਕੰਪਿਊਟਰ ਦੀ ਭਾਸ਼ਾ 'ਚ ਵੀ ਕਹਿ ਦਿੰਦੇ ਆ, ਦੇਸੀ ਭਾਸ਼ਾ 'ਚ, ਸਿੰਪਲ ਭਾਸ਼ਾ 'ਚ ਵੀ ਕਹਿ ਦਿੰਦੇ ਆ ਸਟੈਕ। ਠੀਕ ਹੈ, ਤਾਂ ਕਹਿੰਦਾ ਮਲਟੀਪਲ ਡਿਸਕ ਨੂੰ, ਮਤਲਬ ਇੱਕ ਡਿਸਕ ਹੈ, ਉਹਦੇ ਉੱਤੇ ਇੱਕ ਡਿਸਕ ਹੋਰ ਰੱਖਤੀ, ਇੱਕ ਹੋਰ ਰੱਖਤੀ, ਇੱਕ ਹੋਰ ਰੱਖਤੀ। ਹੁਣ ਇਹਨੂੰ ਕਹਿੰਦੇ ਆ ਜੀ ਡਿਸਕ ਪੈਕ। ਇਹਨੂੰ ਕੀ ਕਹਿ ਦਿੰਦੇ ਆ, ਡਿਸਕ ਪੈਕ ਕਹਿ ਦਿੰਦੇ ਆ। ਇਹ ਨਾ ਹਾਰਡ ਡਿਸਕ ਦੇ ਵਿੱਚ ਟੈਕਨੋਲੋਜੀ ਯੂਜ਼ ਹੁੰਦੀ ਹੈ। ਜੇ ਮੰਨ ਲਓ ਇੱਕ ਡਿਸਕ, ਉਹਦੀ ਡਿਸਕ ਦੇ ਉੱਪਰ ਇੱਕ ਡਿਸਕ ਹੈ, ਇੱਕ ਡਿਸਕ ਹੈ, ਡਿਸਕ ਹੈ, ਡਿਸਕ ਹੈ, ਇਹ ਹਾਰਡ ਡਿਸਕ ਦੇ ਵਿੱਚ ਟੈਕਨੋਲੋਜੀ ਯੂਜ਼ ਹੁੰਦੀ ਹੈ। ਇਹਨੂੰ ਕਹਿ ਦਿੰਦੇ ਆ ਡਿਸਕ ਪੈਕ। ਕੀ ਕਹਿ ਦਿੰਦੇ ਆ, ਡਿਸਕ ਪੈਕ ਕਹਿ ਦਿੰਦੇ ਆ। ਜਾਂ ਤੁਸੀਂ ਪੁਰਾਣੇ ਟਾਈਮ ਤੇ ਦੇਖਿਆ ਹੋਊਗਾ, ਜਦੋਂ ਸੀਡੀਆਂ ਆਉਂਦੀਆਂ ਸੀਗੀਆਂ,
ਜਦੋਂ ਆਪਾਂ ਮੰਨ ਲਓ ਸੀੜੀਆਂ ਆਉਂਦੀਆਂ ਸੀਗੀਆਂ, ਆਪਾਂ ਕੀ ਕਰਦੇ ਸੀਗੇ, ਮੰਨ ਲਓ ਇੱਕ ਨਾ ਆਪਣੇ ਕੋਲੇ ਐ ਟ੍ਰਾਂਸਪੇਰੈਂਟ ਬਣਿਆ ਹੁੰਦਾ ਸੀਗਾ, ਉਹਦੇ ਵਿੱਚ ਆਪਾਂ ਸੀੜੀਆਂ ਰੱਖ ਦਿੰਦੇ ਸੀਗੇ, ਇੱਕ ਸੀੜੀ, ਦੂਜੀ ਸੀੜੀ, ਤੀਜੀ ਸੀੜੀ, ਚੌਥੀ ਸੀੜੀ, ਉਹ ਵੀ ਇੱਕ ਡਿਸਕ ਪੈਕ ਹੀ ਕਹਿੰਦੇ ਸੀ ਉਹਨੂੰ ਵੀ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਪਾਵਰ ਪੁਆਇੰਟ 2019 ਕਹਿੰਦਾ ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਕਾਪੀ ਫਾਰਮੈਟਿੰਗ ਓਨਲੀ। ਇਹ ਮੈਂ ਦੇਖੋ ਤੋਂ ਵਾਰ-ਵਾਰ ਚੀਕ ਕੇ ਕਿਹਾ ਸੀ, ਇਹ ਆਊਗਾ ਕੁਐਸਚਨ, ਕਿਉਂਕਿ ਜੇ ਆਪਾਂ ਗੱਲ ਹੈ ਕਾਪੀ ਦੀ ਗੱਲ ਕਰੀਏ ਤਾਂ ਕਾਪੀ ਦਾ ਸਭ ਨੂੰ ਪਤਾ ਹੁੰਦਾ, ਕੰਟਰੋਲ ਪਲੱਸ ਸੀ ਕਾਪੀ ਹੈ, ਕੰਟਰੋਲ ਪਲੱਸ ਵੀ ਕੀ ਹੈ ਜੀ, ਪੇਸਟ ਵਾਸਤੇ ਹੈ। ਬਟ ਉਹਨਾਂ ਨੇ ਫਾਰਮੈਟਿੰਗ ਪੁੱਛਣਾ ਸੀ, ਮੈਂ ਪਹਿਲਾਂ ਮੈਨੂੰ ਪਤਾ ਸੀ ਜਾਣ ਕੇ ਉਹ ਦਿਮਾਗ ਲਾਉਣਗੇ ਜ਼ਰੂਰ, ਠੀਕ ਹੈ। ਤਾਂ ਇਹਦਾ ਰਾਈਟ ਆਂਸਰ ਕੀ ਬਣਦਾ ਜੀ ਆਪਣਾ 34 ਦਾ ਰਾਈਟ ਆਂਸਰ ਬਣਦਾ ਆਪਣਾ ਜਿਹੜਾ ਜੀ, ਇਹ ਬਣਦਾ ਜੀ ਸੀ, ਠੀਕ ਹੈ। ਕੰਟਰੋਲ ਪਲੱਸ ਸ਼ਿਫਟ ਪਲੱਸ ਸੀ ਕੀ ਹੈ ਜੀ, ਇਹ ਤੁਹਾਡਾ ਫਾਰਮੈਟ ਕਾਪੀ ਕਰਨ ਵਾਸਤੇ। ਤਾਂ ਦੇਖੋ ਮੈਂ ਕਰਵਾਇਆ ਹੋਇਆ, ਜੇ ਆਪਾਂ ਪੇਸਟ ਕਰਨਾ ਤਾਂ ਕੰਟਰੋਲ ਸ਼ਿਫਟ ਪਲੱਸ ਵੀ ਹੈ, ਕਾਪੀ ਕਰਨਾ ਤਾਂ ਕੰਟਰੋਲ ਸ਼ਿਫਟ ਪਲੱਸ ਕੀ ਹੈ, ਸੀ ਹੈ, ਠੀਕ ਹੈ ਜੀ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਕਹਿੰਦਾ ਪੁੱਛ ਰਿਹਾ, ਕਹਿੰਦਾ ਜੀ ਕਮਿਊਨੀਕੇਸ਼ਨ ਬਿਟਵੀਨ ਦਾ ਕੀਬੋਰਡ ਐਂਡ ਸੀਪੀਯੂ। ਤਾਂ ਤੁਹਾਨੂੰ ਮੈਂ ਨਾ ਰਾਜੇ ਸਿੰਪਲੈਕਸ, ਹਾਫ ਡੁਪਲੈਕਸ ਜਿਹਨੂੰ ਠੀਕ ਹੈ ਜੀ HDX ਬੋਲਦੇ ਆ, ਤੇ FDX ਵੀ ਕਰਾਇਆ ਹੋਇਆ ਫੁੱਲ ਡੁਪਲੈਕਸ, ਠੀਕ ਹੈ। ਤਾਂ ਦੇਖੋ ਕਮਿਊਨੀਕੇਸ਼ਨ ਬਿਟਵੀਨ ਕੀਬੋਰਡ ਐਂਡ CPU ਕਹਿਣ ਦਾ ਭਾਵ ਕਿ ਇੱਕ ਡਾਇਰੈਕਸ਼ਨ ਨੂੰ ਕੀ ਹੋਊਗੀ, ਕਮਿਊਨੀਕੇਸ਼ਨ ਹੋਊਗੀ। ਆ CPU ਹੈ, ਕੀਬੋਰਡ ਹੈ, ਕੀਬੋਰਡ ਸਿਰਫ ਡਾਟਾ ਕੀ ਕਰ ਸਕਦਾ, ਇਨਪੁਟ ਕਰ ਸਕਦਾ ਹੈ, ਬਟ ਵਾਪਸ ਕੀਬੋਰਡ ਦੇ ਵਿੱਚ ਡਾਟਾ ਆ ਨਹੀਂ ਸਕਦਾ, ਕਿ ਇੱਕ ਡਾਇਰੈਕਸ਼ਨ ਨੂੰ ਹੀ ਡਾਟਾ ਮੂਵ ਕਰੂਗਾ, ਉਹਨੂੰ ਕਹਿੰਦੇ ਆ ਜੀ ਸਿੰਪਲੈਕਸ। ਤਾਂ ਇਹਦਾ ਰਾਈਟ ਆਂਸਰ ਬਣੂਗਾ ਜੀ 4। ਹਾਫ ਡੁਪਲੈਕਸ ਹੁੰਦਾ ਵੀ ਡਾਟਾ ਜਾ ਵੀ ਸਕਦਾ, ਆ ਵੀ ਸਕਦਾ, ਪਰ ਇੱਕੋ ਟਾਈਮ ਤੇ ਨਹੀਂ ਆ ਸਕਦਾ, ਜਿਵੇਂ ਵਾਕੀ ਟਾਕੀ। ਅੱਗੇ ਹੁੰਦਾ ਜੀ ਫੁੱਲ ਡੁਪਲੈਕਸ, ਜਿਹਦੇ ਵਿੱਚ ਡਾਟਾ ਆ ਵੀ ਸਕਦਾ, ਜਾ ਵੀ ਸਕਦਾ ਇੱਕੋ ਟਾਈਮ ਤੇ, ਜਿਵੇਂ ਮੋਬਾਈਲ ਸਿਸਟਮ ਜਾਂ ਟੈਲੀਫੋਨ ਸਿਸਟਮ ਕਹਿ ਲਓ। ਤੇ ਇਹ ਸਾਰੇ ਬਹੁਤ ਪੁੱਛੇ ਜਾਂਦੇ ਹੁੰਦੇ ਭਾਈ, ਠੀਕ ਹੈ, ਪੁੱਛੇ ਜਾਂਦੇ ਹੁੰਦੇ ਆ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਫੇਸਬੁੱਕ ਹੈਜ਼ ਗਿਵਨ ਸਮ ਟਿਪਸ ਟੂ ਆਇਡੈਂਟੀਫਾਈ ਫੇਕ ਨਿਊਜ਼। ਕਹਿੰਦਾ ਵੀ ਫੇਸਬੁੱਕ ਨੇ ਆਪਣੇ ਯੂਜ਼ਰ ਨੂੰ ਕੁਝ ਟਿਪਸ ਦਿੱਤੇ ਸੀਗੇ ਫੇਕ ਨਿਊਜ਼ ਦੇ ਬਾਰੇ। ਹੁਣ ਉਹਦੇ ਵਿੱਚ ਕਹਿੰਦਾ ਜੀ ਜਿਹੜਾ ਪਹਿਲਾ ਹੈਗਾ, ਠੀਕ ਹੈ, ਪਹਿਲਾ ਕੀ ਹੈਗਾ ਜੀ, ਕਹਿੰਦਾ ਸਕੈਪਟੀਕਲ। ਸਕੈਪਟੀਕਲ ਹੁੰਦਾ ਜੀ, ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਆ ਵੀ ਕੋਈ ਸ਼ੱਕੀ ਨਿਊਜ਼ ਹੈ, ਗਲਤ ਨਿਊਜ਼ ਆ, ਆਪਾਂ ਉਹਨੂੰ ਉਹਦੇ ਧਿਆਨ ਨਹੀਂ ਦੇਣਾ ਹੈਡਲਾਈਨਸ ਦੇ ਉੱਪਰ। ਕਹਿੰਦਾ ਹੈਵ ਏ ਕਲੋਜ਼ ਲੁੱਕ ਐਟ ਦਾ ਲਿੰਕ, ਕੋਈ ਵੀ ਲਿੰਕ ਤੇ ਕਲਿੱਕ ਕਰਨਾ ਪਹਿਲਾਂ ਚੈੱਕ ਕਰ ਲਓ ਵੀ ਠੀਕ ਆ ਕਿ ਫੇਕ ਹੈ। ਕਹਿੰਦਾ ਚੈੱਕ ਫੋਟੋਜ਼, ਕਿਸੇ ਫੋਟੋ ਤੇ ਜਾਣ ਤੋਂ ਪਹਿਲਾਂ ਚੈੱਕ ਕਰ ਲਓ। ਇਨਸ਼ੋਰ ਸੋਰਸ, ਠੀਕ ਹੈ, ਮਤਲਬ ਕਹਿੰਦਾ ਭਾਵ ਕਿ ਸਾਰੇ ਇਹ ਦੱਸੇ ਉਹਨਾਂ ਨੇ ਟਿਪਸ ਵੀ ਆਹ ਚੀਜ਼ਾਂ ਤੁਸੀਂ ਕਰਨੀਆਂ ਨੇ। ਤਾਂ ਇਹਦਾ ਮਤਲਬ ਕੀ ਹੈ ਜੀ, ਸਾਰੇ ਕੀ ਹੋ ਗਏ, ਠੀਕ ਹੋ ਗਏ, ਇਹ ਸਾਰੇ ਟਿਪਸ ਦਿੱਤੇ ਆ ਫੇਸਬੁੱਕ ਨੇ। ਅੱਗੇ ਚੱਲਦੇ ਹਾਂ ਜੀ, ਅੱਗੇ ਦੇਖੋ ਮੈਚਿੰਗ ਵਾਲਾ ਆ ਗਿਆ। ਅੱਗੇ ਆਪਣੇ ਕੋਲ ਕੀ ਆ ਗਿਆ ਜੀ, ਮੈਚਿੰਗ ਵਾਲਾ ਆ ਗਿਆ, ਇਹ ਵੀ ਬਹੁਤ ਵਧੀਆ ਹੈ, ਠੀਕ ਹੈ। ਇਹ ਤਾਂ ਬਹੁਤ ਜ਼ਿਆਦਾ ਵਧੀਆ, ਮਤਲਬ ਕਿ ਸੌਖਾ ਕੁਐਸਚਨ ਕਹਿ ਸਕਦੇ ਹਾਂ ਆਪਾਂ। ਚਲੋ ਜੀ ਆਪਾਂ ਕਰਦੇ ਹਾਂ ਸੌਖੇ ਕੁਐਸਚਨ ਨੂੰ। ਇੱਕ ਇਹਦੇ ਵਿੱਚ ਮੈਂ ਡਾਇਗਰਾਮ ਤੁਹਾਨੂੰ ਸਮਝਾਉਣਾ, ਇੱਕ ਮਿੰਟ, ਬੜੀ ਵਧੀਆ ਚੀਜ਼ ਹੈ। ਹੁਣ ਦੇਖੋ ਡਾਇਗਰਾਮ ਦੇ ਵਿੱਚ ਕੀ ਦਿੱਤਾ ਹੋਇਆ ਜੀ, ਮੈਚਿੰਗ ਕਰਨੀ ਆਪਾਂ, ਜਿਹੜਾ ਆਹ ਰੋਮਨ ਨੰਬਰ ਦਿੱਤੇ ਹੋਏ ਆ ਸਿੰਪਲ ਨੰਬਰ ਦੇ ਨਾਲ। ਪਹਿਲਾਂ ਆਪਾਂ ਇਮੇਜ ਸਕੈਨਰ ਦੀ ਗੱਲ ਕਰਦੇ ਹਾਂ। ਤੁਹਾਨੂੰ ਮੈਂ ਦੱਸਿਆ ਸੀ ਜਿਹੜਾ ਇਮੇਜ ਸਕੈਨਰ ਕਿਹੜਾ ਹੁੰਦਾ, ਜਿਹੜਾ ਹੁੰਦਾ ਫਲੈਟ ਬੈਡ। ਫਲੈਟ ਬੈਡ ਕਹਿਣ ਦਾ ਭਾਵ ਕੀ ਹੈ, ਇਹ ਪਹਿਲੇ ਦਾ ਕੀ ਹੋ ਗਿਆ ਜੀ, ਥਰਡ ਰੋਮਨ ਤੇ ਲਿਖ ਲੈਂਦੇ ਆਪਾਂ, ਸੈਕੰਡ ਦਾ ਕੀ ਹੋਊਗਾ ਤੇ ਥਰਡ ਦਾ ਕੀ ਹੋਊਗਾ। ਇਸ ਤੋਂ ਬਾਅਦ ਆ ਗਿਆ ਜੀ ਬਾਰਕੋਡ। ਹੁਣ ਤੁਸੀਂ ਸ਼ਾਪਿੰਗ ਕਰਨ ਜਾਂਦੇ ਹੋਵੋਗੇ, ਗਰੋਸਰੀ ਸਟੋਰ ਜਾਂਦੇ ਆ, ਜਾਂ ਕਿ ਸ਼ੋਰੂਮ ਤੇ ਸ਼ਰਟ ਵਗੈਰਾ ਲੈਣ ਜਾਂਦੇ ਹੋ, ਕੱਪੜੇ ਲੈਣ ਜਾਂਦੇ ਹੋ, ਉੱਥੇ ਮਤਲਬ ਕਿ ਜਿਹੜਾ ਹੈਂਡ ਹੈਲਡ ਸਕੈਨਰ ਯੂਜ਼ ਹੁੰਦਾ ਉਹਨੂੰ ਕਹਿੰਦੇ ਆ ਜੀ ਬਾਰਕੋਡ ਰੀਡਰ। ਤਾਂ ਇਹ ਕਿੱਥੇ ਯੂਜ਼ ਹੁੰਦਾ ਜੀ, ਆਪਣਾ ਸਟੇਸ਼ਨਰੀ ਸਕੈਨਰ ਕਹਿ ਦਿੰਦੇ ਇਹਨੂੰ, ਠੀਕ ਹੈ। ਤਾਂ ਸੈਕੰਡ ਦਾ ਹੋ ਗਿਆ ਜੀ ਫਸਟ। ਤਾਂ ਜਿਹੜਾ OCR ਹੈਗਾ ਜੀ, ਹੁਣ OCR ਤੁਹਾਨੂੰ ਮੈਂ ਪੜਾਇਆ ਵੀ ਹੋਇਆ ਰਾਜੇ, ਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਹੁੰਦੇ ਆ। ਇਹ ਹੈਗਾ ਜੀ ਇੱਕ ਤਰ੍ਹਾਂ ਦਾ ਆਪਟੀਕਲ ਕਰੈਕਟਰ, ਠੀਕ ਹੈ ਜੀ, ਰੈਕੋਗਨੀਸ਼ਨ, ਠੀਕ ਹੈ। ਇਹ ਹੁਣ ਇਹ ਨਾ ਸਪੈਸ਼ਲ, ਜਿਵੇਂ ਮੰਨ ਲਓ ਕੋਈ ਬੁੱਕ ਹੈ, ਬੁੱਕ ਦੇ ਵਿੱਚ ਕੋਈ ਪਾਰਟਿਕੂਲਰ ਤੁਸੀਂ ਕੋਈ ਪੋਰਸ਼ਨ ਨੂੰ ਕੀ ਕਰਨਾ, ਸੌਫਟ ਕਾਪੀ ਦੇ ਵਿੱਚ ਜਨਰੇਟ ਕਰਨਾ, ਉਹਦੇ ਵਾਸਤੇ ਵਰਤਿਆ ਜਾਂਦਾ ਹੈ। ਬਟ ਇੱਥੇ ਬੜਾ ਟੇਢਾ ਕੁਐਸਚਨ ਪੁੱਛ ਲਿਆ, ਕਿਉਂਕਿ ਜਿਹੜਾ OCR ਨਾ ਇੱਕ ਸਪੈਸ਼ਲ ਫਾਉਂਟ ਆਇਆ ਸੀਗਾ, OCR-A ਕਹਿਣ ਦਾ ਭਾਵ ਇਹ ਕੀ ਹੈ, ਸੈਕੰਡ ਨੂੰ OCR-A ਇੱਕ ਨਾ ਸਪੈਸ਼ਲ ਫਾਉਂਟ ਆਇਆ ਸੀਗਾ, ਲਗਭਗ ਇਹ 1968 ਦੇ ਵਿੱਚ ਆਇਆ ਸੀਗਾ। 1968 ਦੇ ਵਿੱਚ ਸਪੈਸ਼ਲ ਫਾਉਂਟ ਤਿਆਰ ਕੀਤਾ ਸੀਗਾ, ਉਹਦੇ ਵਿੱਚ ਵਰਤਿਆ ਜਾਂਦਾ ਸੀਗਾ। ਤਾਂ ਇਹਦਾ ਰਾਈਟ ਆਂਸਰ ਕੀ ਬਣਦਾ, ਤੁਸੀਂ ਲਗਾ ਲਓ ਹਿਸਾਬ, ਪਹਿਲੇ ਦਾ ਤੀਜਾ ਹੈ, ਠੀਕ ਹੈ ਜੀ, ਦੂਜੇ ਦਾ ਪਹਿਲਾ ਹੈ, ਤੇ ਤੀਜੇ ਦਾ ਦੂਜਾ ਹੈ, ਤੇ ਥਰਡ ਆਂਸਰ ਬਣ ਗਿਆ। ਕਿਹੜਾ ਆਂਸਰ ਬਣ ਗਿਆ ਆਪਣੇ ਕੋਲੇ, ਥਰਡ ਆਂਸਰ ਬਣ ਗਿਆ। ਅੱਗੇ ਚੱਲਦੇ ਹਾਂ ਜੀ, ਕਹਿੰਦਾ ਇਨ MS ਪਾਵਰਪੁਆਇੰਟ 2019 ਕਹਿੰਦਾ ਵਿਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਕੱਟ ਸਿਲੈਕਟਡ ਆਬਜੈਕਟ। ਕੱਟ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਆਪਾਂ ਕੋਈ ਚੀਜ਼ ਨੂੰ ਕੱਟ ਕਰਦੇ ਹਾਂ, ਪੁਰਾਣੇ ਟਾਈਮ ਤੇ ਮਾਸਟਰ ਕਾਂਟਾ ਮਾਰ ਦਿੰਦੇ ਸੀ ਕੱਟ ਦੇ ਵਿੱਚ। ਤਾਂ ਕੱਟ ਤੋਂ ਯਾਦ ਰੱਖ ਲਿਓ ਕੰਟਰੋਲ X, ਕੰਟਰੋਲ X ਤੋਂ ਯਾਦ ਰੱਖ ਲਿਓ ਵੀ ਕਾਂਟਾ ਮਾਰਤਾ ਮਾਸਟਰ ਨੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਸਾਈਬਰ ਸਿਕਿਉਰਿਟੀ ਕਹਿੰਦਾ ਸ਼ੁੱਡ ਬੀ ਅਪਲਾਈਡ ਟੂ ਵਿਚ ਆਫ ਦਾ ਫੋਲੋਇੰਗ ਕੰਪਿਊਟਰ ਡਿਵਾਈਸਿਸ। ਤਾਂ ਸਾਈਬਰ ਸਿਕਿਉਰਿਟੀ ਤਾਂ ਲੈਪਟਾਪ ਤੇ ਵੀ ਹੈ, ਸਮਾਰਟਫੋਨ ਤੇ ਵੀ ਹੈ, ਸਰਵਰ ਕੀ ਹੁੰਦੇ, ਇੱਕ ਸਪੈਸ਼ਲ ਕੰਪਿਊਟਰ ਹੁੰਦੇ ਆ ਜਿਹੜੇ ਫਾਸਟ ਹੁੰਦੇ ਆ। ਤਾਂ ਸਾਰਿਆਂ ਦੇ ਉੱਪਰ ਹੀ ਕੀ ਹੈ, ਲਾਗੂ ਹੁੰਦੀ ਹੈ ਭਾਈ, ਠੀਕ ਹੈ, 1 ਸੈਕੰਡ ਤੇ ਥਰਡ। ਅੱਗੇ ਕਹਿੰਦਾ ਜੀ ਵਟ ਇਜ਼ ਦਾ ਫੰਕਸ਼ਨ ਆਫ ਦਾ F2। ਦੇਖੋ ਫੰਕਸ਼ਨ ਕੀ ਸਾਰੀਆਂ ਪੜ੍ਹਨੀਆਂ ਨੇ, F1 ਤੋਂ ਲੈ ਕੇ ਜਿੰਨੀਆਂ ਵੀ F12 ਹੈਗੀਆਂ ਨੇ। ਚਲੋ ਮੈਂ ਹੁਣ ਕਰਾ ਹੀ ਦਿੰਦਾ, ਕੱਲ ਪੇਪਰ ਹੈ, ਸ਼ਾਇਦ ਤੁਸੀਂ ਕਿੱਥੇ ਲੱਭੋਗੇ।
F2 ਦੀ ਗੱਲ ਕਰਦਾ ਰਾਜੇ। F2 ਜਿਹੜੀ ਹੈਗੀ ਆ ਕਹਿੰਦਾ ਕਾਹਦੇ ਵਾਸਤੇ ਵਰਤੀ ਜਾਂਦੀ ਹੈ, ਤਾਂ F2 ਜਿਹੜੀ ਕੀ ਹੈਗੀ ਆ ਬੇਟੇ, ਇਹ ਵਰਤੀ ਜਾਂਦੀ ਹੈ ਤੁਹਾਡੀ ਸੇਵ ਕਰਨ ਵਾਸਤੇ। ਠੀਕ ਹੈ, ਸੇਵ ਕਰਨ ਵਾਸਤੇ ਵੀ ਵਰਤੀ ਜਾਂਦੀ ਹੈ, ਵੈਸੇ ਰੀਨੇਮ ਵਾਸਤੇ ਵੀ ਵਰਤੀ ਜਾਂਦੀ ਹੈ, ਤਾਂ ਸੇਵ ਵਾਸਤੇ ਵੀ ਵਰਤੀ ਜਾਂਦੀ ਹੈ। ਅਲੱਗ-ਅਲੱਗ ਸੌਫਟਵੇਅਰ ਦੇ ਵਿੱਚ ਅਲੱਗ-ਅਲੱਗ ਕੰਮ ਕਰਦੀ ਹੈ। ਤੁਹਾਨੂੰ ਮੈਂ ਸਾਰੀਆਂ ਕੀਜ਼ ਕਰਵਾ ਰਿਹਾ ਜਲਦੀ ਜਲਦੀ, ਫਾਸਟ ਦੇ ਵਿੱਚ ਕਰਵਾਉਂਗਾ, ਤੁਸੀਂ ਜ਼ਰੂਰ ਨੋਟ ਕਰ ਲਿਓ ਪੇਪਰ 'ਚ ਜਾਣ ਤੋਂ ਪਹਿਲਾਂ। F1 ਜਿਹੜੀ ਕੀ ਹੈਗੀ ਰਾਜੇ, ਯੂਨੀਵਰਸਲ ਹੈਲਪ ਵਾਸਤੇ ਵਰਤੀ ਜਾਂਦੀ ਹੈ, ਕਿਸੇ ਵੀ ਸੌਫਟਵੇਅਰ ਦੇ ਵਿੱਚ ਹੈਲਪ ਵਾਸਤੇ ਵਰਤੀ ਜਾਂਦੀ ਹੈ। F2 ਕੀ ਹੈਗੀ ਹੈ ਰਾਜੇ, ਇੱਕ ਤਾਂ ਇਹ ਰੀਨੇਮ ਵਾਸਤੇ, ਠੀਕ ਹੈ, ਸੇਵ ਕਰਨ ਵਾਸਤੇ ਵੀ ਵਰਤੀ ਜਾਂਦੀ ਹੈ। ਪਲੱਸ ਨਾ ਇੱਕ ਹੁੰਦਾ ਕੰਟਰੋਲ ਪਲੱਸ F2 ਨੱਪ ਦੋਗੇ ਤੁਸੀਂ। ਜੇ ਮੰਨ ਲਓ ਤੁਸੀਂ ਕੰਟਰੋਲ ਪਲੱਸ F2 ਨੱਪ ਦੋਗੇ ਤਾਂ ਪ੍ਰਿੰਟ ਪ੍ਰੀਵਿਊ ਦਾ ਮਤਲਬ ਹੁੰਦਾ ਕਿ ਪ੍ਰਿੰਟ ਕੱਢਣ ਤੋਂ ਪਹਿਲਾਂ ਆਪਾਂ ਵਿਊ ਦੇਖਣਾ ਹੁੰਦਾ, ਉਹਦੇ ਵਾਸਤੇ ਵਰਤੀ ਜਾਂਦੀ ਹੈ। ਅੱਗੇ ਆ ਗਿਆ ਜੀ ਤੁਹਾਡਾ F3 ਕੀ ਹੁੰਦੀ ਹੈ ਜੀ, ਸਰਚ ਕਰਨ ਵਾਸਤੇ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਕੀ ਹੁੰਦੀ ਹੈ ਤੁਹਾਡੀ ਹੋਰ, ਇੱਕ ਹੁੰਦੀ ਹੈ ਜੀ ਸ਼ਿਫਟ ਪਲੱਸ F3, ਇਹ ਵੀ ਯਾਦ ਰੱਖ ਲਿਓ, ਵਰਡ ਦੇ ਵਿੱਚ ਯੂਜ਼ ਹੁੰਦੀ ਹੈ। ਇਹ ਹੁੰਦੀ ਹੈ ਜੀ ਚੇਂਜ ਕੇਸ ਵਾਸਤੇ। ਇੱਕ ਇਹਦੇ ਵਾਸਤੇ ਹੁੰਦੀ ਹੈ ਚੇਂਜ ਕੇਸ ਦਾ ਮਤਲਬ ਹੁੰਦਾ ਕਿ ਮੈਂ ਮੰਨ ਲਓ ABC ਲਿਖਿਆ, ਜਦੋਂ ਮੈਂ ਸ਼ਿਫਟ ਪਲੱਸ F3 ਕਰੂੰਗਾ ਇਹ ਹੋ ਜਾਊਗਾ ਜੀ ABC। ਇੱਕ ਵਾਰੀ ਹੋਰ ਨੱਪ ਦੂੰਗਾ ਕਿ ਉਹ ਕੈਪੀਟਲ ਦੇ ਵਿੱਚ ਹੋ ਜਾਊਗਾ, ਦੁਬਾਰਾ ਨੱਪੂਗਾ ਫਿਰ ਇਹ ਸੇਮ ਵਿੱਚ ਹੋ ਜਾਊਗਾ। ਕਹਿਣ ਦਾ ਭਾਵ ਕਿ ਅਪਰ ਕੇਸ ਟੂ ਲੋਅਰ ਕੇਸ ਟੂ ਅਪਰ ਕੇਸ ਦੇ ਵਿੱਚ ਜਾਣ ਵਾਸਤੇ ਹੁੰਦੀ ਹੈ ਸ਼ਿਫਟ ਪਲੱਸ F3। ਇਹ ਵੀ ਬਹੁਤ ਪੁੱਛੀ ਜਾਂਦੀ ਪੇਪਰ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ F4 ਕੀ, ਇਹ ਹੁੰਦੀ ਹੈ ਜੀ ਫਾਈਂਡ ਕਰਨ ਵਾਸਤੇ, ਸਰਚ ਕਰਨ ਵਾਸਤੇ ਕਹ ਲਓ, ਫਾਈਂਡ ਕਰਨ ਵਾਸਤੇ। ਇੱਕ ਹੁੰਦੀ ਹੈ ਜੀ Alt ਪਲੱਸ F4 ਕੀ, ਜੇ ਆਪਾਂ ਇਕੱਠੀਆਂ ਦੱਬ ਦਈਏ ਤਾਂ ਇਹ ਕੀ ਕਰਦਾ ਜੀ, ਕਹਿੰਦਾ ਕਲੋਜ਼ ਕਰ ਦਿੰਦਾ ਕਿਹਨੂੰ, ਜਿਹੜਾ ਕਰੰਟਲੀ ਆਪਾਂ ਡਾਕੂਮੈਂਟ ਖੋਲਿਆ ਹੋਇਆ ਨਾ ਉਹਨੂੰ ਕੀ ਕਰ ਦੂਗਾ, ਇਹ ਤਾਂ ਆਪਾਂ ਕੰਮ ਕਰ ਰਹੇ ਹਾਂ ਉਹਨੂੰ ਕੀ ਕਰ ਦੂਗਾ, ਕਲੋਜ਼ ਕਰ ਦੂਗਾ। ਅੱਗੇ ਕਰਦੇ ਹਾਂ ਜੀ ਜਿਹੜਾ F5 ਕੀ, F5 ਤੁਹਾਨੂੰ ਸਾਰਿਆਂ ਨੂੰ ਪਤਾ ਕਾਹਦੇ ਵਾਸਤੇ ਯੂਜ਼ ਹੁੰਦੀ ਹੈ, ਰੀਫਰੈਸ਼ ਵਾਸਤੇ। ਤੇ ਜੇ ਆਪਾਂ ਬਰਾਊਜ਼ਰ ਖੋਲਿਆ ਹੋਇਆ ਤਾਂ ਰੀਲੋਡ ਵੀ ਕਰ ਦਿੰਦਾ, ਬਰਾਊਜ਼ਰ ਮਤਲਬ ਵੈਬ ਬਰਾਊਜ਼ਰ ਦੀ ਗੱਲ ਕਰਦਾ। ਇਸ ਤੋਂ ਇਲਾਵਾ F5 ਕੀ ਕਰਦੀ ਹੈ, ਪਾਵਰ ਪੁਆਇੰਟ ਦੇ ਵਿੱਚ ਕੰਮ ਕਰਦੀ ਹੈ, ਜਿਹਦੇ ਵਿੱਚ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਪਾਵਰ ਪੁਆਇੰਟ ਦੇ ਵਿੱਚ ਕਾਹਦੇ ਵਾਸਤੇ ਕੰਮ ਕਰਦੀ ਹੈ, ਸਲਾਈਡ ਸ਼ੋਅ ਚਲਾਉਣ ਵਾਸਤੇ। ਠੀਕ ਹੈ, ਕਾਹਦੇ ਵਾਸਤੇ ਕੰਮ ਕਰਦੀ ਹੈ, ਸਲਾਈਡ ਸ਼ੋਅ ਚਲਾਉਣ ਵਾਸਤੇ ਕੰਮ ਕਰਦੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਅੱਗੇ ਆਪਣਾ F7 6 ਦੀ ਜ਼ਰੂਰਤ ਨਹੀਂ ਹੈਗੀ। F7 ਹੁੰਦਾ ਜੀ ਸਪੈਲ ਚੈਕਿੰਗ ਵਾਸਤੇ, ਸਪੈਲ ਚੈਕਰ ਕਹਿ ਦਿੰਦੇ ਇਹਨੂੰ, ਸਪੈਲਿੰਗ ਚੈੱਕ ਕਰਨ ਵਾਸਤੇ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇ ਮੈਂ ਸ਼ਿਫਟ ਪਲੱਸ F7 ਨੱਪ ਦੂੰਗਾ ਤਾਂ ਥਰੇਜ਼ਰ ਟੂਲ ਹੁੰਦਾ, ਜਿਵੇਂ ਸਿਨੋਨੀਅਮ ਅੰਟੋਨੀਅਮ ਆਪਾਂ ਵਰਤਦੇ ਹਾਂ ਉਹਦੇ ਵਾਸਤੇ। ਠੀਕ ਹੈ, ਤਾਂ ਇਹ ਕੀ ਕਰਦਾ ਜੀ, ਆਪਣਾ ਥਰੇਜ਼ਰ ਟੂਲ ਖੋਲ ਦਿੰਦਾ ਸ਼ਿਫਟ ਪਲੱਸ F7। F8 ਕੀ ਆ ਗਈ ਆਪਣੀ ਜੀ, F8 ਕੀ ਹੁੰਦੀ ਹੈ ਜੀ, ਸੇਫ ਮੋਡ ਦੇ ਵਿੱਚ ਜਾਣ ਵਾਸਤੇ। ਤੇ ਵਿੰਡੋਜ਼ ਮੰਨ ਲਓ ਕੋਈ ਆਪਰੇਟਿੰਗ ਸਿਸਟਮ ਚੱਲ ਰਿਹਾ, ਉਹਦੇ ਸੇਫ ਮੋਡ ਦੇ ਵਿੱਚ ਜਾਣਾ ਤਾਂ F8 ਕੀ ਨੱਪ ਦਿੰਦੇ ਆਪਾਂ। F11 ਜੀ ਬਹੁਤ ਪੁੱਛੀ ਜਾਂਦੀ ਹੈ, ਇਹ ਤਾਂ ਜੀ ਇੱਕ ਤਾਂ ਫੁੱਲ ਸਕਰੀਨ ਵਾਸਤੇ ਵਰਤੀ ਜਾਂਦੀ ਹੈ, ਜੇ ਆਪਾਂ ਕੋਈ ਚੀਜ਼ ਫੁੱਲ ਸਕਰੀਨ ਦੇਖਣੀ ਹੈ। ਇਸ ਤੋਂ ਇਲਾਵਾ ਐਕਸਲ ਦੇ ਵਿੱਚ ਜਿਹੜਾ ਕਿ ਕੁਐਸਚਨ ਵਾਰ-ਵਾਰ ਆਉਂਦਾ, ਐਕਸਲ ਦੇ ਵਿੱਚ ਕੋਈ ਚਾਰਟ ਇਨਸਰਟ ਕਰਨਾ, ਗ੍ਰਾਫ ਚਾਰਟ, ਪਾਈ ਚਾਰਟ, ਲਾਈਨ ਚਾਰਟ, ਉਹਦੇ ਵਾਸਤੇ ਵਰਤੀ ਜਾਂਦੀ ਹੈ F11। ਅੱਗੇ ਆ ਗਿਆ ਜੀ ਆਪਣਾ F12, ਇੱਥੋਂ ਬਹੁਤ ਕੁਐਸਚਨ ਆਉਂਦਾ ਜੀ, ਇਹ ਸੇਵ ਐਜ਼ ਡਾਇਲੌਗ ਬਾਕਸ ਖੋਲਣ ਵਾਸਤੇ ਵਰਤੀ ਜਾਂਦੀ ਹੈ, ਕਿਹੜੀ ਤੁਹਾਡੀ F12 ਕੀ। ਇਸ ਤੋਂ ਇਲਾਵਾ ਰਾਜੇ ਜੇ ਮੈਂ ਨੱਪ ਦੂੰਗਾ ਸ਼ਿਫਟ ਪਲੱਸ F12, ਇਹ ਕੀ ਆ, ਸੇਵ ਕਰ ਦਿੰਦੀ ਆ ਕਿਹਦੇ ਵਿੱਚ, ਵਰਡ ਦੇ ਵਿੱਚ ਡਾਕੂਮੈਂਟ ਨੂੰ ਸੇਵ ਕਰਦੀ ਹੈ, ਤੇ ਜੇ ਮੈਂ ਇੱਕ ਹੋਰ ਹੁੰਦਾ ਜੀ ਕੰਟਰੋਲ ਪਲੱਸ ਸ਼ਿਫਟ ਪਲੱਸ F12 ਦਬ ਦੂੰਗਾ ਤਾਂ ਕੀ ਹੋਊਗਾ ਰਾਜੇ, ਤੁਹਾਡਾ ਪ੍ਰਿੰਟ ਨਿਕਲਿਆ ਆਊਗਾ। ਵੈਸੇ ਪ੍ਰਿੰਟ ਦੀ ਸ਼ਾਰਟ ਫਾਰਮ ਹੁੰਦੀ ਹੈ ਕੰਟਰੋਲ ਪਲੱਸ P, ਪਰ ਜੇ ਕੰਟਰੋਲ ਪਲੱਸ ਸ਼ਿਫਟ ਪਲੱਸ F12 ਵੀ ਨੱਪ ਦੋਗੇ ਤਾਂ ਵੀ ਕੀ ਹੋ ਜਾਊਗਾ, ਪ੍ਰਿੰਟ ਹੋ ਜਾਊਗਾ। ਠੀਕ ਹੈ ਜੀ, ਚੱਲਦੇ ਹਾਂ ਜੀ ਆਪਾਂ ਅੱਗੇ। ਸ਼ਾਇਦ ਵੀਡੀਓ ਬਹੁਤ ਲੰਬੀ ਹੋ ਗਈ, ਬਟ ਇਹ ਆ ਵੀ ਤੁਹਾਡੇ ਵਾਸਤੇ ਬਹੁਤ ਯੂਜ਼ਫੁਲ ਰਹੂਗੀ। ਮੈਨੂੰ ਤਾਂ ਇਸੇ ਮੈਰਾਥਨ ਕਲਾਸ ਬਣਾਦਾ, ਬਟ ਟਾਈਮ ਦੀ ਕਮੀ ਆ ਥੋੜੀ ਜੀ, ਇਸ ਕਰਕੇ ਲੇਟ ਹੋ ਗਿਆ। ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਐਂਟਰ ਦਾ ਕਰੰਟ ਟਾਈਮ, ਤਾਂ ਇਹ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ। ਜਸਟ ਇੱਕ ਮਿੰਟ ਮੈਂ ਚੈੱਕ ਕਰ ਲਾਂ ਬੇਟੇ ਪਲੀਜ਼, ਮੈਨੂੰ ਸੌਫਟਵੇਅਰ ਥੋੜਾ ਜਿਹਾ ਨਾ ਮੈਨੂੰ ਤੰਗ ਕਰਦਾ, ਮੈਨੂੰ ਬਸ ਮਾੜਾ ਚੈੱਕ ਕਰ ਲੈਣ ਦਿਓ ਵੀ ਚੱਲ ਰਹੀ ਹੈ ਰਿਕਾਰਡਿੰਗ। ਚੱਲ ਰਹੀ ਹੈ, ਸ਼ੁਕਰ ਹੈ ਪਰਮਾਤਮਾ ਦਾ। ਅੱਛਾ ਜੀ, ਹੁਣ ਦੇਖੋ ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਬੇਟੇ, ਕਰੰਟ ਟਾਈਮ, ਕਰੰਟ ਡੇਟ, ਇਹ ਤਾਂ ਦੇਖੋ ਨਾਓ ਤੇ ਟੂਡੇ ਤੋਂ ਆਪਾਂ ਕਰਦੇ ਕਿ ਸ਼ਾਰਟਕਟ ਕੀਜ਼ ਵੀ ਹੁੰਦੀਆਂ ਨੇ, ਤਾਂ ਸ਼ਾਰਟਕਟ ਕੀਜ਼ ਤੋਂ ਵੀ ਕੀ ਕੀਤਾ ਜਾਂਦਾ, ਇਹਨੂੰ ਮਤਲਬ ਕੀ ਲਿਖਿਆ ਜਾਂਦਾ। ਤਾਂ ਇਹਦਾ ਰਾਈਟ ਆਨਸਰ ਹੈਗਾ ਜੀ D। ਇਹ ਕਾਹਦੇ ਵਾਸਤੇ ਵਰਤੀ ਜਾਂਦੀ ਹੈ ਜੀ, ਤੁਹਾਡੇ ਕਰੰਟ ਟਾਈਮ ਵਾਸਤੇ ਵਰਤੀ ਜਾਂਦੀ ਹੈ। ਇਹਨੂੰ ਕਹਿ ਦਿੰਦੇ ਆ ਜੀ ਸਿੰਗਲ ਕੋਲਨ, ਕੀ ਕਹਿ ਦਿੰਦੇ ਆ ਜੀ, ਇਹਨੂੰ ਕਹਿ ਦਿੰਦੇ ਆ ਜੀ ਕੋਲਨ। ਹੁਣ ਜੇ ਆਪਾਂ ਗੱਲ ਕਰੀਏ ਡੇਟ ਦੀ, ਕਰੰਟ ਡੇਟ ਜੇ ਆਪਾਂ ਮਤਲਬ ਕਿ ਪ੍ਰਿੰਟ ਕਰਾਉਣੀ ਆ ਤਾਂ ਉਹਦੇ ਵਾਸਤੇ ਜਿਹੜੀ ਕੀਜ਼ ਹੁੰਦੀ ਹੈ ਰਾਜੇ, ਉਹ ਹੁੰਦੀ ਹੈ ਜੀ ਕੰਟਰੋਲ ਪਲੱਸ ਜੀ ਆਪਣੇ ਕੋਲੇ ਹੁੰਦੀ ਹੈ ਜੀ ਸ਼ਿਫਟ, ਕੰਟਰੋਲ ਪਲੱਸ ਸੈਮੀ ਕੋਲਨ, ਇਹਨੂੰ ਕਹਿ ਦਿੰਦੇ ਆ ਜੀ ਸੈਮੀ ਕੋਲਨ। ਹੁਣ ਕਈ ਬੱਚੇ ਪਤਾ ਕੀ ਕਹਿਣਗੇ, ਸਰ ਜੀ ਉੱਥੇ ਸ਼ਿਫਟ ਪਲੱਸ ਕੰਟਰੋਲ ਲਿਖਿਆ, ਇਹਦਾ ਕੋਈ ਚੱਕਰ ਨਹੀਂ ਹੈਗਾ, ਜਿਹੜੀ ਮਰਜ਼ੀ ਕੀ ਪਹਿਲਾਂ ਦੱਬ ਲਓ, ਚਾਹੇ ਸ਼ਿਫਟ ਪਹਿਲਾਂ ਦੱਬ ਲਓ, ਚਾਹੇ ਕੰਟਰੋਲ ਪਹਿਲਾਂ ਦੱਬ ਲਓ। ਮੈਂ ਸ਼ਿਫਟ ਪਲੱਸ ਕੰਟਰੋਲ ਵੀ ਲਿਖ ਸਕਦਾ, ਕੰਟਰੋਲ ਪਲੱਸ ਸ਼ਿਫਟ ਵੀ ਲਿਖ ਸਕਦਾ, ਇਹਦਾ ਕੋਈ ਚੱਕਰ ਨਹੀਂ ਹੈਗਾਗਾ। ਤੇ ਜਿਵੇਂ ਹੁਣ ਦੇਖੋ ਇੱਥੇ ਟਾਈਮ ਪੁੱਛਿਆ ਗਿਆ, ਤੁਹਾਨੂੰ ਕਰੰਟ ਡੇਟ ਦਾ ਵੀ ਪੁੱਛ ਸਕਦਾ, ਤਾਂ ਕੰਟਰੋਲ ਪਲੱਸ ਸੈਮੀ ਕੋਲਨ, ਇਹ ਕੰਟਰੋਲ ਪਲੱਸ ਸਿੰਗਲ ਕੋਲਨ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ
ਕਹਿੰਦਾ ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਓਪਨ ਐਂਡ ਫਾਈਂਡ ਰਿਪਲੇਸ ਡਾਇਲੌਗ ਬਾਕਸ। ਠੀਕ ਹੈ ਜੀ, ਵੈਸੇ ਤਾਂ ਦੇਖੋ ਕੰਟਰੋਲ ਪਲੱਸ ਐਚ ਦੇ ਨਾਲ ਵੀ ਆਪਾਂ ਖੋਲ ਸਕਦੇ ਹਾਂ, ਕੰਟਰੋਲ ਪਲੱਸ ਐਚ ਦੇ ਨਾਲ ਖੁੱਲ ਜਾਂਦਾ ਹੈ, ਬਟ ਆਪਸ਼ਨਾਂ ਦੇ ਵਿੱਚ ਹੈ ਨਹੀਂਗਾ, ਐਚ ਦਿੱਤਾ ਨਹੀਂ ਹੋਇਆ, ਕਿਉਂਕਿ ਇਹਨਾਂ ਨੇ ਕੀ ਗੱਲ ਹੈ ਥੋੜਾ ਜਿਹਾ ਹਾਈ ਲੈਵਲ ਦਾ ਕੁਐਸਚਨ ਪੁੱਛ ਲਿਆ। ਤਾਂ ਹਾਈ ਲੈਵਲ ਦਾ ਪੁੱਛ ਲਿਆ ਤਾਂ ਆਂਸਰ ਵੀ ਹਾਈ ਲੈਵਲ ਦਾ ਦੇਣਾ ਪਊਗਾ। ਸ਼ਿਫਟ ਪਲੱਸ F5, ਸ਼ਿਫਟ ਪਲੱਸ F5 ਨੱਪਾਂਗੇ, ਕੀ ਹੋ ਜਾਊਗਾ ਜੀ ਤੁਹਾਡਾ ਕੰਟਰੋਲ ਐਂਡ ਫਾਈਂਡ ਡਾਇਲੌਗ ਬਾਕਸ ਓਪਨ ਹੋ ਜਾਊਗਾ। ਅੱਗੇ ਫਿਰ ਜੀ ਮੈਚਿੰਗ ਆ ਗਈ, ਕਹਿੰਦਾ ਵਿਚ ਆਫ ਦਾ ਫੋਲੋਇੰਗ ਵਿਦ ਰੈਫਰੈਂਸ ਟੂ ਦਾ ਇਨਪੁਟ ਡਿਵਾਈਸ। ਜਿਹੜਾ ਹੁਣ ਮਾਊਸ ਹੁੰਦਾ, ਦੇਖੋ ਮਾਊਸ ਕੀ ਇਲੈਕਟ੍ਰੀਕਲ ਵੀ ਹੁੰਦਾ, ਮਕੈਨੀਕਲ ਵੀ ਹੁੰਦਾ। ਤਾਂ ਮਾਊਸ ਕੀ ਹੈ ਜੀ ਮਕੈਨੀਕਲ, ਮਾਊਸ ਕੀ ਹੈ ਜੀ ਮਕੈਨੀਕਲ। ਇਲੈਕਟ੍ਰਿਕ ਪੈਨ ਕੀ ਹੁੰਦਾ, ਜਿਹੜਾ ਦੇਖੋ ਮੈਂ ਲਿਖ ਰਿਹਾ ਨਾ ਇਲੈਕਟ੍ਰਿਕ ਪੈਨ ਹੈ, ਠੀਕ ਹੈ। ਤਾਂ ਇਲੈਕਟ੍ਰਿਕ ਪੈਨ ਕਾਹਦੇ ਵਾਸਤੇ ਵਰਤਿਆ ਜਾਂਦਾ ਜੀ, ਰਾਈਟਿੰਗ ਪੈਨ ਵਿਦ ਪੈਡ। ਇਮੇਜ ਸਕੈਨਰ ਕਾਹਦੇ ਵਾਸਤੇ ਵਰਤਿਆ ਜਾਂਦਾ, ਇਮੇਜ ਸਕੈਨਰ ਕਹਿੰਦਾ ਹੈਂਡ ਹੈਲਡ, ਕਿਤੇ ਗਲਤੀ ਤਾਂ ਨਹੀਂ, ਹਾਂ ਇਮੇਜ ਸਕੈਨਰ। ਵੈਸੇ ਇਮੇਜ ਸਕੈਨਰ ਤਾਂ ਹੈਂਡ ਹੈਲਡ ਹੁੰਦਾ ਨਹੀਂ, ਇਹ ਕੀ ਕੀਤਾ ਇਹਨਾਂ ਨੇ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਵੈਸੇ ਇਹਨਾਂ ਨੇ ਇੱਥੇ ਲਿਖਤਾ, ਲੇਕਿਨ ਜਿਹੜਾ ਇਮੇਜ ਸਕੈਨਰ ਹੁੰਦਾ, ਪਰ ਅੱਜ ਕੱਲ੍ਹ ਜਿਹੜੇ ਹਾਈ ਲੈਵਲ ਦੇ ਆ ਗਏ ਹੈਂਡ ਹੈਲਡ ਚੱਲ ਕੋਈ ਗੱਲ ਨਹੀਂ। ਤਾਂ ਠੀਕ ਹੈ ਜੀ, ਆਪਸ਼ਨ ਦੇ ਅਕੋਰਡਿੰਗ ਆਪਣਾ ਕੀ ਬਣ ਗਿਆ ਜੀ, ਪਹਿਲੇ ਦਾ ਕੀ ਬਣ ਗਿਆ, ਇਹਦਾ ਬਣ ਗਿਆ ਜੀ, ਪਹਿਲੇ ਦਾ ਬਣ ਗਿਆ ਜੀ ਸੈਕਿੰਡ, ਦੂਜੇ ਦਾ ਬਣ ਗਿਆ ਜੀ ਆਪਣਾ ਥਰਡ, ਤੇ ਥਰਡ ਦਾ ਬਣ ਗਿਆ ਜੀ ਪਹਿਲਾ। ਠੀਕ ਹੈ, ਵੈਸੇ ਤਾਂ ਇੱਥੇ ਜਿਹੜਾ ਮੋਸਟ ਸੂਟੇਬਲ ਆਉਂਦਾ ਉਹ ਫਲੈਟ ਬੈਡ ਹੀ ਹੁੰਦਾ, ਇਮੇਜ ਸਕੈਨਰ ਉਹਨੂੰ ਹੀ ਕਹਿੰਦੇ ਆ, ਪਰ ਇਹਨਾਂ ਨੇ ਹੈਂਡ ਹੈਲਡ ਲਿਖਤਾ, ਹੁਣ ਕੋਈ ਆਪਸ਼ਨ ਹੀ ਨਹੀਂ ਹੈਗੀ। ਤਾਂ ਆਪਾਂ ਇਹਨੂੰ ਠੀਕ ਕਰ ਸਕਦੇ ਹਾਂ, ਕਿਉਂਕਿ ਇੱਥੇ ਕਰੈਕਟ ਇਨਕਰੈਕਟ ਨਹੀਂ ਪੁੱਛਿਆ, ਉਹਨਾਂ ਨੇ ਮੈਚਿੰਗ ਪੁੱਛੀ ਹੈ। ਤਾਂ ਮੈਚਿੰਗ ਦੇ ਵਿੱਚ ਦੇਖੋ ਜੀ ਪਹਿਲੇ ਦਾ ਦੂਜਾ, ਠੀਕ ਹੈ, ਤੇ ਇਹ ਆ ਗਿਆ ਜੀ ਮੇਰੇ ਹਿਸਾਬ ਨਾਲ B, ਠੀਕ ਹੈ, ਦੂਜੇ ਦਾ ਤੀਜਾ ਤੇ ਤੀਜੇ ਦਾ ਪਹਿਲਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਮੈਕ ਆਪਰੇਟਿੰਗ ਸਿਸਟਮ ਕਿਹਨੇ ਡਿਵੈਲਪ ਕੀਤਾ। ਤਾਂ ਮੈਕ ਕੀਤਾ ਜੀ ਆਪਣਾ ਐਪਲ ਵਾਲਿਆਂ ਨੇ, ਮੈਕ ਕਿਹਨੇ ਕੀਤਾ ਜੀ ਆਪਣਾ ਐਪਲ ਵਾਲਿਆਂ ਨੇ ਕੀਤਾ। ਤਾਂ ਰੁਕ ਜਾਓ ਜੀ, ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਲਿਖਵਾ ਦੇਵਾਂ, ਇੱਕ ਲਿਸਟ ਮੈਂ ਤਿਆਰ ਕੀਤੀ ਛੋਟੀ ਜੀ। ਹੁਣ ਦੇਖੋ ਮੈਕ, ਦੇਖੋ ਚਲੋ ਮੈਕ ਤਾਂ ਬਾਅਦ ਚ ਕਰਾਉਣਾ, ਪਹਿਲਾਂ ਦੇਖੋ ਐਂਡਰੋਇਡ ਸਭ ਨੂੰ ਪਤਾ ਹੋਏਗਾ, ਐਂਡਰੋਇਡ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ। ਤਾਂ ਐਂਡਰੋਇਡ ਕਿਹਦਾ ਹੈਗਾ ਜੀ, ਇਹ ਗੂਗਲ ਕੰਪਨੀ ਦਾ ਹੈ, ਇਹ ਯਾਦ ਰੱਖ ਲਿਓ। ਇਸ ਤੋਂ ਇਲਾਵਾ ਜੀ ਇੱਕ ਬੈਡਾ, ਬਾਡਾ ਆਉਂਦਾ, ਇਹ ਕਿਹਦਾ ਹੈਗਾ ਜੀ ਸੈਮਸੰਗ ਦਾ, ਠੀਕ ਹੈ। ਇਸ ਤੋਂ ਇਲਾਵਾ ਇੱਕ ਆਉਂਦਾ ਜੀ ਮੈਕ, ਮੈਕ ਤਾਂ ਹੈਗਾ ਹੀ ਹੈਗਾ ਐਪਲ ਵਾਲਿਆਂ ਦਾ। ਇੱਕ ਹੈਗਾ ਜੀ iOS, ਮੈਕ iOS ਇਕੱਠੇ ਹੀ ਹੁੰਦਾ ਵੈਸੇ ਤਾਂ, ਮੈਕ ਤੇ iOS। iOS ਦਾ ਮਤਲਬ ਕੀ ਹੈ, ਆਈਫੋਨ, ਆਈ ਦਾ ਮਤਲਬ ਹੈਗਾ ਜੀ ਆਈਫੋਨ, OS ਦਾ ਮਤਲਬ ਹੈਗਾ ਆਪਰੇਟਿੰਗ ਸਿਸਟਮ, ਇਹ ਹੈਗਾ ਜੀ ਐਪਲ ਦਾ। ਮੈਕ ਹੈਗਾ ਜੀ, ਮੈਕ ਦੇ ਫੁੱਲ ਫਾਰਮ ਵੀ ਪੁੱਛ ਲੈਂਦੇ ਆ, ਇਹਨੂੰ ਕਹਿ ਦਿੰਦੇ ਮੈਕਨੋਟੋਸ਼, ਠੀਕ ਹੈ, ਜੇ ਲਿਖਣਾ ਤਾਂ ਲਿਖ ਵੀ ਲਓ, ਮੈਕਨੋਟੋਸ਼ ਕਹਿ ਦਿੰਦੇ, MACINTOSH, ਮੈਕਨੋਟੋਸ਼ ਆਪਰੇਟਿੰਗ ਸਿਸਟਮ। ਇਸ ਤੋਂ ਇਲਾਵਾ ਅਗਰ ਮੈਂ ਵਿੰਡੋ ਦੀ ਗੱਲ ਕਰਾਂ, ਵਿੰਡੋ ਫੋਨ ਵੀ ਆਏ ਸੀਗੇ, ਵਿੰਡੋ ਕੌਣ ਬਣਾਉਂਦਾ, ਵਿੰਡੋ ਸਾਰੇ ਮਾਈਕਰੋਸਾਫਟ ਬਣਾਉਂਦੀ ਹੈ ਕੰਪਨੀ, ਠੀਕ ਹੈ, ਬਿਲ ਗੇਟ ਵਾਲੀ। ਇਸ ਤੋਂ ਇਲਾਵਾ ਜੀ ਇੱਕ ਸੰਬੇਨੀਅਨ ਆਇਆ ਸੀਗਾ, ਇਹ ਜਿਹੜਾ ਆਪਰੇਟਿੰਗ ਸਿਸਟਮ ਹੈਗਾ ਵੈਸੇ ਕੰਪਨੀ ਦਾ ਸੰਬੇਨੀਅਨ ਹੀ ਹੈ, ਪਰ ਯੂਜ਼ ਕਿੱਥੇ ਹੋਇਆ ਸੀ, ਇਹ ਨੋਕੀਆ ਦੇ ਵਿੱਚ ਯੂਜ਼ ਹੁੰਦਾ ਸੀਗਾ। ਇਸ ਤੋਂ ਇਲਾਵਾ ਇੱਕ ਹੈਗਾ ਜੀ ਹਾਰਮੋਨੀ, ਇੱਕ ਹਵਾਈ ਕੰਪਨੀ ਹੈ, ਉਹਦਾ ਹੈ, ਹਵਾਈ ਕੰਪਨੀ ਦਾ, ਵੈਸੇ ਇਹਨਾਂ ਜ਼ਰੂਰਤ ਨਹੀਂ ਹੈਗੀ, ਇੰਨਾ ਕੁ ਯਾਦ ਰੱਖ ਲਿਓ। ਅੱਗੇ ਚੱਲਦੇ ਹਾਂ ਜੀ, ਕਹਿੰਦਾ when the entire CPU contain on a single tiny silicon chip, ਠੀਕ ਹੈ। ਜਿਹੜਾ ਹੁਣ ਦੇਖੋ ਮਾਈਕਰੋ ਪ੍ਰੋਸੈਸਰ ਹੁੰਦਾ ਸਿਲੀਕਾਨ ਤੋਂ ਬਣਦਾ ਹੈ, ਸਿਲੀਕॉन ਸੈਮੀਕੰਡਕਟਰ ਮਟੀਰੀਅਲ ਹੁੰਦਾ ਹੈ। ਤਾਂ ਇਹਦਾ ਆਨਸਰ ਆ ਜਾਊਗਾ ਜੀ ਮਾਈਕਰੋ ਪ੍ਰੋਸੈਸਰ। ਮਾਈਕਰੋ ਪ੍ਰੋਸੈਸਰ ਬੇਸਿਕਲੀ ਹੈ ਕਿ ਨਿੱਕੇ ਨਿੱਕੇ IC ਨੂੰ ਜੋੜ ਕੇ ਇੱਕ ਸਿੰਗਲ ਚਿਪ ਬਣਾਈ ਗਈ ਹੈ, ਠੀਕ ਹੈ, ਉਹਨੂੰ ਮਾਈਕਰੋ ਪ੍ਰੋਸੈਸਰ ਕਹਿ ਦਿੰਦੇ ਆ। ਤੇ ਦੋ ਤਰ੍ਹਾਂ ਦਾ ਹੁੰਦਾ ਜੀ, ਇੱਕ ਸਿਸਕ ਹੁੰਦਾ, ਇੱਕ ਰਿਸਕ ਹੁੰਦਾ, ਠੀਕ ਹੈ। ਇਹਨੂੰ ਕਹਿ ਦਿੰਦੇ ਆ ਜੀ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ, ਇਹਨੂੰ ਕਹਿ ਦਿੰਦੇ ਆ ਰਿਡਿਊਸ ਇੰਸਟਰਕਸ਼ਨ ਸੈਟ ਕੰਪਿਊਟਰ, ਠੀਕ ਹੈ। ਮਾਈਕਰੋ ਪ੍ਰੋਸੈਸਰ ਦੀਆਂ ਟਾਈਪਸ ਨੇ ਸਿਸਕ ਤੇ ਰਿਸਕ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਡੈਸ਼ ਇਜ਼ ਏ ਬੈਕਡੋਰ ਟਰੋਜਨ। ਟਰੋਜਨ ਹਾਰਸ ਮੈਂ ਮਾਲਵੇਅਰ ਦੇ ਵਿੱਚ ਕਰਵਾਇਆ ਹੋਇਆ, ਮਾਲਵੇਅਰ ਵਾਲੀ ਵੀਡੀਓ ਦੇਖ ਲਿਓ। ਟਰੋਜਨ ਹਾਰਸ ਹੁੰਦਾ ਵੀ ਦੇਖਣ ਨੂੰ ਤਾਂ ਐਂ ਲੱਗਦਾ ਵੀ ਬਿਲਕੁਲ ਠੀਕ ਸੌਫਟਵੇਅਰ ਹੈ, ਬਟ ਜਦੋਂ ਆਪਾਂ ਡਾਊਨਲੋਡ ਕਰਦੇ ਹਾਂ ਜਾਂ ਇਹ ਕੀ ਹੁੰਦਾ, ਇੱਕ ਤਰ੍ਹਾਂ ਦਾ ਮਾਲਵੇਅਰ ਹੁੰਦਾ, ਮੈਲਿਕਸ ਸੌਫਟਵੇਅਰ ਹੁੰਦਾ, ਕਹਿੰਦਾ ਆਪਾਂ ਥ੍ਰੀਡ ਹੁੰਦਾ। ਤਾਂ ਜਿਹੜੇ ਦੋਨੇ ਨਾਮ ਦਿੱਤੇ ਹੋਏ ਬੜੇ ਔਖੇ ਨਾਮ ਨੇ, ਬਟ ਇਹ ਦੋਨੇ ਕੀ ਹੁੰਦੇ ਨੇ, ਬੈਕਡੋਰ ਟਰੋਜਨ। ਬੈਕਡੋਰ ਦਾ ਮਤਲਬ ਕੀ ਹੈ, ਬੈਕਐਂਡ ਤੇ ਆ ਕੇ ਕੰਮ ਕਰਦੇ ਆ। ਤਾਂ ਬੋਥ 1 ਐਂਡ 2 ਦਾ ਆਨਸਰ ਹੈ, ਇਹਨੂੰ ਯਾਦ ਹੀ ਰੱਖ ਲਿਓ ਸਟੈਟਿਕ ਫੈਕਟ ਦੇ ਤੌਰ ਤੇ। ਅੱਗੇ ਗੱਲ ਕਰਦੇ ਆ, ਕਹਿੰਦਾ ਜੀ ਵਿਚ ਕੰਪਨੀ ਮੇਡ ਫਸਟ ਕਮਰਸ਼ੀਅਲ ਅਵੇਲੇਬਲ ਹੈਂਡ ਹੈਲਡ ਫੋਨ। ਤਾਂ ਮਟਰੋਲਾ ਨੇ ਬਣਾਇਆ ਸੀਗਾ। ਅੱਛਾ ਜੀ, ਬਣਾਇਆ ਕਦੋਂ ਸੀਗਾ, ਜੇ ਬਣਾਉਣ ਦੀ ਗੱਲ ਕਰੂਗਾ ਤਾਂ April 3 1973 ਦੇ ਵਿੱਚ ਬਣਾਇਆ ਸੀ ਮਟਰੋਲਾ ਕੰਪਨੀ ਨੇ। ਤਾਂ ਬੰਦਾ ਕੌਣ ਸੀਗਾ, ਮਾਰਟਿਨ ਕੂਪਰ। ਮਾਰਟਿਨ ਕੂਪਰ ਨੂੰ ਕਹਿ ਦਿੰਦੇ ਆ ਜੀ ਆਪਣਾ, ਇਹਨੇ ਇਨਵੈਂਟ ਕੀਤਾ ਹੈ। ਤੇ ਪਰ ਜੇ ਆਪਾਂ ਕਮਰਸ਼ੀਅਲ ਯੂਜ਼ ਕਰੀਏ ਵੀ ਲੋਕਾਂ ਵਾਸਤੇ, ਜਦੋਂ ਆਇਆ ਸੀਗਾ ਤਾਂ 1983 ਦੇ ਵਿੱਚ ਆਇਆ ਸੀ ਪਹਿਲਾਂ ਹੈਂਡ ਫੋਲਡ ਮਟਰੋਲਾ, ਠੀਕ ਹੈ, ਜੋ ਲੋਕਾਂ ਦੇ ਵਿੱਚ ਆਇਆ ਸੀਗਾ ਵਿਚਕਾਰ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਵਾਟ ਇਜ਼ ਦਾ ਫੁੱਲ ਫਾਰਮ ਆਫ DLP ਇਨ 3D ਪ੍ਰਿੰਟਿੰਗ। ਤਾਂ DLP 3D ਪ੍ਰਿੰਟਿੰਗ ਦੇ ਵਿੱਚ ਕਿੰਨਾ ਟੈਕਨੀਕ ਵਰਤੀ ਜਾਂਦੀ ਹੈ। ਤਾਂ ਇਹਦੀ ਫੁੱਲ ਫਾਰਮ ਹੀ ਪੁੱਛ ਰਿਹਾ ਉਹ, ਤੇ ਇਹਦੀ ਫੁੱਲ ਫਾਰਮ ਹੈਗੀ ਹੈ ਜੀ C, ਇਹਨੂੰ ਕਹਿ ਦਿੰਦੇ ਆ ਡਿਜੀਟਲ ਲਾਈਟ ਪ੍ਰੋਸੈਸਿੰਗ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਪੁੱਛਦਾ ਕੀ ਪਿਆ ਆਪਾਂ ਨੂੰ, ਕਹਿੰਦਾ ਵਿਚ ਵਨ ਇਜ਼ ਦਾ ਮੋਸਟ ਕਾਮਨ, ਕਹਿੰਦਾ ਪ੍ਰੈਜੈਂਟੇਸ਼ਨ ਇਕਵਿਪਮੈਂਟ, ਠੀਕ ਹੈ, ਮਤਲਬ ਉਪਕਰਨ ਕਿਹੜਾ ਯੂਜ਼ ਹੁੰਦਾ ਕਾਹਦੇ ਵਾਸਤੇ, ਕਹਿੰਦਾ ਆਪਣਾ ਪ੍ਰੈਜੈਂਟੇਸ਼ਨ ਵਾਸਤੇ। ਜਿਹੜਾ ਪ੍ਰੋਜੈਕਟਰ ਹੁੰਦਾ ਰਾਜੇ, ਜਿਵੇਂ ਫਿਲਮ ਦੇਖਣ ਜਾਂਦੇ ਆਪਾਂ ਨਾ, ਆਪਾਂ ਫਿਲਮ ਕੀ ਹੁੰਦੀ ਹੈ ਆਪਣੀ ਸਕਰੀਨ ਤੇ ਪ੍ਰੈਜ਼ੈਂਟ ਹੋ ਰਹੀ ਹੁੰਦੀ ਹੈ,
ਪਿੱਛੋਂ ਲਾਈਟ ਆ ਰਹੀ ਹੁੰਦੀ ਹੈ, ਉਹ ਪ੍ਰੋਜੈਕਟਰ ਤੋਂ ਹੀ ਆ ਰਹੀ ਹੁੰਦੀ ਹੈ, ਜਿਹੜੀ ਇੱਥੇ ਪਏਗੀ, ਇੱਥੇ ਕੀ ਇਮੇਜ ਕੀ ਹੋਊਗੀ, ਜਨਰੇਟ ਹੋਊਗੀ, ਕ੍ਰੀਏਟ ਹੋਊਗੀ। ਠੀਕ ਹੈ, ਪ੍ਰੋਜੈਕਟਰ ਵਰਤਿਆ ਜਾਂਦਾ ਹੈ। ਅੱਜ ਦਾ ਲਾਸਟ ਕੁਐਸਚਨ ਹੈ ਰਾਜੇ, ਬਹੁਤ ਵਧੀਆ ਕੁਐਸਚਨ ਹੈ। ਜਨਰੇਸ਼ਨ ਦੇ ਵਿੱਚ ਵੀ ਬਹੁਤ ਕੁਐਸਚਨ ਪੁੱਛੇ ਜਾ ਰਹੇ, ਤੁਹਾਨੂੰ ਮੈਂ ਵਾਰ-ਵਾਰ ਦੱਸ ਰਿਹਾ। ਤਾਂ ਦੇਖੋ ਫਸਟ ਜਨਰੇਸ਼ਨ ਦੇ ਵਿੱਚ, ਜਿਹੜੀ ਫਸਟ ਜਨਰੇਸ਼ਨ ਦੀ ਗੱਲ ਕਰੀਏ, ਉਹਦੇ ਵਿੱਚ ਕੀ ਹੈ, ਵੈਕਿਊਮ ਟਿਊਬ ਯੂਜ਼ ਹੋਈ ਸੀਗੀ। ਤਾਂ ਵੈਕਿਊਮ ਟਿਊਬ ਤੇ ਵਾਲਵ ਯੂਜ਼ ਹੋਏ ਸੀਗੇ, ਪਰ ਇੱਥੇ ਫਸਟ ਜਨਰੇਸ਼ਨ ਨਹੀਂ ਪੁੱਛੀ, ਸੈਕੰਡ ਜਨਰੇਸ਼ਨ ਪੁੱਛੀ ਉਹਨਾਂ ਨੇ। ਕੀ ਪੁੱਛਿਆ ਆਪਾਂ ਨੂੰ? ਸੈਕੰਡ ਜਨਰੇਸ਼ਨ ਪੁੱਛਿਆ। ਤਾਂ ਸੈਕੰਡ ਜਨਰੇਸ਼ਨ ਦੇ ਵਿੱਚ ਕੀ ਯੂਜ਼ ਹੋ ਗਏ ਸੀ ਰਾਜੇ? ਤੁਹਾਡੇ ਟ੍ਰਾਂਜ਼ਿਸਟਰ ਯੂਜ਼ ਹੋ ਗਏ ਸੀ। ਕਹਿਣ ਦਾ ਭਾਵ ਕੀ ਹੈ, ਪਹਿਲੇ ਦੇ ਵਿੱਚ ਕੀ ਹੋ ਗਏ ਸੀਗੇ? ਟ੍ਰਾਂਜ਼ਿਸਟਰ ਯੂਜ਼ ਹੋ ਗਏ ਸੀਗੇ। ਤਾਂ ਫੋਰਥ ਜਨਰੇਸ਼ਨ ਦੀ ਗੱਲ ਕਰੀਏ, ਤਾਂ ਫੋਰਥ ਜਨਰੇਸ਼ਨ ਦੇ ਵਿੱਚ ਕੀ ਆ ਗਿਆ ਸੀਗਾ? ਤੁਹਾਡਾ ਮਾਈਕਰੋ ਪ੍ਰੋਸੈਸਰ ਆ ਗਿਆ ਸੀਗਾ। ਤਾਂ ਕੀ ਆ ਗਿਆ ਸੀ? ਤੁਹਾਡਾ ਮਾਈਕਰੋ ਪ੍ਰੋਸੈਸਰ ਆ ਗਿਆ ਸੀਗਾ। ਤਾਂ ਦੂਜੇ ਦਾ ਕੀ ਬਣ ਜੂਗਾ ਜੀ? ਫਸਟ ਬਣ ਜੂਗਾ। ਤੇ ਤੀਜਾ ਬਚ ਗਿਆ ਜੀ ਫਿਫਥ ਜਨਰੇਸ਼ਨ ਦਾ ਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਹੋਇਆ ਸੀਗਾ। ਇਹਦਾ ਥਰਡ, ਤੇ ਇਹਦਾ ਰਾਈਟ ਆਂਸਰ ਬਣਦਾ ਜੀ ਇਹ। ਤੇ ਆਈ ਹੋਪ ਤੁਹਾਨੂੰ ਇਹ ਕੁਐਸਚਨ ਬਹੁਤ ਹੈਲਪ ਕਰਨਗੇ, ਪਰਮਾਤਮਾ ਕਰੇ ਤੁਹਾਨੂੰ ਦੇਖਣ ਨੂੰ ਮਿਲਣ ਕੁਐਸਚਨ। ਠੀਕ ਹੈ ਜੀ। ਤੇ ਵੀਡੀਓ ਲੇਟ ਵਾਸਤੇ ਭਾਈ ਬਹੁਤ ਬਹੁਤ ਸੌਰੀ ਹੈ, ਕਿਉਂਕਿ ਕੋਸ਼ਿਸ਼ ਤਾਂ ਬਹੁਤ ਕੀਤੀ ਸੀ, ਪਰ ਉਹ ਟਾਈਮ ਦੀ ਕਮੀ ਸੀਗੀ। ਤੇ ਬਾਕੀ ਨਾ ਇੱਕ ਜਿਹੜੀਆਂ ਹੁਣ ਪੋਸਟਾਂ ਆਈਆਂ ਨੇ ਆਪਣੀਆਂ ਆਈਟੀ ਦੀਆਂ, ਕਾਂਸਟੇਬਲ ਸਬ ਇੰਸਪੈਕਟਰ, ਉਹਦਾ ਸਿਲੇਬਸ ਬੜਾ ਵਾਸਟ ਹੈ। ਉਹਦੇ ਵਾਸਤੇ 4-5 ਦਿਨ ਦਿਓ, ਮੈਂ ਤੁਹਾਨੂੰ ਉਹਦੇ ਵੀ ਨੋਟਸ ਤਿਆਰ ਕਰਕੇ ਦਊਂਗਾ, ਬਹੁਤ ਵਧੀਆ ਥਿਊਰੀ ਵੀ ਕਰਵਾਊਂਗਾ। ਫਿਲਹਾਲ ਦੀ ਘੜੀ ਜਿਹੜਾ ਸਿਵਿਲੀਅਨ ਸਟਾਫ ਦੀ ਜਿਹੜੀ ਪੋਸਟ ਹੈਗੀ, ਉਹਦੇ ਵਾਸਤੇ ਮੈਂ ਨੋਟਸ ਤਿਆਰ ਕਰ ਰਿਹਾ, ਔਰ ਬਹੁਤ ਵਧੀਆ ਨੋਟਸ ਤਿਆਰ ਕਰਾਂਗੇ। ਟਾਈਮ ਘੱਟ ਹੈ, ਐਮਸੀਕਿਊ ਤਾਂ ਦੇਖੋ ਬਣ ਨਹੀਂ ਸਕਦੇ, ਉਹਦਾ ਸਿਲੇਬਸ ਵੀ ਇੰਨਾ ਵਾਸਟ ਹੈ ਕਿ ਆਪਾਂ 2 ਸਾਲ ਦੇ ਵਿੱਚ ਵੀ ਕੰਪਲੀਟ ਨਹੀਂ ਕਰ ਸਕਦੇ। ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿਉਂ ਸੌਫਟਵੇਅਰ ਪਾਈ ਜਾ ਰਹੇ, ਉਹ ਕਿਤੇ ਵੀ ਕਿਸੇ ਡਿਗਰੀ 'ਚ ਨਹੀਂ ਪੜ੍ਹਾਏ ਜਾਂਦੇ ਕਿ ਫੋਰੈਂਸਿਕ ਲੈਬ ਦੇ ਸੌਫਟਵੇਅਰ ਨੇ ਜਾਂ ਬਹੁਤ ਹਾਈ ਲੈਵਲ ਦੇ ਨੇ, ਬਟ ਫਿਰ ਵੀ ਇੱਕ ਕੋਸ਼ਿਸ਼ ਹੈਗੀ ਆ ਵੀ ਤੁਹਾਨੂੰ ਵਧੀਆ ਐਮਸੀਕਿਊ ਵਗੈਰਾ ਜਾਂ ਥਿਊਰੀ ਪਲੱਸ ਐਮਸੀਕਿਊ ਤਿਆਰ ਕਰਕੇ ਦਿੱਤੇ ਜਾਣ। 1-2 ਦਿਨ ਦਿਓ ਮੈਨੂੰ, ਉਹ ਤੁਹਾਨੂੰ ਮਿਲ ਜਾਣਗੇ। ਉਹਦੇ ਵਿੱਚ ਹੀ ਮੈਂ ਬਿਜ਼ੀ ਹੋਇਆ ਸੀਗਾ। ਤਾਂ ਇਹ ਬਾਕੀ ਪੇਪਰ ਤੁਸੀਂ, ਪੇਪਰ ਵਾਸਤੇ ਸਭ ਨੂੰ ਤਹਿ ਦਿਲ ਤੋਂ ਮੈਂ ਤੁਹਾਨੂੰ ਸ਼ੁਭ ਕਾਮਨਾਵਾਂ ਦੇ ਰਿਹਾ ਬੇਟੇ। ਪਰਮਾਤਮਾ ਕਰੇ ਤੁਹਾਡੇ ਮਿਹਨਤ ਪੱਲੇ ਪਵੇ, ਤੁਹਾਡੀ ਮਿਹਨਤ ਦੇ ਵਿੱਚੋਂ ਹੀ, ਪੜ੍ਹਿਆ ਲਿਖਿਆ ਦੇ ਵਿੱਚੋਂ ਹੀ ਆਵੇ। ਠੀਕ ਹੈ। ਤੇ ਬਾਕੀ ਦੇਖੋ ਬੇਟਾ, ਮੈਂ ਕਹਿ ਰਿਹਾ ਵੀ ਵਾਰ-ਵਾਰ ਜਿਹੜੇ ਪੇਪਰ ਦੇਣ ਜਾਣਾ, ਥਿਊਰੀ ਦੇ ਉੱਪਰ ਕੰਸਨਟਰੇਟ ਕਰੋ। ਥਿਊਰੀ ਦੇ ਵਿੱਚੋਂ ਘੱਟੋ-ਘੱਟ ਤੁਸੀਂ ਜ਼ਿਆਦਾ ਨਹੀਂ ਤਾਂ 90% ਤੁਸੀਂ ਕਵਰ ਕਰ ਸਕਦੇ ਆ ਕੰਪਿਊਟਰ। ਬਾਕੀ ਸਬਜੈਕਟ ਦੇ ਮੈਨੂੰ ਪਤਾ ਨਹੀਂਗਾ, ਕੰਪਿਊਟਰ ਦੀ ਮੈਂ ਗਾਰੰਟੀ ਦਿੰਦਾ। ਹੁਣ ਕਰਨਾ ਕੀ ਹੈ, ਤੁਸੀਂ ਕਿਹੜੀ-ਕਿਹੜੀ ਵੀਡੀਓ ਦੇਖਣੀ ਹੈ ਰਾਜੇ, ਮੈਂ ਤੁਹਾਨੂੰ ਦੱਸ ਰਿਹਾ। MS ਵਰਡ, ਐਕਸਲ ਤੇ ਤੁਹਾਡਾ ਪਾਵਰ ਪੁਆਇੰਟ, ਇਹ ਤਾਂ ਛੱਡਣੀਆਂ ਨਹੀਂ 2019 ਦੀਆਂ ਸ਼ਾਰਟਕਟ ਕੀਜ਼। ਬਾਕੀ ਇਹਦੇ ਉੱਪਰ ਡਿਟੇਲ ਵੀਡੀਓ ਹੋਰ ਵੀ ਲੈ ਕੇ ਆਉਂਗਾ। ਪਲੱਸ ਤੁਹਾਡੀਆਂ ਕੰਪਿਊਟਰ ਜਨਰੇਸ਼ਨ। ਥਰਡ ਹੈਗਾ ਜੀ ਪ੍ਰਿੰਟਰ ਵਾਲੀ ਵੀਡੀਓ ਪਈ ਹੈ। ਫੋਰਥ ਆਪਰੇਟਿੰਗ ਸਿਸਟਮ ਦੀਆਂ 2 ਵੀਡੀਓ ਪਈਆਂ। ਫਿਫਥ ਤੁਹਾਡਾ ਕੀ ਆ ਗਿਆ ਜੀ? ਤੁਹਾਡਾ ਮੈਮਰੀ ਦੇ ਉੱਪਰ ਵੀਡੀਓਜ਼ ਪਈਆਂ। ਠੀਕ ਹੈ, ਆਹ ਤਾਂ ਘੱਟੋ ਘੱਟ ਕਰ ਲਓ। ਠੀਕ ਹੈ, ਆਹ ਤਾਂ ਘੱਟੋ ਘੱਟ ਕਰ ਲਓ। ਹੁਣ ਵੈਸੇ ਤਾਂ ਮੈਂ ਤੁਹਾਨੂੰ ਦੱਸਾਂ, ਮੈਂ 2019 ਦਾ ਸਾਰਾ ਹੀ ਦੇਖੋ ਵਰਡ, ਐਕਸਲ, ਪਾਵਰ ਪੁਆਇੰਟ ਨੂੰ ਪ੍ਰੈਕਟੀਕਲ ਕੀਤਾ ਹੋਇਆ, ਕਰਵਾਇਆ ਵੀ ਹੋਇਆ, ਬਟ ਉਹ ਲਾਈਵ ਵੀਡੀਓ ਸੀਗੀਆਂ, ਥੋੜੀਆਂ ਲੰਬੀਆਂ ਨੇ। ਮੈਂ ਸ਼ਾਰਟ ਦੇ ਵਿੱਚ ਵੀਡੀਓ ਬਣਾ ਦੂੰਗਾ, ਹੋਰ ਵੀ ਕਿਹੜੇ ਮੈਨੂ ਦੇ ਅੰਡਰ ਕਿਹੜੀ ਟੈਬ ਹੈ, ਕਿੱਥੇ ਕਿਹੜੀ ਟੈਬ ਯੂਜ਼ ਹੁੰਦੀ ਹੈ, ਤਾਂ ਕੱਲ ਤੱਕ ਉਹ ਵੀ ਮੈਂ ਵੀਡੀਓ ਬਣਾ ਦੂੰਗਾ। ਤਾਂ ਸ਼ੁਕਰੀਆ ਜੀ, ਧੰਨਵਾਦ। ਬਾਬਾ ਮਿਹਰ ਕਰੇ ਤੁਹਾਡਾ ਪੇਪਰ ਸਭ ਦਾ ਵਧੀਆ ਹੋਵੇ, ਤੇ ਆ ਕੇ ਆਪਣਾ ਸੱਚੋ ਸੱਚ ਰਿਵਿਊ ਦਿਓ ਕਿ ਕਿੱਥੇ ਕਮੀ ਰਹਿ ਗਈ ਆਪਣੇ ਦੇ ਵਿੱਚ, ਤੇ ਕਿਹੜਾ ਆਪਣੇ ਕਿਰਾਇਆਂ ਦੇ ਵਿੱਚੋਂ ਆਇਆ, ਕਿਹੜਾ ਨਹੀਂ ਆਇਆਗਾ। ਠੀਕ ਹੈ ਜੀ। ਤਾਂ ਸਿਰ ਮੱਥੇ ਆ ਤੁਹਾਡੇ ਕਮੈਂਟ ਸਾਰਿਆਂ ਦੇ। ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।